ਲੜਨ ਵਾਲਿਓ ਹੱਕਾਂ ਦੀ ਪੇਟ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ, ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਇੱਕ ਦੋ ਪਿਆਰ ਦੇ ਹੰਝੂ ਬਹਾਣ ਲੱਗਿਆ। ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ, ਸਹੁੰ ਖਾਂਦੇ ਹਾਂ ਅਸੀਂ ਜਵਾਨੀਆਂ ਦੀ, ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ। ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ, ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ, ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ, ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ। ਖੇਡਣ ਜਾਣਦੇ ਹੜਾਂ ਦੀ ਹਿੱਕ ਅੰਦਰ ਤੇ ਸਿਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ, ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ। ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ, ਬਦਲੇ ਲੈ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ। ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ, ਬਦਲੇ ਲੈ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ। ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵੱਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ, ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ। ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ, ਅਸੀਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸੀਂ ਤੋੜ ਦੇਣੀ ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ, ਆਖਦੇ ਨੇ ਲੋਕੀ ਹਿੱਕਾਂ ਠੋ ਕਹਾਣੀਆਂ। ਹੜ ਲੋਕਤਾ ਦਾ ਕਿਹੜਾ ਸਕੂਰੋ ਕਹਾਣੀਆਂ, ਹੜ ਲੋਕਤਾ ਦਾ ਬਈ ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ, ਰੱਜਣਗੇ ਕਿਰਤੀ ਕਿਸਾਨ ਮੁੜ ਕੇ, ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ, ਜਰਾ ਹੱਲਾ ਮਾਰੋ। ਸਾਡੀ ਪੈਲੀਆਂ ਦਾ ਨੂਰ ਚੜੇ ਵੇਖ ਕੇ ਸਰੂਰ, ਤੋੜ ਦੇਣਾ ਏ ਗੁਰੂਰ ਤੇਰਾ ਚੋਰ ਵੇਲੜਾ, ਹੁਣ ਚੱਲਣਾ ਨੀ ਤੇਰਾ ਕੋਈ ਜੋਰ ਵੇਲੜਾ, ਹੁਣ ਚੱਲਣਾ ਨੀ। ਵੇਲੜਾ ਨੇ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ, ਕਾਮਿਆਂ ਦੀ ਜਾਨ ਲੀਰੋ ਲੀਰ ਹੋਈ ਏ ਤੇਰੇ ਜ਼ੁਲਮਾਂ ਦੀ ਜ਼ਾਲਮਾਂ ਅਖੀਰ ਹੋਈ ਏ ਤੇਰੇ ਜ਼ੁਲਮਾਂ ਦੀ। ਬਣ ਕੇ ਬੱਦਲ ਅਸੀਂ ਧਰਤੀ ਤੇ ਵਸਣਾ ਏ, ਧੋਆਂਗੇ ਗੁਬਾਰ ਜਿਹੜੇ ਵਿੱਚ ਪਾਉਣ
ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ ਅੱਜ ਦਿਨ ਸੋਮਵਾਰ 12 ਅਪ੍ਰੈਲ 2021 ਦਾ ਦਿਨ ਹੈ ਔਰ ਮੈਂ ਯਾਨੀ ਅਨੂ ਔਰ ਜਲਦੀ ਮੇਰੇ ਨਾਲ ਭਾਰਤੀ ਜੀ ਵੀ ਸਟੂਡੀਓ 'ਚ ਸ਼ਿਰਕਤ ਕਰਨਗੇ। ਤੋ ਅਸੀਂ ਦੋਵੇਂ ਹੀ ਇੱਕ ਵਾਰ ਫਿਰ ਤੁਹਾਡੇ ਲਈ ਪ੍ਰੋਗਰਾਮ ਰੇਡੀਓ ਇਨਕਲਾਬ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੋ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਠੀਕ 6:30 ਵਜੇ ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ। ਜਿਹੜੇ ਸਾਡੇ ਸਰੋਤੇ ਸਾਨੂੰ ਆਕਲੈਂਡ 'ਚ ਸੁਣਦੇ ਨੇ ਉਹ 104.6 FM ਤੇ ਸੁਣ ਸਕਦੇ ਨੇ ਨਾਰਮਲ ਰੇਡੀਓ ਤੋਂ। ਜਿਹੜੇ ਸਾਡੇ ਸਰੋਤੇ ਆਕਲੈਂਡ ਤੋਂ ਬਾਹਰ ਨੇ ਜਾਂ ਨਿਊਜ਼ੀਲੈਂਡ ਤੋਂ ਬਾਹਰ ਨੇ ਉਹ ਆਨਲਾਈਨ ਪਲੈਨਟ ਦੀ ਜਿਹੜੀ ਵੈਬਸਾਈਟ ਹੈ ਜਾਂ ਤੁਸੀਂ ਗੂਗਲ ਸਰਚ ਕਰੋਗੇ ਰੇਡੀਓ ਇਨਕਲਾਬ ਨਿਊਜ਼ੀਲੈਂਡ, ਉਹਦੇ ਤੋਂ ਵੀ ਤੁਹਾਨੂੰ ਜਿਹੜਾ ਲਿੰਕ ਮਿਲ ਜਾਏਗਾ, ਤੁਸੀਂ ਆਨਲਾਈਨ ਸੁਣ ਸਕਦੇ ਹੋ। ਜਾਂ ਜਿਹੜੇ ਸਾਡੇ ਬੀਤੇ ਪ੍ਰੋਗਰਾਮ ਨੇ ਉਹ ਪਏ ਰਹਿੰਦੇ ਨੇ ਆਨਲਾਈਨ, ਤੁਸੀਂ ਉਹ ਡਾਊਨਲੋਡ ਕਰਕੇ ਕਿਸੇ ਵੀ ਵਕਤ ਸੁਣ ਸਕਦੇ ਹੋ। ਤੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਵਿਸ਼ੇ ਸਾਡੇ ਕਰੀਬ ਉਹੀ ਹੋਣਗੇ, 2-3 ਜਿਹੜੇ ਮੇਨ ਵਿਸ਼ੇ ਨੇ ਅਸੀਂ ਕਾਫੀ ਮਹੀਨਿਆਂ ਤੋਂ ਜਿਨ੍ਹਾਂ ਨੂੰ ਛੂੰਹਦੇ ਆ ਰਹੇ ਹਾਂ ਔਰ ਗੱਲਬਾਤ ਕਰਦੇ ਆ ਰਹੇ ਹਾਂ। ਤੋ ਕਿਸਾਨੀ ਅੰਦੋਲਨ ਹੈ ਜਿਹੜਾ ਦਿੱਲੀ ਬਾਰਡਰਾਂ 'ਤੇ ਬੈਠੇ ਹੋਏ ਨੇ ਸਾਡੇ ਕਿਸਾਨ ਔਰ ਨਾਲ ਹੋਰ ਮਜ਼ਦੂਰ ਜਥੇਬੰਦੀਆਂ, ਵਿਦਿਆਰਥੀ, ਮਤਲਬ ਬਹੁਤ ਸਾਰੇ ਲੋਕ ਔਰ ਹੋਰ ਜਥੇਬੰਦੀਆਂ ਸ਼ਾਮਿਲ ਹੋ ਰਹੇ ਨੇ ਔਰ ਅਲੱਗ-ਅਲੱਗ ਪ੍ਰਾਂਤਾਂ ਤੋਂ ਲੋਕ ਜਿਹੜੇ ਨੇ ਪੰਜਾਬ ਔਰ ਹਰਿਆਣੇ ਦੇ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ। ਤੋ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨੌਜਵਾਨ ਐਕਟਿਵਿਸਟ ਨੇ ਪਵੇਲ ਕੁੱਸਾ, ਜਿਹੜੇ ਕਿ ਇੱਕ ਰਸਾਲਾ ਨਿਕਲਦਾ ਹੈ ਸੁਰਖਲੀ, ਉਹਦੇ ਸੰਪਾਦਕ ਨੇ, ਸੰਚਾਲਕ ਨੇ। ਅਸੀਂ ਪਹਿਲੇ ਵੀ ਇੱਕ ਵਾਰੀ ਪਵੇਲ ਨਾਲ ਇਸੇ ਵਿਸ਼ੇ 'ਤੇ ਗੱਲਬਾਤ ਕੀਤੀ ਸੀ। ਤੋ ਅੱਜ ਵੀ ਅਸੀਂ ਇੱਕ ਵਾਰ ਫੇਰ ਕੇ ਮੌਜੂਦਾ ਕੀ ਦਸ਼ਾ ਔਰ ਦਿਸ਼ਾ ਹੈ ਇਸ ਅੰਦੋਲਨ ਦੀ ਔਰ ਆਉਣ ਵਾਲੇ ਸਮੇਂ 'ਚ ਕੀ ਆਸ ਕੀਤੀ ਜਾ ਸਕਦੀ ਹੈ, ਇਸ ਕਿਸਮ ਦਾ ਜਿਹੜੇ ਵਿਚਾਰ ਚਰਚਾ ਕਰਾਂਗੇ ਪਵੇਲ ਕੁੱਸਾ ਨਾਲ। ਉਸ ਤੋਂ ਬਾਅਦ ਇੱਥੇ ਸਥਾਨਕ ਵੀ ਸਾਡੇ ਕਾਫੀ ਸਾਰੇ ਮਸਲੇ ਨੇ ਜਿਹੜੇ ਪਿਛਲੇ ਹਫ਼ਤੇ ਦੇ ਵਿੱਚ ਪਿਛਲੇ ਕੁਛ ਦਿਨਾਂ 'ਚ ਹੀ ਖਬਰਾਂ 'ਚ ਕਾਫੀ ਮਸਲੇ ਭਖੇ ਹੋਏ ਨੇ, ਖਾਸ ਤੌਰ 'ਤੇ ਇਮੀਗ੍ਰੇਸ਼ਨ ਨੂੰ ਲੈ ਕੇ ਔਰ ਕਿਸ ਤਰ੍ਹਾਂ ਭਾਰਤ ਤੋਂ ਪਰਤੇ ਜਿਹੜੇ ਨਿਊਜ਼ੀਲੈਂਡਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਸਿੰਗਲ ਆਊਟ ਕੀਤਾ ਗਿਆ। ਸੋ ਉਸ ਵਿਸ਼ੇ 'ਤੇ ਵੀ ਗੱਲਬਾਤ ਕਰਾਂਗੇ ਔਰ ਆਉਂਦੇ ਵੀਕਐਂਡ 'ਤੇ ਜਿਹੜਾ ਇਸੇ ਮੁੱਦੇ ਨੂੰ ਲੈ ਕੇ ਹੋਰ ਜਿਹੜੇ ਇਮੀਗ੍ਰੇਸ਼ਨ ਦੇ ਇਸ਼ੂ ਨੇ, ਇੱਕ ਜਿਹੜਾ ਪ੍ਰੋਟੈਸਟ ਦਾ ਆਯੋਜਨ ਕੀਤਾ ਗਿਆ, ਉਹ ਵੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਔਰ ਪਿਛਲੇ ਕੁਛ ਦਿਨਾਂ 'ਚ ਜੋ ਕੁਝ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਔਰ ਹੋਰ ਸੰਸਥਾਵਾਂ ਨੇ ਮਿਲ ਕੇ ਕੀ ਕੁਛ ਐਕਸ਼ਨ ਕੀਤੇ ਨੇ ਉਹਦੇ 'ਤੇ ਵੀ ਝਾਤ ਪਾਵਾਂਗੇ। ਤੋ ਦੋਸਤੋ ਤੁਸੀਂ ਇਸ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹਿਣਾ। ਇੱਕ ਗੀਤ ਦੇ ਦੌਰਾਨ ਅਸੀਂ ਸਾਥੀ ਪਵੇਲ ਕੁੱਸਾ ਨਾਲ ਰਾਬਤਾ ਕਾਇਮ ਕਰਾਂਗੇ। ਤੋ ਜਲਦ ਹੀ ਦੁਬਾਰਾ ਮਿਲਦੇ ਹਾਂ। ਛੱਟੇ ਇਹ ਸੰਘਰਸ਼, ਇਹ ਸੰਗਰਾਮ ਦਬੇ ਕੁਚਲੇ ਲੋਕਾਂ ਲਈ ਮੁਕਤੀ ਦਾ ਰਾਹ ਨੇ। ਜਸਵੰਤ ਖੜਕੜ ਇਸ ਹੋਕੇ ਨੂੰ ਉੱਚਾ ਕਰਦਾ ਹੈ, ਤੇਜ਼ ਕਰ ਸੰਗਰਾਮ ਹਾਨੀਆਂ। तेज कर जरा संग्राम हानिया, एह समय दा पैगाम हानिया, एह समय पैगाम हानिया। तेज कर जरा संग्राम हानिया, तेज कर जरा संग्राम हानिया, ये है समय दा पैगाम हानिया, ये है समय दा पैगाम हानिया। गीला मुड़ पैर खूनी डर हो गया लहू नाल। ਦੋਸਤੋ ਇਸ ਸਮੇਂ ਪੰਜਾਬ ਭਾਰਤ ਤੋਂ ਸਾਡੇ ਨਾਲ ਫੋਨ ਲਾਈਨ 'ਤੇ ਹੋ ਗਏ ਨੇ ਸਾਥੀ ਪਵੇਲ ਕੁੱਸਾ, ਜਿਹੜੇ ਕਿ ਮੈਂ ਪਹਿਲੇ ਵੀ ਦੱਸਿਆ ਸੀ ਕਿ ਜਿਹੜਾ ਮੈਗਜ਼ੀਨ ਆਉਂਦਾ ਹੈ ਸੁਰਖਲੀ, ਉਹਦੇ ਐਡੀਟਰ ਨੇ। ਤੋ ਉਹਨਾਂ ਨਾਲ ਅਸੀਂ ਕਿਸਾਨੀ ਅੰਦੋਲਨ ਇਸ ਵਕਤ ਕਿੱਥੇ ਖੜਾ ਹੈ ਔਰ ਕਿਸ ਪਾਸੇ ਨੂੰ ਅਸੀਂ ਆਸ ਕਰ ਸਕਦੇ ਹਾਂ ਕਿ ਇਹ ਰੁਖ ਕਰੇਗਾ, ਇਸ ਵਿਸ਼ੇ 'ਤੇ ਗੱਲਬਾਤ ਕਰਨ ਜਾ ਰਹੇ ਹਾਂ। ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ। ਹਾਂਜੀ ਬਹੁਤ ਧੰਨਵਾਦ। ਹਾਂ
ਸਾਥੀ ਜੀ ਇੱਕ ਆਪਾਂ ਸਵਾਲ ਪਿਛਲੀ ਵਾਰੀ ਸਾਥੀ ਤੇਜਿੰਦਰ ਸਿੰਘ ਨੂੰ ਲਿਆ ਸੀ ਆਪਾਂ ਤੇ ਉਹਨਾਂ ਕੋਲੋਂ ਪੁੱਛਣਾ ਭੁੱਲ ਗਏ ਸੀ, ਪਰ ਤੁਹਾਡੇ ਕੋਲੋਂ ਜ਼ਰੂਰ ਪੁੱਛਾਂਗੇ। ਤੁਸੀਂ ਪਹਿਲਾਂ ਤੇ ਆਪਣੀ ਉਮਰ ਦੱਸੋ ਜੀ, ਤੁਹਾਡੀ ਕਿੰਨੀ ਹੈ? ਉਮਰ ਮੇਰੀ 37 ਸਾਲ ਹੈ ਜੀ। ਇਹ ਤੇ ਫਿਰ ਸਾਥੀ ਜੀ ਬਿਲਕੁਲ ਕਲਾ ਵਰਤੀ ਹੈ, ਕਿਉਂਕਿ ਇਦਾਂ ਕਿਹਾ ਜਾਂਦਾ ਕਿ ਉੱਥੇ ਤੇ 50 ਸਾਲ ਤੋਂ ਘੱਟ ਕਿਸਾਨੀ ਸੰਘਰਸ਼ ਦੇ ਵਿੱਚ ਕੋਈ ਹੈ ਹੀ ਨਹੀਂਗਾ। ਸੋ ਇਹ ਬਹੁਤ ਵੱਡੀ ਕਲਾ ਆ। ਸੋ ਅਸੀਂ ਇਹਨੂੰ ਬਹੁਤ ਚੰਗਾ ਸਮਝਦੇ ਹਾਂ ਕਿ ਨੌਜਵਾਨ ਵੀ ਸੰਘਰਸ਼ ਦੇ ਵਿੱਚ ਸ਼ਾਮਲ ਹੈ। ਤੋ ਸਾਥੀ ਜੀ ਇਸ ਤੋਂ ਬਾਅਦ ਮੈਂ ਇੱਕ ਗੱਲ ਦੀ ਬੜੀ ਬਹੁਤ ਖੁਸ਼ੀ ਹੈ, ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਸਾਥੀ ਜੋਗਿੰਦਰ ਸਿੰਘ ਉਗਰਾਹਾਂ ਨੂੰ 88ਵਾਂ ਤਾਕਤਵਰ ਬੰਦਾ ਹਿੰਦੁਸਤਾਨ ਦੇ ਵਿੱਚ ਮੰਨਿਆ ਗਿਆ ਹੈ ਇੱਕ ਸਰਵੇ ਦੇ ਮੁਤਾਬਕ। ਸੋ ਤੁਹਾਡੇ ਮੁਤਾਬਕ ਕਿਸ ਕਰਕੇ, ਕੀ ਉਹਨਾਂ ਕੋਲ ਕੋਈ ਬਹੁਤ ਵੱਡੀ ਕੋਈ ਆਰਮੀ ਹੈ, ਬਹੁਤ ਅਮੀਰ ਹੈ, ਕੋਈ ਇੰਡਸਟਰੀਲਿਸਟ ਵਾ, ਇੱਕ ਯੂਨੀਅਨ ਦਾ ਪ੍ਰਧਾਨ ਹੈ, ਕੀ ਆ ਉਹਨਾਂ ਦੇ ਕੋਲੇ ਜਿਹੜਾ ਉਹਨੂੰ ਭਾਰਤ ਦੇ ਵਿੱਚ 88 ਨੰਬਰ ਤੇ ਤਾਕਤਵਰ ਮੰਨਿਆ ਗਿਆ? ਹਾਂਜੀ, ਦੇਖੋ ਉਹਦੇ ਚ ਤਾਂ ਗੱਲ ਇਹ ਹੈ ਵੀ ਜਿਹੜਾ ਵੈਸੇ ਤਾਂ ਨਾ ਜਿਹੜਾ ਕੋਈ ਉਹਨਾਂ ਨੇ ਪੈਮਾਨਾ ਇਹਦਾ ਕ੍ਰਾਈਟੇਰੀਆ ਬਣਾਇਆ, ਪੈਮਾਨਾ ਬਣਾਇਆ ਜੋ ਵੀ, ਉਹਦੀ ਆਪਾਂ ਨੂੰ ਬਹੁਤ ਹੀ ਜਾਣਕਾਰੀ ਹੈ। ਚਲੋ ਕਿਉਂਕਿ ਪਰਸੈਂਟ ਵੀ ਉਹਦੇ ਵਿੱਚ ਉਹਨਾਂ ਨੇ ਦਿੱਤੇ ਹੋਏ ਸੀਗੇ ਜਿਹਦੇ ਬੇਸ ਤੇ ਉਹ ਕਰਦੇ ਆ ਜੀ। ਵੈਸੇ ਇਸ ਗੱਲ ਨੂੰ ਦੇਖਣਾ ਤਾਂ ਐਂ ਚਾਹੀਦਾ ਵੀ ਜਿਹੜੀ ਇੱਕ ਤਰ੍ਹਾਂ ਜਿਹੜੇ ਬੁਰਜੂਆ ਹਲਕੇ ਆ, ਆਦਮਵਾਦੀ ਹਿੱਸੇ ਆ ਜਿਹੜੇ ਜੀ, ਇਹ ਉਹਨਾਂ ਦੀ ਸਰਵੇ ਆ ਜਾਂ ਉਹਨਾਂ ਦੀਆਂ ਹੀ ਗੱਲਾਂ, ਉਹਨਾਂ 'ਚ ਕਿਸੇ ਕਿਸਾਨ ਮੂਵਮੈਂਟ ਦੇ ਲੀਡਰ ਦਾ ਆਉਣਾ, ਇਹਦੀ ਗੱਲ, ਇਸ ਗੱਲ ਦੀ ਇੰਪੋਰਟੈਂਸ ਤਾਂ ਇਹਦੇ 'ਚ ਹੀ ਹੈ ਵੀ ਇੱਕ ਤਰ੍ਹਾਂ ਉਹਨਾਂ ਨੂੰ ਕਿਸਾਨ ਲਹਿਰ ਦੀ ਤਾਕਤ ਨੂੰ ਪ੍ਰਵਾਨ ਕਰਨਾ ਪੈ ਰਿਹਾ। ਇਹਦੇ 'ਚ ਕੋਈ ਵਿਅਕਤੀ ਨਹੀਂ ਹੈ ਨਾ। ਜੋਗਿੰਦਰ ਸਿੰਘ ਇੱਕ ਤਾਂ ਚਲੋ ਥੋੜੀ ਜਿਹੀ ਵਿਸ਼ੇਸ਼ਤਾ ਹੁਣ ਇਹ ਬਣ ਗਈ ਵੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਏਕਤਾ ਇੱਕ ਪਹਿਲਾਂ ਹੁੰਦੀ ਸੀ, ਇੱਕ ਇਹ ਬਣ ਗਈ, ਇੱਕ ਭਾਰਤੀ ਕਿਸਾਨ ਏਕਤਾ ਬਾਅਦ ਚ ਹੋਰ ਬਣੀ, ਜਿਹਦੇ ਕਰਕੇ ਪ੍ਰਧਾਨਾਂ ਦੇ ਨਾਵਾਂ ਨਾਲ ਬ੍ਰੈਕਟ ਚ ਉਹਨਾਂ ਦੀ ਪਛਾਣ ਜੁੜ ਗਈ। ਉਹ ਜਿਵੇਂ ਕਈਆਂ ਨੂੰ ਲੱਗਣ ਵੀ ਐਂ ਲੱਗ ਜਾਂਦਾ ਜਿਵੇਂ ਕੋਈ ਵਿਸ਼ੇਸ਼ ਗੱਲ ਹੈ। ਵੈਸੇ ਤਾਂ ਕਿਸੇ ਜਥੇਬੰਦੀ ਦੇ ਆਗੂ ਦਾ ਆਪਣਾ ਮਹੱਤਵ ਹੁੰਦਾ, ਪਰ ਤਾਂ ਵੀ ਭਾਰਤੀ ਕਿਸਾਨ ਏਕਤਾ ਉਗਰਾਹਾਂ ਦਾ ਦੀ ਜਿਹੜੀ ਜਿੱਦੀ ਉਹਦੀ ਨਾਮਬੰਦੀ ਦਾ ਆਕਾਰ ਪ੍ਰਸਾਰ ਹੈ। ਤੇ ਉਸ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੀ ਪਿਛਲੇ ਖਾਸ ਕਰਕੇ 20-25 ਸਾਲਾਂ ਦੇ ਵਿੱਚ ਇਸੇ ਜਥੇਬੰਦੀ ਵੱਲੋਂ ਜਿਹੜੀ ਪੰਜਾਬ ਦੀ ਕਿਸਾਨ ਲਹਿਰ ਚ ਜੋ ਹਿੱਸਾ ਪਾਈ ਹੈ, ਜਾਂ ਈਵਨ ਕਿ ਐਂ ਵੀ ਕਿਹਾ ਜਾ ਸਕਦਾ ਵੀ ਕਿਸਾਨ ਲਹਿਰ ਨੂੰ ਇੱਕ ਜਨਤਕ ਖਾੜਕੂ ਲਹਿਰ ਚ ਬਦਲਣ ਦੇ ਕੰਮ ਚ ਜਿਹੜੀ ਇਸ ਜਥੇਬੰਦੀ ਨੇ ਮੋਹਰੀ ਰੋਲ ਅਦਾ ਕੀਤਾ ਹੈ। ਉਹਦੇ ਕਰਕੇ ਉਹਨਾਂ ਹਿੱਸਿਆਂ ਨੂੰ ਕਿਸਾਨਾਂ ਦੀ ਜਥੇਬੰਦ ਤਾਕਤ ਨੂੰ ਪ੍ਰਵਾਨ ਕਰਨਾ ਪੈ ਰਿਹਾ, ਇਹ ਮੰਨਣਾ ਪੈ ਰਿਹਾ ਵੀ ਹੁਣ ਇਹ ਅਣਗੌਲੀ ਕੀਤੀ ਜਾ ਸਕਣ ਵਾਲੀ ਤਾਕਤ ਨਹੀਂ ਹੈ। ਜਿਹੜੀਆਂ ਖਬਰਾਂ ਕਿਸੇ ਮੌਕੇ ਪੰਜਾਬੀ ਦੇ ਅਖਬਾਰ ਦੇ ਕਿਸੇ ਖੂੰਜੇ 'ਚ ਹੁੰਦੀਆਂ ਸੀ, ਅੱਜ ਨੈਸ਼ਨਲ ਪ੍ਰੈਸ ਨੂੰ ਕਵਰ ਕਰਨੀਆਂ ਪੈਂਦੀਆਂ। ਇਹ ਮਹੱਤਵ ਹੈ ਇਸ ਗੱਲ ਦਾ। ਤਾਂ ਹੋਰ ਬਾਕੀ ਤਾਂ ਸਭ ਨੂੰ ਪਤਾ ਹੀ ਹੈ ਵੀ ਜੋਗਿੰਦਰ ਸਿੰਘ ਉਗਰਾਹਾਂ ਖੁਦ ਆਪ ਉਹ ਗਰੀਬ ਕਿਸਾਨੀ ਪਰਿਵਾਰ ਚੋਂ ਨੇ, ਤੇ ਨਾ ਕੋਈ ਜਾਇਦਾਦਾਂ ਦੇ ਮਸਲੇ ਨੇ, ਨਾ ਕੋਈ ਹੋਰ ਕਿਸੇ ਤਾਕਤ ਦੇ ਮਸਲੇ ਨੇ, ਲੋਕਾਂ ਦੀ ਤਾਕਤ ਹੈ ਜਿਹੜੀ ਕਰਜ਼ੇ ਦੇ ਰਾਹੀਂ ਪ੍ਰਗਟ ਹੁੰਦੀ ਹੈ ਇਸ ਵੇਲੇ। ਇਹ ਗੱਲ ਉਹਨਾਂ ਨੂੰ ਪ੍ਰਵਾਨ ਕਰਨੀ ਚਾਹੀਦੀ। ਬਿਲਕੁਲ ਸਾਥੀ ਜੀ। ਤੋ ਸਾਥੀ ਜੀ ਅੱਜ ਆਪਾਂ ਕਿਸਾਨੀ ਸੰਘਰਸ਼ ਦੇ ਵੱਖਰੇ ਜਿਹੜੇ ਪੱਖ ਨੇ ਉਹਨਾਂ ਦੀ ਚਰਚਾ ਕਰਾਂਗੇ। ਇੱਕ ਸਾਥੀ ਜਿਹੜੀ ਬਹੁਤ ਕਮਾਲ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਉਹ, ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਨੇ ਸੰਘਰਸ਼ ਦੀ ਲੀਡ ਲਈ ਹੈ, ਪਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਆਪਣਾ ਗੁਆਂਢੀ ਪ੍ਰਦੇਸ਼ ਹਰਿਆਣਾ ਸਾਡਾ ਭਰਾ, ਉਹਦੀ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣਾ, ਔਰ ਉਹਦੇ ਵਿੱਚ ਇੱਕ ਹੋਰ ਖਾਸੀਅਤ, ਕਿਉਂਕਿ ਹਰਿਆਣੇ ਵਾਲਿਆਂ ਵਾਸਤੇ ਇਹ ਮੰਨਿਆ ਜਾਂਦਾ ਸੀਗਾ ਕਿ ਕੁਛ ਉਹਨਾਂ ਦੇ ਜਿਹੜੇ ਸੋਸ਼ਲ ਉਹਨਾਂ ਦੇ ਕੋਈ ਕਾਰਨ ਹੋ ਸਕਦੇ ਨੇ ਜਿਨ੍ਹਾਂ ਕਰਕੇ ਔਰਤਾਂ ਦੀ ਜਿਹੜੀ ਸ਼ਮੂਲੀਅਤ ਇਹਨਾਂ ਸੰਘਰਸ਼ਾਂ ਵਿੱਚ ਪਹਿਲਾਂ ਨਹੀਂ ਸੀ ਹੁੰਦੀ, ਔਰ ਇਸ ਸੰਘਰਸ਼ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਬਹੁਤ ਵੱਡੇ ਲੈਵਲ ਦੇ ਉੱਪਰ ਔਰ ਸਟੇਜਾਂ ਦੇ ਉੱਪਰ ਆ ਕੇ ਮੋਦੀ ਨੂੰ ਵੰਗਾਰਨਾ, ਇਹ ਇੱਕ ਬਹੁਤ ਜਿਹੜਾ ਇਸ ਸੰਘਰਸ਼ ਦੀ ਬਹੁਤ ਵੱਡੀ ਦੇਣ ਹੈ। ਸੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਦੇਖੋ ਇਹਦੇ 'ਚ ਇਹ ਵੀ ਪਹਿਲਾਂ ਪੰਜਾਬ ਦੇ ਅੰਦਰ ਸ਼ੁਰੂ ਹੋਇਆ ਸੰਘਰਸ਼, ਉਸ ਤੋਂ ਅੱਗੇ ਜਦੋਂ ਇੱਕ ਤਰ੍ਹਾਂ ਦਿੱਲੀ ਜਾਣ ਦਾ ਸੱਦਾ ਆਇਆ ਤਾਂ ਉਹਦੇ ਨਾਲ ਜੁੜ ਕੇ ਹਰਿਆਣੇ 'ਚ ਵੀ ਲਾਮਬੰਦੀ ਸ਼ੁਰੂ ਹੋਈ, ਤੇ ਜਦੋਂ ਦਿੱਲੀ ਨੂੰ ਗਏ ਕਿਸਾਨ
ਜੀ। ਉਹਦੇ 'ਚ ਵੈਸੇ ਹੀ ਆਪਦੇ ਆਪ 'ਚ ਹਰਿਆਣੇ ਦੀ ਲਾਮਬੰਦੀ ਦਾ ਜਾਂ ਹਰਿਆਣੇ ਦੇ ਲੋਕਾਂ ਦੀ ਹਮਾਇਤ ਦਾ ਬਹੁਤ ਵੱਡਾ ਰੋਲ ਸੀ। ਉਹਦੇ ਤੋਂ ਬਿਨਾਂ ਪੰਜਾਬ ਦੇ ਕਿਸਾਨ ਦਿੱਲੀ ਜਾ ਕੇ ਨਾ ਜਾ ਸਕਦੇ ਸੀ, ਨਾ ਉੱਥੇ ਬੈਠ ਸਕਦੇ ਸੀ ਜੀ। ਪਹਿਲੀ ਹਰਿਆਣੇ ਦੇ ਜਿਹੜੇ ਕਿਸਾਨਾਂ ਨੇ ਪਹਿਲੇ ਫੇਜ਼ ਦੇ ਵਿੱਚ ਇਸ ਰੂਪ ਦੇ ਵਿੱਚ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ, ਪੰਜਾਬ ਦੇ ਕਿਸਾਨਾਂ ਨੂੰ ਉੱਥੋਂ ਤੱਕ ਪਹੁੰਚਾਉਣ 'ਚ ਤੇ ਉੱਥੇ ਬੈਠਿਆਂ ਦੀ ਸਪੋਰਟ ਕਰਨ 'ਚ ਜੀ। ਉਸ ਤੋਂ ਬਾਅਦ ਜਦੋਂ ਉੱਥੇ ਚੱਲ ਪਿਆ ਦਿੱਲੀ ਦੀ ਹੱਦਾਂ ਤੇ ਮੋਰਚਾ, ਤੇ ਫਿਰ ਹਰਿਆਣੇ ਦੀ ਜਿਹੜੀ ਉਹ ਹਮਾਇਤ ਸੀ ਉਹ ਆਪ ਇੱਕ ਠੋਸ ਲਾਮਬੰਦੀ ਦੇ ਵਿੱਚ ਬਟੀ। ਪਿਛਲੇ ਜਿਹੜੀ ਐਂ ਕਹ ਲਓ ਵੀ ਇੱਕ ਤਰ੍ਹਾਂ ਦਸੰਬਰ ਦੇ ਅਖੀਰ ਤੋਂ ਉੱਥੇ ਲਾਮਬੰਦੀ ਹੈ ਜਿਹੜੀ ਉਹ ਵਧਣੀ ਸ਼ੁਰੂ ਹੋਈ। ਤੁਸੀਂ ਇਹਦੇ 'ਚ ਜਿਹੜੀ ਆ ਗੱਲ ਗਿਣੀ ਵਿਸ਼ੇਸ਼ ਪੱਖ ਉਹਦੇ 'ਚ ਔਰਤਾਂ ਦੀ ਲਾਮਬੰਦੀ ਦਾ, ਅੱਡ ਅੱਡ ਸਮਾਜਾਂ ਦੀਆਂ ਬਣਤਰਾਂ, ਆਪਣੀਆਂ ਟ੍ਰੈਡੀਸ਼ਨਾਂ। ਹਰਿਆਣੇ ਦੇ ਅੰਦਰ ਔਰਤਾਂ ਨਾ ਤਾਂ ਉਸ ਤਰ੍ਹਾਂ ਦੀ ਜਨਤਕ ਜਿਹੜੀ ਲਹਿਰ ਹੈ ਲੋਕਾਂ ਦੇ ਸੰਘਰਸ਼ਾਂ ਦੀ, ਹੱਕਾਂ ਦੀ ਲਹਿਰ ਉਸ ਤਰ੍ਹਾਂ ਮਜ਼ਬੂਤ ਹੈ ਜਿਵੇਂ ਪੰਜਾਬ ਦੇ ਅੰਦਰ ਹੈ। ਉਹਦੇ ਮਜ਼ਬੂਤੀ ਨਾ ਹੋਣ 'ਚ ਇੱਕ ਕਾਰਨ ਇਹ ਵੀ ਹੈ, ਹੋਰ ਵੀ ਕਈ ਬਹੁਤ ਸਾਰੀਆਂ ਗੱਲਾਂ। ਇੱਕ ਗੱਲ ਇਹ ਵੀ ਹੈ ਵੀ ਉਹਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਨਹੀਂ ਹੁੰਦੀ ਪਹਿਲਾਂ, ਬਹੁਤ ਅਨਗੂਣੀ ਪੱਧਰ ਤੇ ਹੈ, ਜੇ ਉਹ ਕਿਸੇ ਗਿਣਤੀ 'ਚ ਨਹੀਂ ਆਉਂਦੀ। ਇਸ ਵਾਰੀ ਇਹ ਬਹੁਤ ਵੱਡਾ ਵਰਤਾਰਾ ਹੈ ਆਪਣੇ ਆਪ ਦੇ ਵਿੱਚ। ਮੈਂ ਤਾਂ ਇਹ ਵੀ ਕਹਿ ਸਕਦਾ ਵੀ ਕਿਸਾਨ, ਇਹ ਮੁਲਕ ਦੀ ਕਿਸਾਨ ਲਹਿਰ ਦਾ ਜਾਂ ਪੰਜਾਬ ਹਰਿਆਣੇ ਦੀ ਕਿਸਾਨ ਲਹਿਰ ਦਾ ਇੱਕ ਬਹੁਤ ਵੱਡੀ ਪ੍ਰਾਪਤੀ ਬਣ ਜਾਂਦੀ ਹੈ ਵੀ ਜਦੋਂ ਇਹੋ ਜਿਹੇ ਸੈਕਸ਼ਨ ਹੈ ਜਿਹੜੇ ਸਮਾਜ ਦੇ ਅੰਦਰ ਪਹਿਲਾਂ ਹੀ ਬਹੁਤ ਦਬਾਏ ਹੋਏ ਹੁੰਦੇ ਆ, ਪਛੜੇ ਰੱਖੇ ਹੋਏ ਆ ਸਮਾਜ ਦੇ ਅੰਦਰ, ਜੇ ਉਹ ਤਬਕੇ ਜਦੋਂ ਸੰਘਰਸ਼ ਦੇ ਮੈਦਾਨ 'ਚ ਆਉਂਦੇ ਆ ਨਾ, ਉਹਨਾਂ ਦੀ ਜਿਹੜੀ ਤਾਕਤ ਹੁੰਦੀ ਹੈ, ਉਹਨਾਂ ਦੀ ਅੰਦਰ ਜੋ ਊਰਜਾ ਐਨਰਜੀ ਹੁੰਦੀ ਹੈ, ਕਿਉਂਕਿ ਜੋ ਦਬਾਏ ਹੋਣ ਦਾ ਜੋ ਰੋਸ, ਜੋ ਔਖ, ਗੁੱਸਾ, ਬੇਚੈਨੀ ਹੁੰਦੀ ਹੈ, ਜਦੋਂ ਉਹ ਸੰਘਰਸ਼ ਦੇ ਮੈਦਾਨ 'ਚ ਆਉਂਦੇ ਫਿਰ ਉਹ ਇਕੱਲੀ ਇੱਕ ਮੰਗ ਤੱਕ ਸੀਮਿਤ ਨਹੀਂ ਹੁੰਦੇ, ਸਾਨੂੰ ਖੇਤੀ ਕਾਨੂੰਨ ਰੱਦ ਕਰੋ। ਉਹਦੇ ਅੰਦਰ ਉਹਨਾਂ ਦੀ ਆਪਦੀ ਜ਼ਿੰਦਗੀ ਨੂੰ ਬਦਲਣ ਦੀ ਤਾਂਘ, ਆਪਦੀ ਹੋਣੀ ਨੂੰ ਬਦਲਣ ਦੀ ਤਾਂਘ, ਜੋ ਉਹਨਾਂ ਦੇ ਕਸ਼ਟ ਮੁਸ਼ਕਲਾਂ ਉਹਦੇ ਤੋਂ ਮੁਕਤੀ ਪਾਉਣ ਦੀ ਤਾਂਘ, ਇਹ ਚੀਜ਼ਾਂ ਉਹਦੇ ਵਿੱਚ ਸ਼ਾਮਲ ਹੁੰਦੀਆਂ। ਤੇ ਇਸ ਕਰਕੇ ਫਿਰ ਉਹ ਰੋਸ ਇਸ ਪੱਧਰ ਦਾ ਹੁੰਦਾ ਵੀ ਉਹ ਛੇਤੀ ਥੱਲਿਆ ਜਾਣ ਵਾਲਾ, ਰੁਕਣ ਵਾਲਾ ਨਹੀਂ। ਹੁਣ ਕਿਸਾਨ ਮੋਰਚਿਆਂ ਦੇ ਅੰਦਰ ਹਰਿਆਣੇ ਦੀਆਂ ਔਰਤਾਂ ਜਦੋਂ ਬੋਲਦੀਆਂ ਸਟੇਜਾਂ ਤੋਂ, ਉਦੋਂ ਵੀ ਅਗਲਾ ਪਹਿਲੂ ਹੈ ਵੀ ਉਹ ਸਿਰਫ ਉਹਦੇ 'ਚ ਕੋਈ ਪੈਸਿਵ ਪਾਰਟਿਸਪੈਂਟ ਨਹੀਂ ਹੁੰਦੀਆਂ, ਉਹ ਐਕਟਿਵਲੀ ਇਕੱਠਾਂ 'ਚ ਨਾਅਰੇਬਾਜ਼ੀ ਕਰਨ ਦੇ ਵਿੱਚ, ਮੰਚ ਤੋਂ ਸੰਬੋਧਨ ਕਰਨ ਦੇ ਵਿੱਚ, ਮੋਦੀ ਨੂੰ ਮਤਲਬ ਮੋਦੀ ਹਕੂਮਤ ਨੂੰ ਲਲਕਾਰਨ ਦੇ ਰੂਪ ਦੇ ਵਿੱਚ ਉਹ ਜਿਵੇਂ ਜਿਸ ਪੱਧਰ ਦੀ ਸ਼ਮੂਲੀਅਤ ਦਿਖਾ ਰਹੀਆਂ, ਇਹ ਇੱਕ ਇਹੋ ਜਿਹਾ ਪਹਿਲੂ ਹੈ ਜਿਹੜਾ ਇਸ ਸੰਘਰਸ਼ ਦੀ ਬਹੁਤ ਵੱਡੀ ਤਾਕਤ ਹੈ। ਤੇ ਇਹ ਇਸ ਗੱਲ ਦਾ ਭਰੋਸਾ ਵੀ ਬਣਾਉਂਦਾ ਹੈ ਵੀ ਇਹ ਛੇਤੀ ਕੀਤੇ ਡੱਕਿਆ ਥੰਮਿਆ ਜਾਣ ਵਾਲਾ ਸੰਘਰਸ਼ ਜਾਂ ਰੋਹ ਨਹੀਂ ਹੈ ਲੋਕਾਂ ਦਾ, ਜਿਹਨੂੰ ਕੋਈ ਐ ਹੋਵੇ ਵੀ ਇਹ ਕੁਛ ਸਮੇਂ ਦੇ ਵਿੱਚ ਚਾਹੇ ਇਹ ਕੋਈ ਰੂਪ ਬਦਲ ਲੇ, ਇਹ ਕਿਸੇ ਮਤਲਬ ਅਤਰਾਵਾਂ ਚੜਾਵਾਂ ਚੋਂ ਗੁਜ਼ਰੇ, ਉਹ ਹੁੰਦੇ ਹੀ ਆ ਸੰਘਰਸ਼ਾਂ ਦੇ ਵਿੱਚ। ਪਰ ਇਹ ਇੱਕ ਬਹੁਤ ਵੱਡੀ ਖੇਤੀ ਸਮਾਜ ਦੀ, ਮਤਲਬ ਸਾਡੇ ਪੰਜਾਬ ਹਰਿਆਣਾ ਜਾਂ ਇਸ ਜਿਹੜੀ ਨਾਰਥ ਵਾਲੀ ਬੈਲਟ ਹੈ ਉਹਦੇ 'ਚ ਜੋ ਖੇਤੀ ਦਾ ਸੰਕਟ ਹੈ, ਉਹਦੀ ਬੇਚੈਨੀ ਪ੍ਰਗਟ ਹੋ ਰਹੀ ਹੈ। ਉਹ ਖੇਤੀ ਦੇ ਸੰਕਟ ਦੀ ਸਭ ਤੋਂ ਵੱਧ ਮਾਰ ਔਰਤਾਂ ਹਟਾਉਂਦੀਆਂ। ਉਹਨਾਂ ਨੂੰ ਤਾਂ ਰਾਹ ਮਿਲਣਾ, ਜਦੋਂ ਰਾਹ ਮਿਲਦਾ ਹੈ, ਪੰਜਾਬ ਦੀ ਕਿਸਾਨ ਜਥੇਬੰਦੀਆਂ ਨੇ ਵਿਸ਼ੇਸ਼ ਕਰਕੇ ਬੀਬੀ ਜੀਵਿਕਾ ਗਰਾਹਾਂ ਨੇ, ਹੋਰਨਾਂ ਜਥੇਬੰਦੀਆਂ ਨੇ ਵੀ ਕੋਸ਼ਿਸ਼ਾਂ ਕੀਤੀਆਂ ਜਦੋਂ ਔਰਤਾਂ ਨੂੰ ਸੰਘਰਸ਼ਾਂ 'ਚ ਲੈ ਕੇ ਆਉਣ ਦੀਆਂ, ਉਹਨਾਂ ਦੀ ਲਾਮਬੰਦੀ ਕਰਨ ਦੀਆਂ, ਉਹਨਾਂ ਨੂੰ ਚੇਤਨ ਕਰਨ ਦੀਆਂ, ਤਾਂ ਉਹਨਾਂ ਦਾ ਜੋ ਸਿੱਟਾ ਨਿਕਲਿਆ ਵੀ ਜੋ ਔਰਤਾਂ ਨੇ ਸ਼ਮੂਲੀਅਤ ਕੀਤੀ, ਜੋ ਉਹਨਾਂ ਨੇ ਆਪਦੀ ਲਾਮਬੰਦ ਹੋਣ ਦੀ ਸਮਰੱਥਾ ਦਿਖਾਈ, ਸੰਘਰਸ਼ਾਂ ਨੂੰ ਜਥੇਬੰਦ ਕਰਨ ਦੀ ਸਮਰੱਥਾ ਦੇ ਝਲਕਾਰੇ ਜੋ ਉਹਨਾਂ ਨੇ ਦਿਖਾਏ, ਉਹਨੂੰ ਦੇਖ ਕੇ ਇਹ ਗੱਲ ਮੁੜ ਕੇ ਹੁਣ ਹਰਿਆਣੇ ਰਾਹੀਂ ਦੇਖ ਕੇ ਜਿਹੜੀ ਇਹ ਇੱਕ ਤਰ੍ਹਾਂ ਕਿਸਾਨ ਲਹਿਰ ਦੀ ਇੱਕ ਵੱਡੀ ਪ੍ਰਾਪਤੀ ਹੈ ਇਸ ਸੰਘਰਸ਼ ਦੇ ਵਿੱਚ ਜਿਹੜੀ ਅਸੀਂ ਦੇਖ ਰਹੇ ਹਾਂ। ਬਿਲਕੁਲ ਸਾਥੀ ਜੀ, ਇਹਦਾ ਹੀ ਇੱਕ ਹੋਰ ਪੱਖ ਡਿਸਕਸ ਕਰਨਾ ਚਾਹੁੰਦੇ ਹਾਂ। ਤੁਹਾਨੂੰ ਯਾਦ ਹੋਊਗਾ ਜਦੋਂ ਆਪਣੀ ਪਿਛਲੀ ਵਾਰੀ ਗੱਲਬਾਤ ਹੋਈ ਹੈ ਉਦੋਂ ਅਸੀਂ ਇਹ ਸਵਾਲ ਕੀਤਾ ਸੀਗਾ ਕਿ ਸੰਘਰਸ਼ ਦੇ ਵਿੱਚ ਉਦੋਂ ਤੱਕ ਇਸ ਵੱਡੇ ਪੱਧਰ ਤੇ, ਕਿਉਂਕਿ ਸਾਥੀ ਜਿਹੜਾ ਸੰਘਰਸ਼ ਹੈ ਇਸ ਟਾਈਮ ਜਿਹੜਾ ਕਿਸਾਨੀ ਸੰਘਰਸ਼ ਜਿਹੜਾ ਦੁਮੂਹਾ ਹੋ ਚੁੱਕਿਆ ਹੈ। ਦਿੱਲੀ ਦੇ ਨਾਲ ਪੰਜਾਬ ਦੇ ਵਿੱਚ ਵੀ ਬਿਲਕੁਲ ਉਸੇ ਹੀ ਲੈਵਲ ਦੇ ਉੱਪਰ ਵੱਖਰੀਆਂ ਕਾਨਫਰੰਸਾਂ ਕਰਕੇ, ਵੱਖਰੇ ਅਖਾੜੇ ਲਾ ਕੇ ਵੱਖਰੇ ਉਹਨੂੰ ਅੱਗੇ ਕੀਤਾ ਜਾ ਰਿਹਾ ਹੈ। ਸੋ ਇਸ ਟਾਈਮ ਇਹਦੇ ਵਿੱਚ ਜਿਹੜੀ ਸਨਅਤੀ ਮਜ਼ਦੂਰਾਂ ਦਾ ਸ਼ਾਮਲ ਹੋਣਾ, ਖੇਤ ਮਜ਼ਦੂਰਾਂ ਦਾ ਸ਼ਾਮਲ ਹੋਣਾ, ਜਿਹੜੇ ਆਪਣੇ ਦਲਿਤ ਵਰਗ ਦਾ ਸ਼ਾਮਲ ਹੋਣਾ, ਇਹ ਵੀ ਇੱਕ ਜਿਹੜਾ ਬਹੁਤ ਪਲੱਸ ਪੁਆਇੰਟ ਜਿਹੜਾ ਉਹ ਨਾਲ ਆਇਆ ਹੈ।
ਹਾਂਜੀ ਜੀ। ਤਾਂ ਮੈਂ ਚਾਹੂੰਗਾ ਕਿ ਤੁਸੀਂ ਇਹਦੇ ਬਾਰੇ ਹੋਰ ਹਾਂਜੀ, ਹਾਂ। ਜੀ ਹਾਂ ਮੈਂ ਇਹਦੇ ਤੇ ਗੱਲ ਕਰਦਾ। ਦੇਖੋ ਇਹਦੇ ਚ ਇਸ ਗੱਲ ਦੇ ਦੋਨੇ ਪਾਸੇ ਆ। ਇੱਕ ਪਾਸਾ ਤਾਂ ਇਹ ਹੈ ਵੀ ਇਹ ਮਤਲਬ ਜਿਉਂ-ਜਿਉਂ ਇਸ ਸੰਘਰਸ਼ ਨੇ ਵਿਕਾਸ ਕੀਤਾ ਤਾਂ ਇਸ ਨੇ ਆਪਣੇ ਨਾਲ ਸਮਾਜ ਦੇ ਹੋਰਨਾਂ ਤਬਕਿਆਂ ਦਾ ਸਰੋਕਾਰ ਜੋੜਨ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਉਹਦੇ ਵਿੱਚ ਇੱਕ ਹੱਦ ਤੱਕ ਕਾਮਯਾਬੀ ਵੀ ਮਿਲੀ ਹੈ। ਉਹਦੇ ਚ ਦੋ ਵੱਡੇ ਸੈਕਸ਼ਨ ਵਿਸ਼ੇਸ਼ ਕਰਕੇ ਮਹੱਤਵਪੂਰਨ ਬਣ ਜਾਂਦੇ ਆ। ਇੱਕ ਖੇਤ ਮਜ਼ਦੂਰ ਜਿਹੜੇ ਵੱਡੇ ਪ੍ਰਸੰਗ ਦੇ ਵਿੱਚ ਕਿਸਾਨੀ ਦਾ ਹਿੱਸਾ ਹੀ ਬਣਦੇ ਆ। ਇਹ ਠੀਕ ਹੈ ਵੀ ਮਾਲਕ ਕਿਸਾਨੀ, ਬੇਜ਼ਮੀਨੀ ਕਿਸਾਨੀ ਤੇ ਖੇਤਾਂ 'ਚ ਕੰਮ ਕਰਨ ਵਾਲੇ ਕਿਰਤੀ, ਚਾਹੇ ਉਹ ਵੱਡੇ ਪ੍ਰਸੰਗ 'ਚ ਉਹ ਇੱਕ ਤਰ੍ਹਾਂ ਖੇਤੀ ਸੰਕਟ ਦੇ ਸ਼ਿਕਾਰ ਹੈ ਤੇ ਸਭ ਤੋਂ ਵੱਧ ਸ਼ਿਕਾਰ ਹੈ। ਇਹਨਾਂ ਕਾਨੂੰਨਾਂ ਦੀ ਮਾਰ ਉਹਨਾਂ ਤੇ ਵੀ ਪੈਣ ਜਾ ਰਹੀ ਹੈ। ਅੱਡ ਢੰਗਾਂ ਨਾਲ ਆਪਾਂ ਪਿਛਲੀ ਵਾਰੀ ਵੀ ਚਰਚਾ ਕੀਤੀ ਸੀ, ਉਹਦੇ ਆ ਵੀ ਰਹੀ ਹੈ ਚਰਚਾ ਵੀ ਉਹ ਚਾਹੇ ਮੰਡੀ ਦੇ ਖਤਮ ਹੋਣ ਨਾਲ ਰੁਜ਼ਗਾਰ ਦੇ ਖਾਤਮੇ ਦੇ ਰੂਪ 'ਚ ਹੈ, ਚਾਹੇ ਖੇਤੀ ਦੇ ਅੰਦਰ ਕੰਟਰੈਕਟ ਫਾਰਮ ਮੰਗਾਉਣ ਨਾਲ ਉਹ ਰੂਪ ਦੇ ਵਿੱਚ ਅੱਡ ਢੰਗਾਂ ਦੇ ਨਾਲ ਜਿਹੜੀ ਉਹਦੀ ਆਪਣੇ ਜਿਹੜਾ ਜਨਤਕ ਵੰਡ ਪ੍ਰਣਾਲੀ ਦੀ ਤਬਾਹੀ ਨਾਲ ਜੁੜੀ ਹੋਈ ਗੱਲ ਹੈ, ਉਹ ਮਾਰ ਖੇਤ ਮਜ਼ਦੂਰਾਂ ਤੇ ਪੈਣੀ। ਖੇਤ ਮਜ਼ਦੂਰਾਂ ਦਾ ਇਹਦੇ ਵਿੱਚ ਇਹਨੂੰ ਲਿਆਉਣ ਦੀਆਂ ਕੋਸ਼ਿਸ਼ਾਂ ਜਿਸ ਹੱਦ ਤੱਕ ਕੀਤੀਆਂ ਜਾਣੀਆਂ ਚਾਹੀਦੀਆਂ ਸੀ, ਚਾਹੇ ਉਸ ਪੱਧਰ ਤੇ ਨਹੀਂ ਹੋਈਆਂ ਪਰ ਕੋਸ਼ਿਸ਼ਾਂ ਹੋ ਰਹੀਆਂ। ਹਾਲੇ ਉਹ ਹੇਠਲੇ ਪੱਧਰ ਤੇ ਉਹ ਬਹੁਤ ਜ਼ਿਆਦਾ ਦਿਖਾਈ ਨਹੀਂ ਦਿੰਦੀਆਂ। ਪਿਛਲੇ ਸਮੇਂ 'ਚ ਕੁਛ ਜਿਵੇਂ ਨਾਭੇ ਦੇ ਵਿੱਚ ਰੈਲੀ ਹੋਈ, ਲੁਧਿਆਣੇ ਦੇ ਵਿੱਚ ਰੈਲੀ ਹੋਈ, ਉਹ ਤੋਂ ਪਹਿਲਾਂ ਬਠਿੰਡੇ ਦੇ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਰੈਲੀ ਕੀਤੀ। ਸਭ ਤੋਂ ਵੱਡਾ ਇਵੈਂਟ ਸੀ ਜਿਹੜਾ ਆਪਣਾ 21 ਫਰਵਰੀ ਨੂੰ ਬਰਨਾਲੇ ਦੇ ਵਿੱਚ ਭਾਰਤੀ ਕਿਸਾਨ ਏਕਤਾ ਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸਾਂਝੀ ਜਿਹੜੀ ਰੈਲੀ ਕੀਤੀ, ਕਿਸਾਨ ਏਕਤਾ ਮਹਾ ਰੈਲੀ ਜਿਹੜੀ ਬਰਨਾਲੇ 'ਚ ਹੋਈ। ਇਹ ਸਾਰੇ ਜਿਹੜੇ ਯਤਨ ਹੈ, ਇਹ ਯਤਨ ਖੇਤ ਮਜ਼ਦੂਰਾਂ ਨੂੰ ਇਹਦੇ 'ਚ ਸ਼ਾਮਲ ਕਰਾਉਣ ਦੇ ਹੈ। ਪਰ ਇਹਦੇ ਵਿੱਚ ਇੱਕ ਸਮੱਸਿਆ, ਖੇਤ ਮਜ਼ਦੂਰਾਂ ਦਾ ਜੋ ਆਮ ਸਮਾਜਿਕ ਉਹਨਾਂ ਦੀ ਚੇਤਨਾ ਦਾ ਪੱਧਰ ਹੈ ਉਹ ਨੀਵਾਂ ਹੈ ਸਮਾਜ ਦੇ ਹੋਰ ਤਬਕਿਆਂ ਦੇ ਮੁਕਾਬਲੇ, ਕਿਉਂਕਿ ਜਾਤ ਪਾਤੀ ਦੱਬ ਹੈ, ਗਰੀਬੀ ਹੈ, ਸਮਾਜ ਦੇ ਅੰਦਰ ਅੱਡ ਤਰ੍ਹਾਂ ਦਾ ਜਿਹੜਾ ਉਹ ਪਛੜਿਆਪਣ ਉਹ ਮੌਜੂਦ ਹੈ। ਜਿਹੜੇ ਉਹ ਇਹਨਾਂ ਹਿੱਸਿਆਂ 'ਚ ਹੋਣ ਕਰਕੇ ਖੇਤ ਮਜ਼ਦੂਰ ਹਿੱਸੇ ਆ ਜਿਹੜੇ ਉਹ ਆਮ ਤੌਰ ਤੇ ਇਹਨਾਂ ਵਰਤਾਰਿਆਂ ਤੋਂ ਬੇਲਾਗ ਜਾਂ ਉਹਨਾਂ ਤੇ ਆਪਣੇ ਤੇ ਸਿੱਧੇ ਤੌਰ ਤੇ ਹੋਣ ਵਾਲੇ ਹਮਲਿਆਂ ਤੋਂ ਬੇਲਾਗਤਾ ਜ਼ਾਹਰ ਹੁੰਦੀ ਹੈ ਉਹਨਾਂ ਦੀ। ਇਹਦਾ ਜਿਹੜੇ ਵੀ ਲੋਕ ਖੇਤ ਮਜ਼ਦੂਰ ਲਹਿਰ ਅਸਾਰੀ ਦੀਆਂ ਮੁਸ਼ਕਲਾਂ ਨੂੰ ਜਾਣਦੇ ਆ ਜਾਂ ਖੇਤ ਮਜ਼ਦੂਰਾਂ ਦੇ ਸਮਾਜਿਕ ਉਹਨਾਂ ਦੀ ਆਰਥਿਕ ਰਾਜਨੀਤਿਕ ਹਾਲਤ ਦੇ ਪੱਖ ਤੋਂ ਥੋੜਾ ਧਿਆਨ ਦਿੰਦੇ ਆ, ਉਹ ਦੇਖ ਸਕਦੇ ਆ ਵੀ ਉੱਥੇ ਉਹਨਾਂ ਮੁੱਦਿਆਂ ਦੀ ਚੋਗ ਜਿਹੜੇ ਮੁੱਦੇ ਸਿੱਧੇ ਉਹਨਾਂ ਨੂੰ ਪ੍ਰਭਾਵਿਤ ਕਰਦੇ ਹੋਣ, ਜਿਹੜਾ ਐਂ ਲੱਗੇ ਕਿ ਸਾਡੀ ਜੇਬ ਚੋਂ ਅੱਜ ਹੀ ਕੁਛ ਖੁੱਸ ਗਿਆ, ਉਹਨਾਂ ਦੀ ਚੋਗ ਵੀ ਹੀ ਪ੍ਰਗਟ ਹੁੰਦੀ ਹੈ। ਇਸ ਕਰਕੇ ਖੇਤੀ ਕਾਨੂੰਨਾਂ ਦੇ ਮਸਲੇ ਉੱਥੇ ਆਮ ਰੂਪ ਚ ਕੋਈ ਲੋਕਾਂ ਦੇ ਅੰਦਰ ਇਸ਼ੂ ਨਹੀਂ ਸੀ ਇਹ। ਪਰ ਜਿੱਥੇ ਜਿੱਥੇ ਜਥੇਬੰਦੀ ਹਿੱਸਿਆਂ ਨੇ ਚੇਤਨੇ ਹਿੱਸਿਆਂ ਨੇ ਕੋਸ਼ਿਸ਼ਾਂ ਕੀਤੀਆਂ, ਯਤਨ ਕੀਤੇ, ਉੱਥੇ ਇਹ ਇਸ਼ੂ ਬਣਿਆ। ਉਹਨਾਂ ਹਿੱਸਿਆਂ 'ਚ ਚਾਹੇ ਉਹ ਲਾਮਬੰਦੀ ਦੀ ਸਮਰੱਥਾ ਥੋੜੀ ਹੈ, ਥੋੜੀਆਂ ਪੌਕਟਾਂ 'ਚ, ਥੋੜੇ ਪਿੰਡਾਂ 'ਚ ਹੈ, ਪਰ ਉਹ ਜਿਉਂ-ਜਿਉਂ ਜਿਵੇਂ ਪੰਜਾਬ ਦੀ ਇਹਨਾਂ ਵਾਲੇ ਸਾਥੀਆਂ ਨਾਲ ਤਜਰਬਾ ਮਤਲਬ ਉਹਨਾਂ ਨੇ ਸ਼ੇਅਰ ਕੀਤਾ ਤਾਂ ਉਹਦੇ ਤੋਂ ਪਤਾ ਲੱਗਦਾ ਵੀ ਜਦੋਂ ਉਹ ਲੈ ਕੇ ਗਏ ਇਹ ਪ੍ਰਚਾਰ ਵੀ PDS ਦਾ ਫਰਕ ਕੀ ਪੈਣਾ, ਆਪਣੇ ਰਾਸ਼ਨ ਜਿਹੜਾ ਡੀਪੂਆਂ ਤੇ ਆਉਂਦਾ ਆਪਾਂ ਨੂੰ ਅਨਾਜ ਮਿਲਦਾ ਉਹ ਬੰਦ ਹੋ ਜਾਣਾ, ਜਾਂ ਜਿਹੜਾ ਮਤਲਬ ਪੱਲੇਦਾਰਾਂ ਦਾ ਕੰਮ ਕਿਵੇਂ ਜਾਣਾ, ਖੇਤਾਂ 'ਚੋਂ ਕੰਮ ਜਾਣਾ, ਉਦੋਂ ਉਹਨਾਂ ਨੇ ਫਿਰ ਕੁਛ ਲਾਮਬੰਦੀ ਹੋਈ ਹੈ ਉਹਨਾਂ ਦੀ। ਪਰ ਇਹਨੂੰ ਅਸੀਂ ਐਂ ਕਹਿ ਸਕਦੇ ਹਾਂ ਵੀ ਹਾਲੇ ਇਹ ਲਾਮਬੰਦੀ ਚੇਤਨ ਤੇ ਜਥੇਬੰਦ ਜਿਹੜੇ ਹਿੱਸੇ ਆ ਉਹਨਾਂ ਦੇ ਵੀ ਇੱਕ ਹਿੱਸੇ ਤੱਕ ਹੀ ਸੀਮਤ ਹੈ। ਇਹ ਹਾਲੇ ਆਪਣੇ ਆਪ 'ਚ ਬਹੁਤ ਵੱਡਾ ਵਰਤਾਰੇ ਦੇ ਰੂਪ 'ਚ ਸਾਹਮਣੇ ਨਹੀਂ ਆਈ, ਪਰ ਅਸੀਂ ਇਹਨੂੰ ਐਂ ਕਹਿ ਸਕਦੇ ਹਾਂ ਵੀ ਇੱਕ ਇਹੋ ਜਿਹਾ ਬੱਖੀ ਪਹਿਲੂ ਹੈ ਜਿਹਨੂੰ ਹੋਰ ਤਕੜਾ ਕੀਤਾ ਜਾਣਾ ਚਾਹੀਦਾ, ਜਿਹਨੂੰ ਹਾਲੇ ਹੋਰ ਅਗਾਸਾ ਦੇਣਾ ਚਾਹੀਦਾ। ਦੂਸਰਾ ਪੱਖ ਦੇ ਵਿੱਚ ਹੈਗਾ ਸ਼ਾਂਤੀ ਮਜ਼ਦੂਰਾਂ ਦਾ। ਦੇਖੋ ਮੁਲਕ ਦੇ ਅੰਦਰ ਜਦੋਂ ਵੀ ਕੋਈ ਹਕੂਮਤਾਂ ਦੇ ਨਾਲ ਲੋਕਾਂ ਨੇ ਜਦੋਂ ਭੇੜ ਪੈਂਦੇ ਆ ਜਾਂ ਟੱਕਰਾਂ ਲੈਣੀਆਂ, ਜਾਂ ਖਾਸ ਕਰਕੇ ਤੁਸੀਂ ਕਹਾਂਗੇ ਨਵੀਆਂ ਆਰਥਿਕ ਨੀਤੀਆਂ ਦੇ ਹਮਲੇ ਦੇ ਖਿਲਾਫ ਜੇ ਮੁਲਕ ਵਿਆਪੀ ਲੋਕਾਂ ਦਾ ਕੋਈ ਅੰਦੋਲਨ ਬਣਨਾ ਤਾਂ ਉਹਦੇ ਵਿੱਚ ਕਿਸਾਨੀ ਦੇ ਨਾਲ ਕਿਸਾਨ ਦੀ ਖੇਤ ਮਜ਼ਦੂਰਾਂ ਦੀ ਮੌਜੂਦਗੀ ਹੈ ਜਿਹੜੀ ਉਹਨਾਂ ਦੀ ਸਾਂਝ ਹੈ, ਇਹਨਾਂ ਦਾ ਸਾਂਝਾ ਸੰਘਰਸ਼ ਹੈ, ਇਹਦਾ ਬਹੁਤ ਵੱਡਾ ਰੋਲ ਬਣਨਾ। ਇਸ ਪੱਖ ਤੋਂ ਸਨਅਤੀ ਮਜ਼ਦੂਰਾਂ ਦੇ ਨਾਲ ਸਾਂਝ ਬਣਾਉਣ ਦੀ ਕੋਸ਼ਿਸ਼ ਪ੍ਰਗਟ ਹੋਈ ਹੈ। ਪਹਿਲਾਂ ਵੀ 26 ਨਵੰਬਰ ਨੂੰ ਜਦੋਂ ਪੰਜਾਬ ਤੋਂ ਦਿੱਲੀ ਗਏ ਆ ਉਦੋਂ ਆਪਣੇ ਆਪ ਦੇ ਵਿੱਚ ਇੱਕ ਤਾਲਮੇਲ ਐਕਸ਼ਨ ਬਣ ਗਿਆ ਸੀ। ਉਹਨਾਂ ਨੇ ਸਨਅਤੀ ਮਜ਼ਦੂਰਾਂ ਦੀ ਹੜਤਾਲ ਹੈ ਜਿਹੜੀ ਉਹਨਾਂ ਉੱਥੇ 26 ਤਰੀਕ ਨੂੰ ਹੋਈ। ਉਸ ਤੋਂ ਬਾਅਦ ਭਾਰਤ ਬੰਦ ਦੇ ਐਕਸ਼ਨ ਵੀ ਜਿਹੜਾ 9 ਦਸੰਬਰ ਨੂੰ ਹੋਇਆ ਉਹਦੇ ਵਿੱਚ ਉਹਨਾਂ ਨੇ ਪਾਰਟੀਸਪੇਟ ਕੀਤਾ। ਹੁਣ ਜਿਹੜਾ ਆਪਣਾ 26 ਅਪ੍ਰੈਲ ਦਾ ਆਪਣਾ 26 ਮਾਰਚ ਦਾ ਭਾਰਤ ਬੰਦ ਹੋਇਆ ਜਿਹੜਾ ਤੇ ਉਸ ਤੋਂ ਪਹਿਲਾਂ ਜਿਹੜਾ 15 ਨੂੰ ਨਿੱਜੀਕਰਨ ਵਿਰੋਧੀ ਦਿਨ ਮਨਾਇਆ ਗਿਆ। ਇਹ ਦੋ ਇਹੋ ਜਿਹੇ ਮੌਕੇ ਬਣੇ ਆ ਜਦੋਂ ਇਹ ਸਾਂਝ ਪਹਿਲਾਂ ਨਾਲੋਂ ਹੋਰ ਅਚੇਰੇ ਪੱਧਰ ਤੇ ਪ੍ਰਗਟ ਹੋਈ ਹੈ। ਖਾਸ ਕਰਕੇ ਜਿਹੜਾ ਖੇਤੀ ਕਾਨੂੰਨਾਂ ਦੇ ਨਾਲ ਇੱਕੋ ਸਮੇਂ ਦੋ ਵੱਡੇ ਹਮਲੇ ਆ, ਇੱਕ ਪਾਸੇ
ਖੇਤੀ ਕਾਨੂੰਨਾਂ ਦਾ ਹਮਲਾ, ਸਰਕਾਰੀ ਮੰਡੀਕਰਨ ਢਾਂਚੇ ਦੀ ਤਬਾਹੀ ਦਾ ਹਮਲਾ ਜੀ, ਤੇ ਦੂਜੇ ਪਾਸੇ ਨਾਲ ਸੰਤੀ ਮਜ਼ਦੂਰਾਂ ਦੇ ਉੱਤੇ ਜਿਹੜਾ ਉਹਨਾਂ ਦੇ ਕਿਰਤ ਕਾਨੂੰਨਾਂ ਦੇ ਉੱਤੇ ਹਮਲਾ ਲੇਬਰ ਕੋਡ ਲਿਆਉਣ ਦੀ ਸ਼ਕਲ ਦੇ ਵਿੱਚ ਹੋਇਆ। ਬਣਦਾ ਤਾਂ ਇਹ ਸੀ, ਦੇਖੋ ਲਹਿਰ ਦੀ ਲੋੜ ਇਹ ਹੈ ਵੀ ਇਹਨਾਂ ਦੋਹਾਂ ਦੀ ਬਹੁਤ ਨੇੜਲੀ ਸਾਂਝ ਬਣੇ ਤੇ ਇਹ ਦੋਨਾਂ ਕਾਨੂੰਨਾਂ ਦੀ ਮੰਗ ਨੂੰ ਲੈ ਕੇ ਸਾਂਝਾ ਸੰਘਰਸ਼ ਲੜਿਆ ਜਾਵੇ। ਪਰ ਇਹ ਗੱਲ ਠੀਕ ਹੈ ਵੀ ਹਾਲੇ ਲਹਿਰ ਇਸ ਪੱਧਰ ਤੇ ਨਹੀਂ ਪਹੁੰਚੀ। ਹਾਲੇ ਕਿਸਾਨ ਜਨਤਾ ਦੇ ਤੇ ਸੰਧੀ ਮਜ਼ਦੂਰਾਂ ਦੀ ਜਨਤਾ ਦੇ ਉਹਨਾਂ ਦੇ ਆਪਸੀ ਸਰੋਕਾਰ, ਆਪਸੀ ਸਾਂਝਾ ਇਸ ਪੱਧਰ ਤੇ ਵਿਕਸਿਤ ਨਹੀਂ ਹੋਈਆਂ। ਪਰ ਇਹ ਵਿਕਸਿਤ ਕਰਨੀਆਂ, ਇਹਨਾਂ ਨੂੰ ਆਪਸ ਵਿੱਚ ਸਾਂਝ ਮਜ਼ਬੂਤ ਕਰਨੀ, ਇਹ ਲੀਡਰਸ਼ਿਪਾਂ ਦਾ ਕੰਮ ਹੈ, ਲੀਡਰਸ਼ਿਪਾਂ ਦਾ ਰੋਲ ਹੈ। ਇਸ ਪੱਖ ਤੋਂ ਜਿੰਨੇ ਕੁ ਵੀ ਯਤਨ ਹੋਏ ਆ ਉਹ ਸਰਾਹੁਣਯੋਗ ਹੈ। ਪਰ ਹਾਲੇ ਇਹ ਯਤਨ ਪੂਣੇ ਹੈ, ਇਹ ਕਮਜ਼ੋਰ ਹੈ, ਥੋੜੇ ਆ, ਇਹਨਾਂ ਨੂੰ ਤਕੜੇ ਕਰਨ ਦੀ ਲੋੜ ਹੈ। ਖਾਸ ਕਰਕੇ ਨਿੱਜੀਕਰਨ ਵਿਰੋਧੀ ਦਿਨ ਮਨਾਉਣਾ, ਹੁਣ ਤਾਂ ਦੇਖੋ ਮਾਹੌਲ ਪੱਖੋਂ ਤਾਂ ਇਹ ਹੈ ਵੀ ਉਹਨਾਂ ਦਿਨਾਂ 'ਚ ਹੀ ਬੈਂਕ ਵਾਲਿਆਂ ਨੇ ਹੜਤਾਲ ਕੀਤੀ ਹੈ, ਉਹਨਾਂ ਦਿਨਾਂ 'ਚ ਉਸ ਤੋਂ ਬਾਅਦ ਸੰਧੀ ਮਜ਼ਦੂਰਾਂ ਨੇ ਐਕਸ਼ਨ ਕੀਤਾ, ਖੇਤ ਮਜ਼ਦੂਰ, ਕਿਸਾਨ। ਕਿਉਂ ਤਾਂ ਜਿਹੜਾ ਮੁਲਕ ਦੇ ਅੰਦਰ ਇੱਕ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਇੱਕ ਵਿਆਪਕ ਦ੍ਰਿਸ਼ ਹੈ ਜਿਹੜਾ ਸਮਾਜ ਦੇ ਵੱਖ-ਵੱਖ ਮਿਹਨਤੀ ਤਬਕਿਆਂ ਦਾ ਇਹਨਾਂ ਨਵੀਆਂ ਨੀਤੀਆਂ ਦੇ ਹੱਲੇ ਦੇ ਖਿਲਾਫ, ਖਾਸ ਕਰਕੇ ਜਿਹਨੂੰ ਇਹ ਨਿੱਜੀਕਰਨ, ਸੰਸਾਰੀਕਰਨ, ਵਪਾਰੀਕਰਨ ਦੀਆਂ ਨੀਤੀਆਂ ਦਾ ਨਾਂ ਦਿੰਦੇ ਆ, ਉਹਦੇ ਖਿਲਾਫ ਇਕਜੁੱਟ ਰੋਸ ਪ੍ਰਗਟ ਹੋਇਆ। ਇਹਨੂੰ ਹੋਰ ਵੱਧ ਇਕਜੁੱਟ ਕਰਨ ਦੀ ਲੋੜ ਹੈ। ਇਸ ਪੱਖੋਂ ਕਿਸਾਨ ਸੰਘਰਸ਼ ਦੀ ਪ੍ਰਾਪਤੀ ਹੈ ਵੀ ਇੱਧਰ ਨੂੰ ਗੱਲ, ਇਹਦੇ ਨਾਲ ਬਾਕੀ ਤਬਕਿਆਂ ਦੇ ਸਰੋਕਾਰ ਹੈ ਜਿਹੜੇ ਉਹ ਜੁੜਨੇ ਸ਼ੁਰੂ ਹੋਏ ਆ। ਇਹ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਹੋਰ ਜੋੜਨਾ, ਹੋਰ ਨੇੜੇ ਲਿਆਉਣਾ, ਖਾਸ ਕਰਕੇ ਤਾਲਮੇਲਮੀ ਐਕਸ਼ਨਾਂ ਦੀ ਸ਼ਕਲ ਦੇ ਵਿੱਚ ਵੀ ਸੰਤੀ ਮਜ਼ਦੂਰਾਂ ਦੀ ਮੰਗ ਹੈ ਉਹ ਵੀ ਐਕਸ਼ਨ ਕਰਦੇ ਆ, ਉਸੇ ਦਿਨ ਕਿਸਾਨ ਇਸ ਤੇ ਐਕਸ਼ਨ ਕਰਨ, ਉਹਨਾਂ ਨਾਲ ਵੱਧ ਤੋਂ ਵੱਧ ਤਾਲਮੇਲ ਕਰਨ। ਹੁਣ ਮਈ ਦਿਵਸ ਆਉਂਦਾ, 1 ਮਈ ਹੈ, ਜਿੱਥੇ ਇਹ ਦਿੱਲੀ 'ਚ ਮੋਰਚੇ ਲੱਗੇ ਹੋਏ ਆ, ਉਹ ਥਾਵਾਂ ਵੀ ਵਿਸ਼ੇਸ਼ ਕਰਕੇ ਗੁੜਗਾਉਂ, ਮਾਨੇਸਰ ਵਾਲੀ ਬੈਲਟ ਹੈ ਜਿਹੜੀ, ਉਸ ਬੈਲਟ ਦੇ ਵਿੱਚ ਸੰਤੀ ਮਜ਼ਦੂਰ ਹੈਗੇ ਆ ਦਿੱਲੀ 'ਚ, ਇਦੋਂ ਬਿਨਾਂ ਮੁਲਕ ਭਰ ਦੇ ਵਿੱਚ ਵੀ ਇਹ ਦਿਹਾੜਾ ਜਿਹੜਾ ਹੈਗਾ 1 ਮਈ ਦਾ, ਉਹ ਮਜ਼ਦੂਰਾਂ ਨੇ ਤਾਂ ਮਨਾਉਣਾ ਹੀ ਮਨਾਉਣਾ ਹੈ ਆਪਣੇ ਜਿਹੜੇ ਲੇਬਰ ਕੋਡ ਦੇ ਖਿਲਾਫ, ਜਿਹੜੇ ਕਿਰਤ ਕਾਨੂੰਨਾਂ ਦੇ ਛਾਂਗਣ ਦੇ ਖਿਲਾਫ, ਤੇ ਕਿਸਾਨਾਂ ਨੂੰ ਵੀ ਉਹਨਾਂ ਦੇ ਨਾਲ ਰਲ ਕੇ ਜਿਹੜਾ ਉਹ ਮਈ ਦਿਨ ਦੇ ਉੱਤੇ ਜਿਹੜਾ ਇਹ ਨਵੀਆਂ ਨੀਤੀਆਂ ਦਾ ਹਮਲਾ, ਇਹਦੇ ਖਿਲਾਫ ਸਾਂਝੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਗੱਲ ਦੀ ਲੋੜ ਹੈ ਸੰਘਰਸ਼ ਨੂੰ ਅੱਗੇ ਤਕੜਾਈ ਦੇਣ ਵਾਸਤੇ। ਬਿਲਕੁਲ ਸਾਥੀ ਜੀ, ਇਹਦੇ ਨਾਲ ਮਿਲਦਾ ਜੁਲਦਾ ਹੀ ਸਵਾਲ ਹੈ। ਤੁਸੀਂ ਗੱਲ ਕੀਤੀ ਜਿਹੜੀ ਬਰਨਾਲੇ ਦੀ ਰੈਲੀ, ਲੁਧਿਆਣੇ ਵਾਲੀ ਰੈਲੀ, ਬਠਿੰਡੇ ਵਾਲੀ ਰੈਲੀ, ਸੋ ਇਹ ਵੀ ਸਵਾਲ ਵਿੱਚ ਉੱਠਿਆ ਸੀਗਾ ਜਿਹੜਾ ਵਿਰੋਧੀ ਧਿਰਾਂ ਵੱਲੋਂ, ਖਾਸ ਕਰਕੇ ਕਿ ਪੰਜਾਬ ਨੂੰ, ਦਿੱਲੀ ਨੂੰ ਛੱਡ ਕੇ ਹੁਣ ਪੰਜਾਬ ਭੱਜ ਗਏ ਨੇ। ਇੱਕ ਜਥੇਬੰਦੀਆਂ ਨੂੰ ਕਿਉਂ ਲੋੜ ਪਈ ਕਿ ਵਾਪਸ ਪੰਜਾਬ ਦੇ ਵਿੱਚ ਜਾ ਕੇ ਵੀ ਇਹ ਜਿਹੜੀਆਂ ਰੈਲੀਆਂ ਜਿਹੜੀਆਂ ਇਹ ਕੀਤੀਆਂ ਜਾਣ? ਹਾਂਜੀ, ਦੇਖੋ ਜਿੰਨਾ ਮੈਂ ਜਾਣਦਾ ਇਸ ਸੰਘਰਸ਼ ਨੂੰ ਜਾਂ ਜਿੰਨਾ ਕੁ ਮੈਂ ਇਹਦੇ ਨਾਲ ਜੁੜਿਆ ਹੋਇਆ, ਉੱਥੇ ਦੇਖੋ ਹਾਲਤ ਇਹ ਬਣੀ ਹੈ ਵੀ ਜਿਹੜਾ 26 ਜਨਵਰੀ ਤੋਂ ਮਗਰੋਂ ਦੀ ਜਿਹੜੀ ਡਿਵੈਲਪਮੈਂਟ ਹੋਈ, ਉਹਦੇ 'ਚ ਵਿਸ਼ੇਸ਼ ਗੱਲ ਇਹ ਸੀਗੀ ਵੀ ਇੱਕ ਤਰ੍ਹਾਂ ਉਹ ਗੱਲ ਮੁੜ ਉਭਰਨ 'ਚ, ਐਂ ਕਹਿ ਲਓ ਵੀ ਕਿਸਾਨ ਮੋਰਚਿਆਂ ਦੇ ਮੁੜ ਤਾੜੇ ਆਉਣ 'ਚ ਇਸ ਗੱਲ ਦਾ ਰੋਲ ਬਣਿਆ ਵੀ ਵੱਡੀ ਪੱਧਰ ਤੇ ਯੂਪੀ ਦੇ, ਪੱਛਮੀ ਯੂਪੀ ਦੇ ਅੰਦਰ ਤੇ ਹਰਿਆਣੇ ਦੇ ਅੰਦਰ ਕਿਸਾਨਾਂ ਦੀਆਂ ਜਿਹੜੀਆਂ ਮਹਾਪੰਚਾਇਤਾਂ ਹੋਈਆਂ, ਮਹਾਪੰਚਾਇਤਾਂ ਵੱਲੋਂ ਉੱਥੇ ਜਿਹੜਾ ਮਤਲਬ ਜਾਟ ਭਾਈਚਾਰਾ ਜਿਹੜੀ ਫੋਰਮ 'ਚ ਆਪਣੀ ਗੈਦਰਿੰਗ ਕਰਦਾ, ਉਹਨੂੰ ਨਾਂ ਦੇ ਦਿੰਦੇ ਆਪਾਂ ਪੰਜਾਬ ਦੇ ਅੰਦਰ ਮੁਕਾਬਲਤਨ ਜਿਹੜੀ ਜਨਤਕ ਮੂਵਮੈਂਟ ਹੈ, ਉਹਦੇ ਪ੍ਰੋਗਰੈਸਿਵ ਜਿਹੜੇ ਐਲੀਮੈਂਟ ਆ ਉਹ ਵੱਧ ਡਿਵੈਲਪਡ ਹੋਏ ਆ, ਇਸ ਵੱਧ ਵਿਕਸਿਤ ਹੈ, ਜਿਹਦੇ ਕਰਕੇ ਉਹਨਾਂ ਨੂੰ ਚਲੋ ਆਪਾਂ ਇੱਥੇ ਪੰਜਾਬ 'ਚ ਉਹਨਾਂ ਨੂੰ ਰੈਲੀਆਂ ਕਿਹਾ, ਮਹਾਂ ਰੈਲੀਆਂ ਕਿਹਾ। ਉਹਦੇ 'ਚ ਇਸ ਗੱਲ ਦੀ ਮਹੱਤਵ ਸੀਗਾ ਵੀ ਜੇ ਉਹ ਮੋਬਿਲਾਈਜੇਸ਼ਨਾਂ ਜਿਹੜੀਆਂ ਇਹ ਹੋਈਆਂ, ਇਹ ਲੋਕਾਂ ਦੀਆਂ ਲਾਮਬੰਦੀਆਂ ਦਾ ਇੱਕ ਰੂਪ ਸੀ, ਇੱਕ ਪ੍ਰਗਟਾਵਾ ਹੈ। ਇਹ ਇਸ ਪੱਖ ਤੋਂ ਵੀ ਮਹੱਤਵ ਰੱਖਦਾ ਵੀ ਜੇ ਕੋਈ ਕਹੇ ਵੀ ਹੁਣ ਭਲਾ ਦਿੱਲੀ 'ਚ ਕਹਿ ਦਿੰਦੇ ਆ ਆਪਾਂ ਵੀ ਲੱਖਾਂ ਕਿਸਾਨ ਬੈਠੇ ਜੀ, ਪਰ ਇਸ ਸਾਰੇ ਖਿੱਤੇ ਦੀ ਆਬਾਦੀ ਤਾਂ ਕਰੋੜਾਂ ਦੀ ਹੈ, ਕਿਸਾਨੀ ਦੀ ਕਈ ਕਰੋੜਾਂ ਦੀ, ਇਸ ਸਾਰੀ ਆਬਾਦੀ ਦੀ ਸ਼ਮੂਲੀਅਤ ਦਿੱਲੀ ਮੋਰਚਿਆਂ ਤੇ ਹੋ ਹੀ ਨਹੀਂ ਸਕਦੀ, ਕਿਉਂ ਸੰਭਵ ਹੀ ਨਹੀਂ ਹੁੰਦਾ। ਵੈਸੇ ਵੀ ਜੇ ਤੋਂ ਪਹਿਲਾਂ ਆਪਾਂ ਗੱਲ ਕਰੀਏ ਵੀ ਪੰਜਾਬ ਸੰਘਰਸ਼ ਦਾ ਦਿੱਲੀ ਮੋਰਚਾ ਤਾਂ ਸੰਘਰਸ਼ ਦੀ ਇੱਕ ਸ਼ਕਲ ਹੈ ਇਸ ਵੇਲੇ, ਉਹ ਉੱਚਤਮ ਸ਼ਕਲ ਹੈ ਇਸ ਵੇਲੇ, ਜਿਹਦਾ ਸਭ ਤੋਂ ਵੱਧ ਦਬਾਅ ਬਣਿਆ ਹੋਇਆ, ਪਰ ਸਾਰਾ ਕੁਝ ਹੀ ਦਿੱਲੀ ਮੋਰਚੇ ਰਾਹੀਂ ਹਾਸਲ ਹੋਣਾ, ਇਹ ਥਿੰਕਿੰਗ ਵੀ ਠੀਕ ਨਹੀਂ ਹੈ। ਉਹਦਾ ਆਪਦਾ ਵਜਨ ਹੈ, ਉਹਦਾ ਆਪਦਾ ਜ਼ੋਰ ਹੈ। ਪਰ ਜਿਵੇਂ ਹੁਣ ਪੰਜਾਬ ਦੇ ਅੰਦਰ 40 ਤੇ ਲਗਭਗ 100 ਤੋਂ ਉੱਪਰ ਥਾਵਾਂ ਦੇ ਉੱਤੇ ਇਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਇਹ ਸ਼ਾਪਿੰਗ ਮਾਲ, ਟੋਲ ਪਲਾਜ਼ੇ ਤੇ ਜਿਹੜੇ ਇਸ ਤਰ੍ਹਾਂ ਦੇ ਆਪਣੇ ਗੋਦਾਮ ਵਗੈਰਾ ਅਡਾਨੀ ਹੋਰਾਂ ਦੇ ਰੋਕੇ ਹੋਏ ਆ, ਇਹ ਇੱਕ ਸੰਘਰਸ਼ ਦੀ ਫਾਰਮ ਹੈ। ਬਿਲਕੁਲ, ਜਿਹੜੀ ਇਹ ਫਰਵਰੀ ਤੇ ਮਾਰਚ ਦਾ ਮਹੀਨਾ ਪੰਚਾਇਤਾਂ ਦਾ ਦੌਰ ਚੱਲਿਆ, ਇਹਨੇ ਇੱਕ ਤਰ੍ਹਾਂ ਜਿਹੜੀ ਬੀਜੇਪੀ ਪਹਿਲਾਂ ਅਫੈਂਸ ਤੇ ਆਈ ਸੀਗੀ
26 ਜਨਵਰੀ ਤੋਂ ਜੀ ਦੇ ਜਸਟ ਮਗਰੋਂ ਦੇ ਦਿਨ ਆ ਜਿਹੜੇ ਇੱਕ ਤਰ੍ਹਾਂ ਉਹਨੂੰ ਬੈਕਫੁੱਟ ਤੇ ਧੱਕ ਤੇ ਇਹਨੂੰ ਬੈਕਫੁੱਟ ਤੇ ਧੱਕਣ ਤੇ ਇਹਨਾਂ ਪੰਚਾਇਤਾਂ ਦਾ ਰੋਲ ਹੈ। ਵੈਸੇ ਵੀ ਜੇ ਕੋਈ ਐ ਸੋਚਦਾ ਨਾ ਵੀ ਦਿੱਲੀ ਮੋਰਚੇ ਇਹਨਾਂ ਪੰਚਾਇਤਾਂ ਨਾਲ ਦਿੱਲੀ ਮੋਰਚੇ ਕਮਜ਼ੋਰ ਹੁੰਦੇ ਆ, ਇਹ ਵੈਸੇ ਹੀ ਜਿਹਨੂੰ ਅਸੀਂ ਕਵਾਂਗੇ ਵੀ ਜਿਹਨੂੰ ਜਿਹੜੇ ਸੰਘਰਸ਼ ਕਰਨ ਦੀ ਜਾਂ ਲਾਮਬੰਦੀਆਂ ਦੀ ਜਾਂ ਸੰਘਰਸ਼ ਚਲਾਉਣ ਬਾਰੇ ਇਹਦਾ ਮਤਲਬ ਠੀਕ ਨਜ਼ਰੀਆ ਨਹੀਂ ਹੈ ਜੇ ਕੋਈ ਆਉਂ ਸੋਚਦਾ। ਕਿਉਂਕਿ ਜੇ ਦਿੱਲੀ ਮੋਰਚੇ ਲੱਗੇ ਹੋਏ ਆ, ਦਿੱਲੀ ਮੋਰਚੇ ਕਾਹਦੇ ਸਿਰ ਤੇ ਆ? ਪੰਜਾਬ ਦੇ ਅੰਦਰ ਲਾਮਬੰਦੀ ਚੱਲਦੀ ਹੈ, ਇਹਦੇ ਸਿਰ ਤੇ ਹੈ ਦਿੱਲੀ ਮੋਰਚੇ। ਬਿਲਕੁਲ ਬਿਲਕੁਲ ਸਟੇਟਾਂ ਦੇ ਵਿੱਚ ਲਾਮਬੰਦੀ ਹੁੰਦੀ ਹੈ ਤੇ ਇਹ ਇੱਕ ਲਾਮਬੰਦੀ ਕੋਈ ਇਹੋ ਜਿਹੀ ਚੀਜ਼ ਥੋੜਾ ਹੈਗੀ ਵੀ ਤੁਸੀਂ ਲੋਕਾਂ ਨੂੰ ਇੱਕ ਵਾਰੀ ਕਾਲ ਦੇ ਦਿਓ ਜਾ ਕੇ ਬੈਠ ਗਏ ਭਲਾ ਕੀ ਵਾਪਰਦਾ। ਇਹ ਰੈਲੀਆਂ ਦੇ ਦੋ, ਮੈਂ ਤਾਂ ਐਂ ਕਹੂੰਗਾ ਵੀ ਇਹਨਾਂ ਰੈਲੀਆਂ ਨੇ ਦੋ ਕੰਮ ਕੀਤੇ। ਇੱਕ ਕੰਮ ਇਹਨਾਂ ਨੇ ਕੀਤਾ ਪੰਜਾਬ ਮਤਲਬ ਇਹਨਾਂ ਸਟੇਟਾਂ ਦੇ ਅੰਦਰ ਸ਼ਕਤੀ ਪ੍ਰਦਰਸ਼ਨ ਬਣੀਆਂ ਇਹ ਰੈਲੀਆਂ, ਇਹਦਾ ਇੱਕ ਪੱਖ ਹੈ। ਮੋਦੀ ਹਕੂਮਤ ਨੂੰ ਵੱਡੀਆਂ ਲਾਮਬੰਦੀਆਂ ਨੇ, ਹੁਣ ਪੱਛਮੀ ਯੂਪੀ ਦੇ ਵਿੱਚ ਤਾਂ ਇੱਕ ਤਰ੍ਹਾਂ ਕਾਫੀ ਨਖੇੜੇ ਦੀ ਹਾਲਤ 'ਚ ਜਾਣਾ ਪਿਆ ਬੀਜੇਪੀ ਨੂੰ, ਉਹ ਇਹਨਾਂ ਰੈਲੀਆਂ ਦਾ ਰੋਲ ਸੀ। ਹੁਣ ਕਈ ਪੰਜਾਬ ਦੇ ਅੰਦਰ ਮਤਲਬ ਮੈਂ ਕਈ ਲੀਡਰਾਂ ਦੀਆਂ ਸਟੇਟਮੈਂਟਾਂ ਵੀ ਦੇਖੀਆਂ ਵੀ ਪੰਜਾਬ ਤਾਂ ਪਹਿਲਾਂ ਹੀ ਲਾਮਬੰਦ, ਇੱਥੇ ਰੈਲੀਆਂ ਦੀ ਕੀ ਲੋੜ ਹੈ? ਵੀ ਲਾਮਬੰਦੀ ਕੋਈ ਆਪਦੇ ਆਪ ਦੇ ਵਿੱਚ ਇਹੋ ਜਿਹੀ ਚੀਜ਼ ਥੋੜਾ ਵੀ ਇੱਕ ਵਾਰੀ ਕਰਤੀ ਸੀ, ਜਿਹੜੇ ਧਰਨੇ ਚੱਲ ਰਹੇ ਠੀਕ ਉਹ ਤਾਂ ਚੱਲ ਰਹੇ ਆ। ਲਾਮਬੰਦੀ ਦੀ ਲੋੜ ਸ਼ਕਤੀ ਪ੍ਰਦਰਸ਼ਨ ਹੁਣ ਜਿਹਨੂੰ ਪਹਿਲਾਂ ਨਹੀਂ ਸਮਝ ਆਉਂਦੀ ਸੀ ਸ਼ਾਇਦ ਉਹ ਬਰਨਾਲੇ ਵਾਲੀ ਰੈਲੀ ਦੇ ਮਗਰੋਂ ਸਮਝ ਸਕਦਾ ਵੀ ਬਰਨਾਲੇ ਦੇ ਅੰਦਰ 2 ਲੱਖ ਦੇ ਹੋਏ ਇਕੱਠ ਨੇ ਪੰਜਾਬ ਦੇ ਲੋਕਾਂ ਦੇ ਮੂਡ ਨੂੰ ਅੱਪ ਕਰਨ 'ਚ ਕੀ ਰੋਲ ਨਿਭਾਇਆ। ਤੇ ਉਸ ਤੋਂ ਅੱਗੇ ਵੱਡੀ ਗੱਲ ਇਹ ਸੀ ਵੀ ਇਹਨੇ ਇਸ ਨੈਰੇਟਿਵ ਨੂੰ ਜਿਹੜਾ ਬਣਾਇਆ ਹੋਇਆ ਸੀ ਵੀ ਚਾਹੇ ਉਹਨੂੰ ਨੌਜਵਾਨ ਵਰਸਸ ਕਿਸਾਨ ਲੀਡਰਸ਼ਿਪ, ਚਾਹੇ ਕਾਮਰੇਡ ਵਰਸਸ ਸਿੱਖ ਬਣਾਤਾ, ਚਾਹੇ ਇਹ ਬਣਾਤਾ ਵੀ ਹੁਣ ਦੇ ਵਿੱਚ ਹੈ, ਉਸ ਚੀਜ਼ ਦੇ ਉੱਤੇ ਸੱਟ ਮਾਰਨ ਦਾ ਰੋਲ ਵੀ ਅਦਾ ਕੀਤਾ। ਹੁਣ ਜੇ ਅਸੀਂ ਇਹ ਬਰਨਾਲੇ ਦੀ ਮਹਾਰੈਲੀ ਦੀ ਗੱਲ ਕਰੀਏ, ਅਸੀਂ 21 ਮਾਰਚ ਦੇ ਸਨਾਮ ਦੇ ਇਕੱਠ ਦੀ ਗੱਲ ਕਰੀਏ, ਇਹ ਤੋਂ ਬਿਨਾਂ ਅੱਡ ਥਾਵਾਂ ਦੇ ਪਹਿਲਾਂ ਜਗਰਾਉਂ ਦੇ ਵਿੱਚ ਵੀ ਹੋਈ। ਚਲੋ ਇਹਨਾਂ ਸਾਰਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਅਸੀਂ ਐ ਕਹੀਏ ਵੀ ਜਿਹੜੇ ਬਰਨਾਲੇ ਦਾ ਇਕੱਠ ਸੀਗਾ ਉਹ ਬਹੁਤ ਵੱਡਾ ਸੀ ਆਪਣੇ ਆਪ ਦੇ ਵਿੱਚ, ਇਸ ਪੱਖੋਂ ਦਾ ਮਹੱਤਵ ਸੀ, ਦੂਜਾ ਇਸ ਪੱਖੋਂ ਸੀ ਵੀ ਬਰਨਾਲੇ ਦੇ ਇਕੱਠ ਦੇ ਵਿੱਚ ਇੱਕ ਮਤਾ ਪਾਸ ਹੋਇਆ ਆਪਣਾ ਸਟੇਜ ਦੇ ਉੱਪਰ। ਉਸ ਮਤੇ ਦੇ ਵਿੱਚ 2 ਲੱਖ ਲੋਕਾਂ ਨੇ ਬਾਹਾਂ ਖੜੀਆਂ ਕਰਕੇ ਉਸ ਮਤੇ ਰਾਹੀਂ ਇਹ ਕਿਹਾ ਵੀ ਅਸੀਂ ਇਸ ਕਿਸਾਨ ਸੰਘਰਸ਼ ਨੂੰ ਕਿਸੇ ਖਾਸ ਧਰਮ ਦਾ ਸੰਘਰਸ਼ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਖੜੇ ਹਾਂ। ਬਿਲਕੁਲ, ਅਸੀਂ ਇਸ ਸੰਘਰਸ਼ ਦੇ ਧਰਮ ਨਿਰਲੇਪ ਕਿਰਦਾਰ ਨੂੰ ਬਣਾਉਣ ਦੇ ਹਾਮੀ ਆ, ਉਹਦੀ ਉਸਾਰੀ ਕਰਨ ਦੇ ਹਾਮੀ ਆ। ਅਸੀਂ ਕਿਸੇ ਵੀ ਇਹੋ ਜਿਹੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ, ਨਾ ਅਸੀਂ ਇਸ ਅੰਦੋਲਨ ਦੇ ਵਿੱਚ ਮੌਕਾ ਪ੍ਰਸਤ ਸਿਆਸੀ ਪਾਰਟੀਆਂ ਜਿਹੜੀਆਂ ਇਹਨਾਂ ਨੂੰ ਘੁਸਪੈਠ ਕਰਨ ਦੀ ਇਜਾਜ਼ਤ ਦੇਵਾਂਗੇ। ਇਹ ਮਤਾ ਮੰਨ ਤੋਂ ਪੈਣਾ ਤੇ 2 ਲੱਖ ਲੋਕਾਂ ਵੱਲੋਂ ਬਾਹਾਂ ਖੜੀਆਂ ਕਰਕੇ ਇਹਨੂੰ ਪ੍ਰਵਾਨਗੀ ਦੇਣਾ, ਇਹਦਾ ਆਪਣੇ ਆਪ ਦੇ ਵਿੱਚ ਇਸ ਸੰਘਰਸ਼ ਦੇ ਅੱਗੇ ਵਧਣ ਦੇ ਵਿੱਚ, ਠੀਕ ਦਿਸ਼ਾ 'ਚ ਅੱਗੇ ਵਧਣ ਦੇ ਵਿੱਚ ਜਿਹੜੀ ਇਸ ਗੱਲੋਂ ਬਹੁਤ ਵੱਡਾ ਰੋਲ। ਜੇ ਅਸੀਂ ਐਂ ਕਹੀਏ ਵੀ ਗੈਦਰਿੰਗ ਆਪਣੇ ਆਪ 'ਚ ਸ਼ਕਤੀ ਪ੍ਰਦਰਸ਼ਨ ਸੀ, ਕਿਸ ਗੱਲ ਦਾ ਸ਼ਕਤੀ ਪ੍ਰਦਰਸ਼ਨ ਸੀ? ਉਹ ਇਸ ਗੱਲ ਦਾ ਸ਼ਕਤੀ ਪ੍ਰਦਰਸ਼ਨ ਸੀ ਵੀ ਇਹ ਲੋਕ ਸੰਘਰਸ਼ ਦੇ ਅੰਦਰ ਜਿਹੜੀਆਂ ਪਰਾਈਆਂ ਸੰਘਰਸ਼ ਤੋਂ ਤਾਕਤਾਂ, ਜਿਹੜੀਆਂ ਇਹਦਾ ਏਜੰਡਾ ਬਦਲਣਾ ਚਾਹੁੰਦੀਆਂ, ਜਿਹੜਾ ਇਹਦੇ ਨਾਅਰੇ ਬਦਲਣਾ ਚਾਹੁੰਦੀਆਂ, ਜਿਹੜਾ ਇਹਦਾ ਸਾਰਾ ਨਿਸ਼ਾਨਾ ਤਬਦੀਲ ਕਰਨਾ ਚਾਹੁੰਦੀਆਂ, ਲੋਕ ਉਹਦੇ ਖਿਲਾਫ ਖੜੇ ਆ। ਇਹ ਗੱਲ ਬਹੁਤ ਇਸ ਪੱਖੋਂ ਇਹਦਾ ਬਹੁਤ ਵੱਡਾ ਮਹੱਤਵ ਬਣਿਆ। ਇਸ ਕਰਕੇ ਇਹ ਜਿਹੜੀ ਵੀ ਇਹ ਸੋਚਣੀ ਹੈ ਵੀ ਪੰਜਾਬ ਅੱਡ ਥਾਵਾਂ ਤੇ ਲਾਮਬੰਦੀ ਦੀ ਰੈਲੀਆਂ ਦੀ ਲੋੜ ਨਹੀਂ, ਉਹ ਠੀਕ ਸੋਚਣੀ ਨਹੀਂ। ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਇੱਕ ਮੋਰਚਾ ਜਿੱਥੇ ਚੱਲਦਾ ਨਾ, ਉਹ ਏਰੀਆ ਦੇ ਅੰਦਰ ਕੋਈ ਮੀਟਿੰਗਾਂ ਰੈਲੀਆਂ ਗਰਾਊਂਡ ਦੇ ਉੱਤੇ ਕੁਛ ਹੋ ਰਿਹਾ ਹੁੰਦਾ ਜਿਹਦੇ ਕਰਕੇ ਉਹ ਮੋਰਚਾ ਚੱਲਦਾ। ਉਹ ਗਰਾਊਂਡ ਵਰਕ ਹੀ ਹੈ ਇਹ ਜਿਹੜੀਆਂ ਪੰਚਾਇਤਾਂ ਹੋ ਰਹੀਆਂ, ਜਿਹੜੀਆਂ ਲੋਕਾਂ ਦੇ ਅੰਦਰ ਚੇਤਨਾ ਦਾ ਸੰਚਾਰ ਵੀ ਕਰਦੀਆਂ, ਲੋਕਾਂ ਦੇ ਮੂਡ ਨੂੰ ਵੀ ਅਪ ਕਰਦੀਆਂ, ਲੋਕਾਂ ਦੀ ਜਥੇਬੰਦ ਤਾਕਤ ਨੂੰ ਮਜ਼ਬੂਤ ਵੀ ਕਰਦੀਆਂ ਤੇ ਹਕੂਮਤ ਨੂੰ ਇੱਕ ਤਰ੍ਹਾਂ ਦੇ ਉੱਤੇ ਲੋਕਾਂ ਤੋਂ ਨਖੇੜੇ ਦੀ ਹਾਲਤ ਵਿੱਚ ਛੱਡਦੀਆਂ। ਬਿਲਕੁਲ ਬਿਲਕੁਲ ਸਾਥੀ ਜੀ, ਬਿਲਕੁਲ ਤੁਸੀਂ ਇਸ਼ਾਰਾ ਥੋੜਾ ਜਿਹਾ ਉਸ ਅਗਲੇ ਟੌਪਿਕ ਬਾਰੇ ਕਰ ਹੀ ਦਿੱਤਾ ਖੁਦ ਹੀ, ਕਿਉਂਕਿ ਸਾਥੀ ਜੀ ਕੋਈ ਵੀ ਸੰਘਰਸ਼ ਜਾਂ ਇਹੋ ਜਿਹਾ ਵੱਡਾ ਸੰਘਰਸ਼ ਤੇ ਉਹਦੇ ਵਿੱਚ ਘੁਸਪੈਠ ਜਿਹੜੀ ਹੋਣੀ ਆ ਉਹ ਕੁਦਰਤੀ ਹੈ, ਇਹ ਬਸ ਇਵੇਂ ਹੀ ਹੈ। ਕਿਉਂਕਿ ਦੂਸਰੇ ਪਾਸੇ ਵੀ ਜਿਹੜੀ ਤਾਕਤ ਬੈਠੀ ਆ ਮੋਦੀ ਦੀ, ਉਹ ਵੀ ਘੱਟ ਨਹੀਂ ਹੈ, ਤਾਕਤਵਰ ਨੇ ਉਹ ਲੋਕ, ਅੰਬਾਨੀ ਅਡਾਨੀ ਦਾ ਉਹਨਾਂ ਨੂੰ ਪੂਰੀ ਬੈਕਿੰਗ ਹੈ ਆ। ਤੋ ਸਾਥੀ ਜੀ ਇਹਦੇ ਵਿੱਚ ਕਿਉਂਕਿ ਸ਼ਾਇਦ ਪੰਜਾਬ ਭਾਰਤ ਦੇ ਵਿੱਚ ਤੁਸੀਂ ਇਹਨਾਂ ਨਾਂ ਤੁਹਾਡਾ ਨਾਂ ਵਾ ਪੈਂਦਾ ਹੋਵੇ, ਪਰ ਇੱਕ ਗੱਲ ਅਸੀਂ ਦੱਸ ਸਕਦੇ ਨਿਊਜ਼ੀਲੈਂਡ ਬੈਠੇ ਜਾਂ ਹੋਰਨਾਂ ਮੁਲਕਾਂ ਤੋਂ ਵੀ ਪਤਾ ਲੱਗਦਾ ਹੈ ਕਿ ਜਿਹੜਾ ਬਾਹਰ ਜਿਹੜਾ ਆਪਣਾ ਭਾਈਚਾਰਾ, ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਬੈਠਾ ਆ, ਜਿਹੜੇ ਤੁਸੀਂ ਆਹ ਪਹਿਲਾਂ ਗੱਲ ਕੀਤੀ ਹੈ ਕਿ ਨੌਜਵਾਨ ਬਨਾਮ ਕਿਸਾਨ ਲੀਡਰਸ਼ਿਪ, ਸਿੱਖ ਬਨਾਮ ਕਾਮਰੇਡ, ਇਹ ਜਿਹੜੇ ਮਸਲੇ
ਮਤਲਬ ਜੇ ਆਪਾਂ ਉਗਰਾਹਾਂ ਦੀ ਐਗਜ਼ਾਮਪਲ ਲਈਏ, ਉਹ ਤੇ ਡੱਬ ਵਾਲੀ ਖਨੌਰੀ ਤੋਂ ਸ਼ੁਰੂ ਹੋ ਗਿਆ ਸੀ ਜਿੱਦਣ ਪੰਜਾਬ ਤੋਂ ਚੱਲੇ ਸੀ, ਔਰ ਪਰ ਉਗਰਾਹਾਂ ਨੇ ਘੱਟੋ ਘੱਟ ਇਹ ਐਕਸ਼ਨ ਜ਼ਰੂਰ ਲਿਆ ਵੀ ਜਿਹੜੇ ਇਹ ਘੁਸਪੈਠ ਕਰਨੇ ਵਾਲੇ ਸੀ ਉਹਨਾਂ ਨੂੰ ਲਾਗੇ ਨਹੀਂ ਲੱਗਣ ਦਿੱਤਾ। ਪਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਆ, ਉਹਨਾਂ ਦੀਆਂ ਕੁਛ ਆਪਸੀ ਕਮੀਆਂ ਕਾਰਨ ਇਹ ਘੁਸਪੈਠ ਜਿਹੜੀ ਸੀਗੀ ਉਹ 25 ਜਨਵਰੀ ਤੇ ਫਿਰ 26 ਜਨਵਰੀ ਨੂੰ ਜਾਣਦੇ ਆ ਵੀ ਕੀ ਕੁਛ ਹੋਇਆ। ਤੋ ਸਾਥੀ ਜੀ, ਇਹ ਜਿਹੜਾ ਵਰਤਾਰਾ ਹੈ ਜਾਂ ਇਹ ਜੋ ਹੋਇਆ, ਇਹਦੇ ਬਾਰੇ ਆਪਾਂ ਨਾ ਹੀ ਲੈ ਲੈਂਦੇ, ਕੋਈ ਐਡੀ ਵੱਡੀ ਗੱਲ ਨਹੀਂ ਹੈ। ਜਿਹੜਾ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਦੀਪ ਸਿੱਧੂ ਸਰਕਾਰ ਦਾ BJP ਦਾ ਬੰਦਾ ਹੈ ਆ, ਔਰ ਜਿਹੜਾ ਲੱਖਾ ਸਿਧਾਣਾ ਆ ਉਹ ਵੀ ਜਿਹੜਾ ਉਹਦੇ ਹੁਣ ਤੱਕ ਦਾ ਜਿਹੜਾ ਉਹਦਾ ਕਿਰਦਾਰ ਵਾ ਉਹ ਵੀ ਇਸ ਸ਼ੱਕ ਦੀ ਨਜ਼ਰ ਨਾਲ ਹੀ ਸਾਨੂੰ ਉਹਨੂੰ ਦੇਖਣਾ ਚਾਹੀਦਾ। ਤੁਸੀਂ ਇਹ ਸਾਰਾ ਜੋ 25 ਨੂੰ ਹੋਇਆ, 26 ਨੂੰ ਹੋਇਆ, ਉਸ ਤੋਂ ਬਾਅਦ ਇਹ ਕਿਵੇਂ ਤੁਸੀਂ ਵੇਖਦੇ ਹੋ ਸਾਰੀ ਚੀਜ਼ ਨੂੰ? ਹਾਂਜੀ, ਦੇਖੋ ਵੈਸੇ ਤਾਂ ਇਹਦੇ ਬਾਰੇ ਕਾਫੀ ਚਰਚਾ ਹੋ ਚੁੱਕੀ ਹੈ, ਪਰ ਇਸ ਚਰਚਾ ਕਰਨ ਦੀ ਲੋੜ ਅਜੇ ਵੀ ਇਸ ਕਰਕੇ ਬਾਕੀ ਹੈ। ਤੁਸੀਂ ਵੈਸੇ ਇਹ ਗੱਲ ਤੁਸੀਂ ਉਠਾਈ ਹੈ ਵੀ ਹਾਂ, ਜੋ ਉਹਨਾਂ ਦੇ ਵਿਅਕਤੀਆਂ ਦੇ ਕਿਰਦਾਰ ਨਾਲੋਂ ਜਾਂ ਵਿਅਕਤੀਆਂ ਦੇ ਅਮਲਾਂ ਨਾਲੋਂ ਇਹ ਗੱਲ ਠੀਕ ਹੈ ਵੀ ਤੁਹਾਨੂੰ ਉਹਨਾਂ ਦੀ ਪਛਾਣ ਕਰਨ ਦੇ ਵਿੱਚ ਉਹਨਾਂ ਗੱਲਾਂ ਦਾ ਰੋਲ ਬਣਦਾ। ਪਰ ਮਹੱਤਵਪੂਰਨ ਗੱਲ ਇਹ ਹੈ ਇਸ ਵੇਲੇ ਵੀ ਸਾਨੂੰ ਇਹ ਦੇਖਣਾ ਪਊਗਾ ਵੀ ਆਉਣ ਵਾਲੇ ਜਿਹੜੇ ਕਿਸਾਨ ਸੰਘਰਸ਼ ਦੇ ਦਿਨ ਆ, ਉਹਨਾਂ 'ਚ ਵੀ ਇਸ ਗੱਲ ਦਾ ਉਹ ਖਤਰਾ ਟਲਿਆ ਨਹੀਂ ਹੈ ਜੀ, ਜਿਹੜਾ 26 ਜਨਵਰੀ ਨੂੰ ਵਾਪਰਿਆ। ਉਹਦਾ ਮਤਲਬ ਇਹ ਨਹੀਂ ਹੈ ਵੀ ਉਹੀ ਰੂਪ ਉਹਦਾ ਕੋਈ ਵੀ ਹੋ ਸਕਦਾ। ਸਵਾਲ ਇਹ ਹੈ ਵੀ ਕਿਸਾਨ ਸੰਘਰਸ਼ ਦੇ ਅੰਦਰ ਕਿਸਾਨਾਂ ਤੋਂ ਬਾਹਰਲੀਆਂ ਸ਼ਕਤੀਆਂ ਦੀ ਘੁਸਪੈਠ ਹੋਈ। ਇਹ ਚੱਲੀ ਜਿਹੜਾ ਪੰਜਾਬ ਦੇ ਅੰਦਰ ਜਿਹੜਾ ਸ਼ੰਭੂ ਬਾਰਡਰ ਤੇ ਲੱਗਿਆ ਧਰਨਾ ਸੀ, ਉੱਥੋਂ ਇਹ ਚੱਲੀ। ਇਹ ਮੁੜ ਕੇ ਦਿੱਲੀ ਦੇ ਵਿੱਚ ਵੀ ਖਾਸ ਕਰਕੇ ਸਿੰਘੂ ਬਾਰਡਰ ਵਾਲੇ ਧਰਨੇ ਦੇ ਉੱਤੇ ਇਹ ਇੱਕ ਪੈਰਲਲ ਗੱਲ ਚੱਲਦੀ। ਇਹਦੀ ਜਿਹੜੀ ਸਭ ਤੋਂ ਸਿਖਰਲਾ ਪ੍ਰਗਟਾਵਾ ਉਹ ਆਪਣਾ 26 ਜਨਵਰੀ ਦੀਆਂ ਘਟਨਾਵਾਂ। ਚਲੋ ਇਹ ਗੱਲ ਹਕੀਕਤ ਜੋ ਦੇਖਿਆ ਲੋਕਾਂ ਨੇ ਵੀ, ਲਾਲ ਕਿਲੇ ਤੇ ਆਪਣੇ ਨਿਸ਼ਾਨ ਸਾਹਿਬ ਉਹਨਾਂ ਨੂੰ ਉੱਥੇ ਚੜਾਇਆ ਗਿਆ ਉੱਥੇ ਝੰਡਾ, ਤੇ ਧਾਰਮਿਕ ਰੰਗ ਤੇ ਇਹਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਹ ਜੋ ਸਾਰਾ ਵਰਤਾਰਾ, ਇਹ ਵਰਤਾਰਾ ਅਸਲ 'ਚ ਮੈਂ ਤਾਂ ਇਹਨੂੰ ਇਉਂ ਹੀ ਦੇਖਦਾ ਵੀ ਇਹ ਵਰਤਾਰਾ ਇੱਕ ਤਰ੍ਹਾਂ ਇੱਕ ਖਾਸ ਕਿਸਮ ਦੀ ਇੱਕ ਪੋਲਿਟਿਕਸ ਹੈ, ਜਿਹੜੀ ਪੋਲਿਟਿਕਸ ਸਿੱਖ ਧਰਮ ਦੀ ਵਰਤੋਂ ਕਰਕੇ ਚੱਲਦੀ ਹੈ, ਜਿਹੜੀ ਪੋਲਿਟਿਕਸ ਸਿੱਖ ਧਰਮ ਨੂੰ ਸਾਧਨ ਬਣਾਉਂਦੀ ਹੈ ਪੰਜਾਬ ਦੇ ਅੰਦਰ ਰਾਜਗੱਦੀ ਤੇ ਬੈਠਣ ਦਾ। ਉਹਦੇ ਵਿੱਚ ਗਾਹਾਂ ਅੱਡ ਗੱਲ ਹੈ ਵੀ ਕੋਈ ਨਰਮ ਦਲੀਏ ਵੱਜਦੇ ਹੈ, ਕੋਈ ਗਰਮ ਦਲੀਏ ਵੱਜਦੇ ਹੈ, ਪਰ ਸਵਾਲ ਇਹ ਹੈ ਵੀ ਜਿਹੜੇ ਇਹ ਸਿੱਖ ਧਰਮ ਦੇ ਵਿੱਚ ਫਿਰਕਾ ਪ੍ਰਸਤ ਅੰਸਰ ਹੈ, ਜਨੂਨੀ ਫਿਰਕਾ ਪ੍ਰਸਤ, ਤੇ ਉਸ ਤੋਂ ਅੱਗੇ ਜਿਹੜੇ ਕੋਈ ਚਾਹੇ ਖਾਲਿਸਤਾਨ ਬਣਾਉਣ ਦੀਆਂ ਗੱਲਾਂ ਕਰਦੇ ਆ, ਚਾਹੇ ਸਿੱਖਾਂ ਦਾ ਵੱਖਰਾ ਰਾਜ ਬਣਾਉਣ ਦੀਆਂ ਗੱਲਾਂ ਕਰਦੇ ਆ। ਪਹਿਲਾ ਸਵਾਲ ਇਹ ਹੈ ਵੀ ਜੇ ਇਹ ਗੱਲਾਂ ਠੀਕ ਵੀ ਹੋਣ, ਮੈਂ ਨਹੀਂ ਇਹਨਾਂ ਨੂੰ ਠੀਕ ਮੰਨਦਾ, ਜੇ ਕੋਈ ਕਹੇ ਵੀ ਕਿਸੇ ਨੂੰ ਵੀ ਆਪਣੇ ਗੱਲ ਨੂੰ ਪ੍ਰਚਾਰਨ ਦਾ ਕੋਈ ਸੈਕੂਲਰ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਆਪਣੇ ਕਿਸੇ ਜਿਹੜੇ ਆਡੜ ਮੰਨ ਲਓ ਕੋਈ ਮੁੱਦੇ ਉਠਾਉਣ ਦਾ, ਜਿਵੇਂ ਪੰਜਾਬੀ ਬੋਲੀ ਦਾ ਮੁੱਦਾ ਜਾਂ ਹੋਰ ਇਹੋ ਜਿਹੇ ਮੁੱਦੇ ਆ ਜਿਹੜੇ ਧਰਮ ਦੇ ਫੈਸਲਿਆਂ ਤੋਂ ਬਿਨਾਂ ਕਿਸੇ ਨੇ ਉਠਾਉਣੇ ਆ, ਇਹ ਮੁੱਦੇ ਉਠਾਉਣ ਦਾ ਜਾਂ ਇਹ ਜਿਹਾ ਅਧਿਕਾਰ ਕਿਸੇ ਨੂੰ ਵੀ ਹੈਗਾ, ਇੱਥੋਂ ਤੱਕ ਕਿ ਆਪਦੇ ਧਰਮ ਦਾ ਪ੍ਰਚਾਰ ਕਰਨ ਦਾ ਵੀ ਅਧਿਕਾਰ ਹੈਗਾ, ਇਹਦੇ ਤੇ ਕੋਈ ਕਿਸੇ ਨੂੰ ਰੋਕ ਨਹੀਂ ਹੈ। ਪਰ ਸਵਾਲ ਇਹ ਹੈ ਵੀ ਕਿਸਾਨ ਸੰਘਰਸ਼ ਦੇ ਅੰਦਰ ਜਿਹੜੇ ਮੁੱਦਿਆਂ ਦਾ ਕੋਈ ਮਤਲਬ ਨਹੀਂ ਸੀ ਬਣਦਾ, ਜਿਹੜੇ ਮੁੱਦਿਆਂ ਦਾ ਕੋਈ ਸਤਾਨ ਨਹੀਂ ਸੀ, ਉਹ ਮੁੱਦੇ ਲਿਆਂਦੇ ਗਏ। ਉਹ ਮੁੱਦੇ ਲਿਆ ਕੇ ਬਹੁਤ ਆਪਣੇ ਨਾ ਸੁਭਾਵਿਕ ਜਿਹਾ ਬਣਿਆ ਹੋਇਆ, ਜਿਵੇਂ ਹੁਣ ਵੀ ਕਈ ਵਾਰੀ ਗੱਲ ਕਰਨਗੇ ਵੀ ਚੱਲ ਇਹ ਪੰਜਾਬ ਦੀ ਸਿੱਖਾਂ ਦੀ ਗੱਲ ਕਰਦੇ ਹੋ, ਇਕੱਲੇ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਹੈ। ਜਿਹੜੀ ਇੱਥੇ ਵੀ ਦਿਲਚਸਪ ਗੱਲ ਹੈ ਵੀ ਪੰਜਾਬ ਦੇ ਕਿਸਾਨਾਂ ਨੂੰ ਵੀ ਸਿੱਖ ਹੋਣ ਵਜੋਂ ਦੇਖਿਆ ਜਾਂਦਾ ਵੀ ਪੰਜਾਬ ਦੇ ਅੰਦਰ ਜਿਹੜੇ ਪਿੰਡਾਂ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਵੀ ਬੰਦੇ ਖੇਤੀ ਕਰਦੇ ਆ, ਪੰਜਾਬ ਦੇ ਅੰਦਰ ਹਿੰਦੂ ਭਾਈਚਾਰੇ ਤੋਂ ਖੇਤੀ ਕਰਨ ਵਾਲੇ ਲੋਕ ਹੈ, ਗਿਣਤੀ ਦੇ ਪਰਸੈਂਟੇਜ ਵੱਧ ਘੱਟ ਜਾਣ ਨਾਲ ਤਾਂ ਕੋਈ ਇਹ ਗੱਲ ਨਹੀਂ ਬਣ ਜਾਂਦੀ ਵੀ ਇਹ ਆਇਡੈਂਟੀਟੀ ਇੱਕੋ ਹੋ ਗਈ, ਜਿਹੜੇ ਸਿੱਖ ਹੈ ਉਹ ਵੀ ਕਿਸਾਨ ਹੈ ਤੇ ਕਿਸਾਨ ਹੀ ਸਿੱਖ ਹੈ। ਵੀ ਉਦੋਂ ਵੀ ਇੱਕ ਗੱਲ ਆਉਂਦੀ ਹੈ ਇਹ ਵੀ ਦਲੀਲ ਇਹ ਦਿੱਤੀ ਜਾਂਦੀ ਹੈ ਵੀ ਜੇ ਦੂਜੀਆਂ ਸਟੇਟਾਂ ਵਾਲਾ ਫਿਰ ਇਕੱਲੇ ਪੰਜਾਬ ਦੇ ਅੰਦਰ ਥੋੜਾ, ਮੈਂ ਤਾਂ ਇਹ ਕਹੂੰਗਾ ਵੀ ਪੰਜਾਬ ਦੇ ਅੰਦਰ ਵੀ ਸਾਰੇ ਧਰਮਾਂ ਦੇ ਕਿਸਾਨ ਮੌਜੂਦ ਨੇ, ਉਹਨਾਂ ਸਾਰੇ ਧਰਮਾਂ ਦੇ ਇਹਦੇ ਵਿੱਚ ਸ਼ਮੂਲੀਅਤ ਹੈ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਦੇ ਵਿੱਚ ਭਲਾ ਸਿੱਖ ਧਰਮ ਕਿੱਥੋਂ ਆਉਂਦਾ? ਜਦੋਂ ਜਿੱਥੋਂ ਤੱਕ ਤਾਂ ਪ੍ਰੇਰਨਾ ਲੈਣ ਦੇ ਸਰੋਤ ਵਜੋਂ ਆਉਣ ਦੀ ਗੱਲ ਹੈ, ਜਿਹੜੇ ਦਲੀਲਾਂ ਦਿੰਦੇ ਆ ਵੀ ਧਰਮ ਕਿਵੇਂ ਛੱਡਿਆ ਜਾ ਸਕਦਾ। ਪ੍ਰੇਰਨਾ ਤਾਂ ਹਰੇਕ ਬੰਦਾ ਆਪਦੇ ਕਿਸੇ ਧਰਮ ਤੋਂ ਲੈ ਆਉਂਦਾ, ਕੋਈ ਕਿਸੇ
ਆਪਣੀ ਵਿਰਾਸਤ ਚੋਂ ਲੈ ਆਉਂਦਾ, ਕੋਈ ਕਿਸੇ ਅੱਡ ਥਾਵਾਂ ਤੋਂ ਲਿਆਉਂਦਾ, ਪਰ ਉਹਦਾ ਜਾਤੀ ਮਸਲਾ ਉਹ ਉੱਥੇ ਰੱਖਦਾ। ਇਹ ਸਵਾਲ ਇਹ ਹੈ ਵੀ ਉਹ ਹਿੱਸੇ ਹੈ ਜਿਹੜੇ ਹਿੱਸੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਆਪਦੀ ਸਿਆਸਤ ਦੀ ਖੁੱਸੀ ਹੋਈ ਜ਼ਮੀਨ ਹਾਸਲ ਕਰਨ ਵਾਸਤੇ ਯਤਨਸ਼ੀਲ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ 2015 ਦੇ ਵਿੱਚ, ਉਦੋਂ ਇਹਨਾਂ ਹਿੱਸਿਆਂ ਨੂੰ ਇੱਕ ਮੌਕਾ ਮਿਲਿਆ। ਇਹਨਾਂ ਨੇ ਉਹਦੇ ਦੁਆਲੇ ਲਾਮਬੰਦੀਆਂ ਕੀਤੀਆਂ। ਲਾਮਬੰਦੀਆਂ ਕਰਕੇ ਠੀਕ ਹੈ ਗੱਲ, ਆਮ ਸਾਰੇ ਲੋਕਾਂ ਦੀ ਇਹ ਇੱਛਾ ਜਾਂ ਉਹਨਾਂ ਦੀ ਉਹ ਚਾਹੁੰਦੇ ਆ ਇਨਸਾਫ ਵੀ ਉਹਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਇਹਨਾਂ ਤਾਕਤਾਂ ਦਾ ਮਕਸਦ ਹੈ ਜਿਹੜਾ ਉਹ ਦੋਸ਼ੀਆਂ ਨੂੰ ਸਜ਼ਾ ਨਾਲੋਂ ਵੱਡਾ ਮਕਸਦ ਆਪਦੀ ਸਿਆਸਤ ਨੂੰ ਚਮਕਾਉਣਾ ਹੈ ਤੇ ਉਹਦੇ ਆਧਾਰ ਦੇ ਉੱਤੇ ਅੱਗੇ ਵਧਣਾ। ਇਹਦੇ ਵਿੱਚ ਹੁਣ ਬਹੁਤ ਸਾਰੇ ਨਾਂ ਇਹਦੇ ਵਿੱਚ ਸ਼ਾਮਲ ਹੈ, ਉਹ ਇੱਥੇ ਲੈਣ ਦੀ ਲੋੜ ਨਹੀਂ ਹੈ। ਕਿੰਨੇ ਹੀ ਲੋਕ ਉਹਦੇ ਵਿੱਚ ਕੌਣ, ਕੋਈ ਵਿਦਵਾਨਾਂ ਦੇ ਨਾਂ ਥੱਲੇ ਸ਼ਾਮਲ ਹੈ, ਕੋਈ ਨੌਜਵਾਨਾਂ ਦੇ ਨਾਂ ਥੱਲੇ ਸ਼ਾਮਲ ਹੈ, ਕੋਈ ਕਿਸੇ ਆਪਣੇ ਗੁਰਦੁਆਰਿਆਂ ਜਾਂ ਧਾਰਮਿਕ ਸੰਸਥਾਵਾਂ ਦੇ ਨਾਂ ਥੱਲੇ ਸ਼ਾਮਲ ਹੈ। ਇਹ ਸਾਰੇ ਹਿੱਸੇ ਉਹ ਨੇ, ਇਹਦੇ ਵਿੱਚ ਕੋਈ ਵਿਅਕਤੀ ਨੇ, ਕੋਈ ਸੰਸਥਾਵਾਂ ਨੇ। ਸਵਾਲ ਇਹ ਹੈ ਵੀ ਇਹਨਾਂ ਨੇ ਇੱਕ ਤਰ੍ਹਾਂ ਮੁਕਾਬਲੇ ਦੇ ਉੱਤੇ, ਕਿਸਾਨ ਸੰਘਰਸ਼ ਦੇ ਮੁਕਾਬਲੇ ਦੇ ਉੱਤੇ ਜਿਹੜੀਆਂ ਆਪਣੀਆਂ ਮੰਗਾਂ ਦਾ, ਆਪਣੇ ਬਦਲਵੇਂ ਨਿਸ਼ਾਨੇ ਦਾ ਉਹ ਇੱਕ ਸੈੱਟ ਲੈ ਕੇ ਆਂਦਾ। ਪ੍ਰੋਬਲਮ ਇਹ ਹੈ ਵੀ ਕਿਉਂਕਿ ਉਹਨਾਂ ਕੋਲ ਆਪਣੇ ਕੋਲ ਲਾਮਬੰਦੀ ਵਾਸਤੇ ਜਨਤਕ ਆਧਾਰ ਨਹੀਂ ਹੈ ਤੇ ਨਾ ਇਹਨਾਂ ਮੁੱਦਿਆਂ ਨੂੰ ਪੰਜਾਬ ਦੇ ਅੰਦਰ ਲੋਕ ਹੰਧਾਰਾ ਉਸ ਤਰ੍ਹਾਂ ਦਿੰਦੇ ਆ। ਠੀਕ ਹੈ, ਕੁਛ ਹਿੱਸੇ ਭਰਮ ਦੇ ਵਿੱਚ ਆ ਕੇ ਕਈ ਵਾਰੀ ਵਕਤੀ ਤੌਰ ਤੇ ਇਹਦਾ ਸ਼ਿਕਾਰ ਹੋ ਜਾਂਦੇ ਆ, ਪਰ ਆਮ ਰੂਪ ਦੇ ਵਿੱਚ ਕਿਉਂਕਿ ਜੋ ਖੇਤੀ ਸੰਕਟ ਹੈ, ਜੋ ਪੰਜਾਬ ਦੇ ਅੰਦਰ ਕਿਸਾਨਾਂ ਨੇ ਪਹਿਲਾਂ ਲੜਾਈਆਂ ਲੜੀਆਂ ਹੋਈਆਂ ਪਿਛਲੇ ਸਮੇਂ ਦੇ ਅੰਦਰ, ਉਹਨਾਂ ਨੇ ਕਿਸਾਨਾਂ ਦੇ ਅੰਦਰ ਇਸ ਗੱਲ ਦੀ ਚੇਤਨਾ ਦਾ ਸੰਚਾਰ ਕੀਤਾ ਹੋਇਆ ਵੀ ਸਾਡੀ ਖੇਤੀ ਜਾਊਗੀ, ਸਾਡੀਆਂ ਜ਼ਮੀਨਾਂ ਜਾਣਗੀਆਂ, ਸਾਡੀਆਂ ਫਸਲਾਂ ਰੁਲਣ ਜਾ ਰਹੀਆਂ। ਇਹਦਾ ਹੀ ਸਿੱਟਾ ਸੀ ਵੀ ਕਿਸਾਨਾਂ ਨੇ ਬਹੁਤ ਤੇਜ਼ੀ ਨਾਲ ਖੇਤੀ ਕਾਨੂੰਨਾਂ ਬਾਰੇ ਇਹਦੀ ਪਛਾਣ ਕੀਤੀ ਤੇ ਇਹਦੇ ਖਿਲਾਫ ਲੜਾਈ ਦਾ ਫੈਸਲਾ ਲਿਆ। ਹੁਣ ਇਹ ਤਾਕਤਾਂ ਉਸ ਸਾਰੀ ਲੜਾਈ ਦੇ ਵਿੱਚ ਨਾ ਕਿਤੇ ਪਹਿਲਾਂ, ਨਾ ਕਦੇ ਖੇਤੀ ਸੰਕਟ ਦਾ ਕੋਈ ਜ਼ਿਕਰ ਹੈ, ਨਾ ਕੋਈ ਕਰਜ਼ਿਆਂ ਤੇ ਲੜਾਈ ਹੈ ਅੱਜ ਤੱਕ, ਨਾ ਕੋਈ ਕਿਸਾਨੀ ਦੇ ਕਿਸੇ ਹੋਰ ਮੰਗ ਦੇ ਉੱਤੇ ਕੋਈ ਲੜਾਈ ਹੈ। ਪਰ ਜਦੋਂ ਕਿਸਾਨੀ ਦਾ ਭਾਰ ਉੱਠ ਖੜਿਆ, ਜਦੋਂ ਲੱਗਿਆ ਵੀ ਅੱਛਾ ਇਹ ਤਾਂ ਬਹੁਤ ਇਤਿਹਾਸਕ ਗੱਲ ਵਾਪਰਨ ਜਾ ਰਹੀ ਹੈ, ਉਦੋਂ ਇਹ ਲੱਗਿਆ ਉਹਨਾਂ ਨੂੰ ਵੀ ਠੀਕ ਹੈ ਹੁਣ ਆਪਣੇ ਵਾਸਤੇ ਇੱਕ ਮੌਕਾ ਹੈ, ਆਪਾਂ ਇਹਨੂੰ ਇਹਦੇ ਵਿੱਚ ਘੁਸਪੈਠ ਕਰੋ ਤੇ ਆਪਾਂ ਆਪਣੀ ਸਿਆਸਤ ਤੇ ਪੈਂਤੜੇ ਨੂੰ ਚਮਕਾਓ। ਗੱਲਾਂ ਆ ਰਹੀਆਂ ਵੀ ਕੋਈ ਪਾਰਟੀ ਬਣਾਉਣ ਦੀ ਗੱਲ ਹੈ, ਚਾਹੇ ਕੋਈ ਇਹਦੇ ਵਿੱਚੋਂ ਆਪਣੇ 22 ਦੀ ਪੰਜਾਬ ਵਿਧਾਨ ਸਭਾ ਦੇ ਵਿੱਚ ਆਪਦਾ ਮਤਲਬ ਇੱਕ ਕਹਿ ਲਓ ਕਿਸਮਤ ਦੇਖਦਾ, ਕੋਈ ਕਿਵੇਂ ਇਹਨੂੰ ਪੌੜੀ ਦੇਖਦਾ ਰਾਜ ਸੱਤਾ ਤੱਕ ਪਹੁੰਚਣ ਦੀ। ਇਹ ਯਤਨ ਸੀਗੇ, ਇਹ ਯਤਨ ਮੈਂ ਬਹੁਤ ਸਪਸ਼ਟ ਹਾਂ ਇਸ ਗੱਲ ਬਾਰੇ ਵੀ ਇਹਦੇ ਚ ਕੋਈ ਰੌਲਾ ਨਹੀਂ ਵੀ ਉਹਨਾਂ ਨੇ, ਜਿਵੇਂ ਹੁਣ ਜ਼ਿਕਰ ਲੱਖੇ ਸਿਧਾਣੇ ਦਾ ਵੀ ਆਉਂਦਾ, ਲੱਖੇ ਸਿਧਾਣੇ ਦੀ ਇੱਕ ਆਪਦੀ ਪੋਲਿਟਿਕਸ ਹੈ। ਦੀਪ ਸਿੱਧੂ ਆ, ਉਹ ਇਦੋਂ ਪਹਿਲਾਂ ਕਦੇ ਕਿਸੇ ਨੇ ਬਹੁਤਾ ਸੁਣਿਆ ਜਾਣਿਆ ਨਹੀਂ ਸੀ, ਉਹ ਵਿੱਚ ਸ਼ਾਮਲ ਹੋ ਗਿਆ। ਹੋਰ ਵਿਦਵਾਨਾਂ ਦੀ ਗੱਲ ਆਉਂਦੀ ਹੈ। ਇਹਨਾਂ ਸਾਰੇ ਹਿੱਸਿਆਂ ਦੇ ਆਪਣੇ ਆਪਣੇ ਇੰਟਰਸਟ ਹੈ, ਇਹ ਐ ਨਹੀਂ ਹੈ ਵੀ ਸਾਰੇ ਇੱਕੋ ਤਰ੍ਹਾਂ ਸੋਚਦੇ, ਸਭ ਦੇ ਆਪਣੇ ਆਪਣੇ ਇੰਟਰਸਟ। ਇੱਕ ਇੰਟਰਸਟ ਨਾਲ ਕੇ ਇੱਕ ਜਿਹਨੂੰ ਕਹਿ ਦਿੰਦੇ ਆ ਮੌਕਾ ਪ੍ਰਸਤ ਗੱਠਜੋੜ ਬਣ ਜਾਂਦਾ, ਉਹ ਗੱਠਜੋੜ ਬਣਿਆ। ਪ੍ਰੋਬਲਮ ਇਹਦੀ ਇਹ ਬਣੀ ਵੀ ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਅੰਦਰ ਸ਼ਾਮਲ ਕੁਝ ਜਥੇਬੰਦੀਆਂ, ਚਾਹੇ ਉਹਨੂੰ ਤੁਸੀਂ ਉਹਨਾਂ ਦੀ ਤੰਗ ਨਜ਼ਰੀ ਕਹਿ ਲਓ, ਚਾਹੇ ਉਹਨਾਂ ਦੀ ਭਟਕਣਾ ਕਹਿ ਲਓ, ਗਲਤ ਸੋਚਣੀ ਕਹਿ ਲਓ, ਉਹਦੇ ਅੱਡ ਕਾਰਨ ਹੋ ਸਕਦੇ ਆ, ਉਹ ਵੀ ਇੱਕ ਪੂਰਾ ਮੁਲਾਂਕਣ ਦਾ ਵੱਖਰਾ ਮਸਲਾ ਹੈ। ਉਹਨਾਂ ਹਿੱਸਿਆਂ ਵੱਲੋਂ ਜਿਹੜੀ ਮਿਲਦੀ ਸ਼ਹਿ ਕਹਿ ਲਓ, ਸਪੋਰਟ ਕਹਿ ਲਓ, ਇਹਨਾਂ ਪ੍ਰਤੀ ਸੌਫਟਨੈਸ ਕਹਿ ਲਓ, ਉਹ ਚੀਜ਼ ਇਹਨਾਂ ਦੀ ਤਾਕਤ ਬਣੀ। ਜਾਣੀ ਜੇ ਉਹ ਨਾ ਹੁੰਦੀ ਫੇਰ ਇਹਨਾਂ ਹਿੱਸਿਆਂ ਨੂੰ ਕਿਸਾਨ ਮੋਰਚੇ ਦੇ ਅੰਦਰ ਘੁਸਪੈਠ ਕਰਨ ਦਾ ਮੌਕਾ ਨਹੀਂ ਸੀ ਮਿਲਦਾ। ਬਿਲਕੁਲ, ਉਹ ਇਸ ਕਰਕੇ ਮਿਲਿਆ ਵੀ ਜਿਹੜੀ ਉਹ ਜਿਹੜਾ ਉਹ ਮਤਲਬ ਜੋ ਵੀ ਗਲਤ ਨਜ਼ਰੀ ਹੈ ਉਹਦੇ ਕਰਕੇ ਇੱਕ ਸ਼ਹਿ ਵਾਲਾ ਮਾਹੌਲ ਬਣ ਜਾਂਦਾ। ਉਹਦੇ ਕਰਕੇ ਜਾਣੀ ਉਹਦੇ ਵਿੱਚ ਉਸ ਸਟੇਜ ਤੋਂ, ਮੰਚ ਤੋਂ ਪੇਸ਼ ਹੋਣ ਦਾ ਜਾਂ ਉਸ ਮੰਚ ਦੇ ਕੋਲੇ ਰਹਿਣ ਦਾ, ਜਾਂ ਕਿਸਾਨ ਸੰਘਰਸ਼ ਦੇ ਅੰਦਰ ਬਾਰ-ਬਾਰ ਕਦੇ ਕਮੇਟੀ ਬਣਨ ਦੀ ਗੱਲ ਆ ਗਈ, ਗਾਇਕਾਂ ਦੇ ਨਾਂ ਥੱਲੇ ਆ ਗਈ, ਹੋਰ ਆ ਗਈ, ਜਿਹੜੀ ਇੱਕ ਸਿਸਟਮ ਚੱਲਦਾ ਰਿਹਾ। ਇਸ ਪੱਖ ਤੋਂ ਦੇਖੋ ਜ਼ਰੂਰਤ ਇਹਨਾਂ ਗੱਲਾਂ ਦੀ ਹੁੰਦੀ ਹੈ ਵੀ ਪਹਿਲਾਂ ਲੀਡਰਸ਼ਿਪ ਲੀਡਰਸ਼ਿਪ ਦੀ ਪ੍ਰਭਾਵ ਹੇਠਲੀ ਜਨਤਾ ਇਹਨਾਂ ਗੱਲਾਂ ਬਾਰੇ ਸਪਸ਼ਟ ਹੋਵੇ। ਜਿਹੜੀ ਗੱਲ ਦੇ ਉੱਤੇ ਅਸੀਂ ਸੁਰਖਲੀ ਦੇ ਵਿੱਚ ਆਪਣੇ ਪੇਪਰ ਦੇ ਵਿੱਚ ਇਹਦੇ ਬਾਰੇ ਲਿਖਤਾਂ ਵੀ ਦਿੱਤੀਆਂ, ਫੇਸਬੁੱਕ ਤੇ ਵੀ ਲਿਖਿਆ ਵੀ ਸੰਘਰਸ਼ ਦਾ ਜਿਹੜਾ ਕਿਰਦਾਰ ਹੈ ਉਹ ਧਰਮਾਂ ਤੋਂ ਰਹਿਤ ਹੋਣਾ ਚਾਹੀਦਾ, ਸੰਘਰਸ਼ ਧਰਮ ਨਿਰਲੇਪ ਹੋਣਾ ਚਾਹੀਦਾ। ਇਹਦੇ ਬਾਰੇ ਲੀਡਰਸ਼ਿਪ ਦੀ ਨਿਹਚਾ ਤੇ ਉਸ ਤੋਂ ਅੱਗੇ ਲੋਕਾਂ ਦੀ ਇਹਦੇ ਬਾਰੇ ਚੇਤਨਾ, ਇਹ ਜਿੰਨੀ ਬਣੀ ਹੋਊਗੀ, ਜਿੰਨਾ ਚੇਤਨਾ ਦਾ ਸੰਚਾਰ ਹੋਊਗਾ, ਉਨਾ ਹੀ ਇਹਨਾਂ ਚੀਜ਼ਾਂ ਨੂੰ ਇਹਨਾਂ ਤੋਂ ਪਾਸੇ ਰੱਖਿਆ ਜਾ ਸਕਦਾ। ਇਸ ਪੱਖ ਦੇ ਤੋਂ ਜਿੰਨੀਆਂ ਕਸਰਾਂ ਰਹੀਆਂ ਉਹਦਾ ਸਿੱਟਾ ਜਿਹੜਾ ਆਪਾਂ ਇਹ ਦੇਖਿਆ। ਪਰ ਵੱਡਾ ਸਵਾਲ ਇਹ ਹੈ, ਚਲੋ ਦੇਖੋ 126 ਵਾਲਾ ਇਹ ਵਾਪਰਿਆ, ਇਹਨੂੰ ਅਸੀਂ ਤਾਂ ਆਪਣੇ ਤੌਰ ਤੇ ਜੋ ਅਸੀਂ ਜਦੋਂ ਇਹਦੇ ਬਾਰੇ ਜੋ ਵੀ ਟਿੱਪਣੀਆਂ ਕੀਤੀਆਂ ਅਸੀਂ ਤਾਂ ਇਹੀ ਕਿਹਾ ਵੀ ਇਹ ਬੀਜੇਪੀ ਦੀ ਸ਼ਹਿ ਨਾਲ, ਚਾਹੇ ਉਹਦੀ ਮਿਲੀ ਭੁਗਤ ਨਾਲ, ਜਿਵੇਂ ਵੀ ਉਹਨਾਂ ਨੇ ਰਾਹ ਦਿੱਤਾ, ਬੰਦੇ ਉੱਥੇ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਮਤਲਬ ਉਹ ਝੰਡਾ ਚਲਾਇਆ, ਇਹ ਸਾਰਾ ਕੁਝ ਕਰਕੇ
ਮੁੜ ਕੇ ਫਿਰ ਜਦੋਂ ਅਟੈਕ ਥੱਲੇ ਆ ਗਏ, ਜਦੋਂ ਲੋਕਾਂ ਨੂੰ ਐਂ ਲੱਗਿਆ ਵੀ ਠੀਕ ਹੈ ਤਾਂ ਹੁਣ ਮਤਲਬ ਜਿੰਨਾ ਜਿਸ ਪੱਧਰ ਤੇ ਉਹਦਾ ਨੁਕਸਾਨ ਹੋਇਆ, ਜਿਵੇਂ ਇੱਕ ਵਾਰੀ ਮਾਹੌਲ ਬਣਿਆ, ਜਿੰਨਾ ਲੋਕਾਂ ਦੇ ਅੰਦਰ ਇੱਕ ਵਾਰੀ ਫਿਕਰਮੰਦੀਆਂ ਪੈਦਾ ਹੋਈਆਂ ਬੀਜੇਪੀ ਦੇ ਫਾਸ਼ੀ ਅਟੈਕ ਨੂੰ ਲੈ ਕੇ ਵੀ ਹੁਣ ਇਹ ਅਟੈਕ ਹੋ ਸਕਦਾ, ਹਿੰਦੂ ਸਿੱਖ ਦਾ ਹਿੰਦੂ ਸਿੱਖ ਦਾ ਜਿਹੜਾ ਮੁੱਦਾ ਉਹ ਬਣਾਇਆ ਜਾ ਸਕਦਾ। ਇਸ ਹਾਲਤ ਦੇ ਵਿੱਚ ਮੁੜ ਕੇ ਫਿਰ ਇਹ ਗੱਲਾਂ ਲਿਆਉਣ ਲੱਗ ਗਏ ਵੀ ਹੁਣ ਇਹਦੇ ਤੇ ਮਿੱਟੀ ਪਾਓ, ਛੱਡੋ। ਹੁਣ ਦੁਬਾਰਾ ਫਿਰ ਏਕਤਾ ਦੀਆਂ ਗੱਲਾਂ ਚੱਲ ਰਹੀਆਂ, ਕਿਸਾਨ ਮੋਰਚੇ ਦੇ ਨਾਲ ਜੋੜਨ ਦੀਆਂ ਗੱਲਾਂ ਚੱਲ ਰਹੀਆਂ। ਆਪਾਂ ਜੇ ਇਹਦੀ ਡਿਟੇਲ 'ਚ ਨਾ ਵੀ ਜਾਈਏ ਵੀ ਕੌਣ ਕਿਵੇਂ ਕਿਹਨੂੰ ਕੀ ਕਰਨਾ ਚਾਹੀਦਾ, ਇੰਪੋਰਟੈਂਟ ਗੱਲ ਸਾਰਿਆਂ 'ਚ ਇਹ ਹੈ ਇਸ ਵੇਲੇ ਵੀ 26 ਜਨਵਰੀ ਦੀਆਂ ਘਟਨਾਵਾਂ ਹੁਣ ਵੀ ਇੱਕ ਹਵਾਲਾ ਨੁਕਤਾ। ਅੱਜ ਵੀ ਕਿਸੇ ਫੋਰਸ ਦੀ ਪਛਾਣ ਕਰਨ ਵਾਸਤੇ ਉਹ ਮੋਰਚੇ ਦੀ ਹਮਾਇਤੀਆਂ 'ਚ ਹੈ ਕਿ ਉਹ ਮੋਰਚੇ ਦੇ ਨਿਸ਼ਾਨੇ ਵਾਲਿਆਂ 'ਚ, ਵਿਰੋਧੀਆਂ 'ਚ ਹੈ। 26 ਜਨਵਰੀ ਬਾਰੇ ਕੋਈ ਕੀ ਸੋਚ, ਇਹ ਗੱਲ ਬਹੁਤ ਮਹੱਤਵਪੂਰਨ ਹੈ। 26 ਜਨਵਰੀ ਦੀ ਘਟਨਾਵਾਂ ਨੂੰ ਕੋਈ ਠੀਕ ਸਮਝਦਾ ਕਿ ਗਲਤ ਸਮਝਦਾ। ਜੇ ਕੋਈ ਅੱਜ ਵੀ 26 ਜਨਵਰੀ ਦੀਆਂ ਘਟਨਾਵਾਂ ਨੂੰ ਤਾਂ ਜਿਉਂਦਾ, ਜੇ ਕੋਈ ਉਹਨੂੰ ਐਂ ਕਹਿੰਦਾ ਵੀ ਹਾਂ ਏਦਾਂ ਕੀ ਗਲਤ ਹੋ ਗਿਆ, ਐਂ ਤਾਂ ਫਿਰ ਉੱਥੇ ਨਿਸ਼ਾਨ ਸਾਹਿਬ ਤਾਂ ਸਾਡਾ ਸਿੱਖਾਂ ਦਾ ਹੁੰਦਾ ਹੀ ਹੈ, ਇਹਦਾ ਹਰ ਥਾਂ ਤੇ ਅਸੀਂ ਲੈ ਕੇ ਚੱਲਦੇ ਜੀ, ਉੱਥੇ ਚੜਾਤਾ ਫਿਰ ਕੀ ਹੋ ਗਿਆ। ਕੋਈ ਇਉਂ ਕਹਿੰਦਾ, ਕੋਈ ਐਂ ਕਹਿੰਦਾ ਵੀ ਉਹ ਤਾਂ ਗਲਤੀ ਨਾ ਜਾਵੜਿਆ, ਕੋਈ ਉਹਨੂੰ ਐਂ ਕਹਿੰਦਾ ਵੀ ਫਿਰ ਅਸੀਂ ਦਿੱਲੀ ਨੂੰ ਚੁਣੌਤੀ ਤਾਂ ਦਿੱਤੀ ਹੋਈ ਆ ਉੱਥੇ। ਇਹ ਜਿਹੜੇ ਸਾਰੇ ਜਿਹੜੇ ਵੀ ਠੋਕ ਵਜਾ ਕੇ ਐਂ ਨਹੀਂ ਕਹਿਣਗੇ ਵੀ 26 ਵਾਲੀ ਸਾਜ਼ਿਸ਼ ਸੀ ਬੀਜੇਪੀ ਦੀ, ਜਿਹੜੇ ਵੀ ਉਹਦਾ ਹਿੱਸਾ ਬਣੇ ਆ ਉਹਨਾਂ ਨੂੰ ਇਹਦੇ ਨਾਲੋਂ ਹੁਣ ਆਪਦੇ ਆਪ ਨੂੰ ਅੱਡ ਕਰਨਾ ਚਾਹੀਦਾ। ਸਚੇਤ ਜਾਂ ਅਚੇਤ ਬਣੇ ਆ, ਜਿਹੜੇ ਅਚੇਤ ਬਣੇ ਉਹਨਾਂ ਨੇ ਤਾਂ ਕਾਹਦਾ ਕਰਨਾ ਹੁੰਦਾ, ਉਹ ਤਾਂ ਗੱਲ ਹੀ ਮੁੱਕੀ। ਜਿਹੜੇ ਅਚੇਤ ਵੀ ਇਹਦਾ ਹਿੱਸਾ ਬਣੇ ਆ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਹੁਣ ਅਸੀਂ ਸਾਥੋਂ ਗਲਤੀ ਨਾਲ ਐ ਹੋਇਆ, ਅਸੀਂ ਅੱਗੇ ਤੋਂ ਇਹ ਗੱਲ ਦੀ ਯਕੀਨ ਦਿਵਾਉਂਦੇ ਆ ਵੀ ਅਸੀਂ ਨਹੀਂ ਇਹੋ ਜਿਹਾ ਕੁਛ ਕਰਾਂਗੇ। ਉਹ ਹਿੱਸੇ ਕਿਸਾਨ ਸੰਘਰਸ਼ ਦੇ ਹਮਾਇਤੀਆਂ ਦੀ ਸੂਚੀ 'ਚ ਫਿਰ ਸ਼ਾਮਲ ਹੋ ਸਕਦੇ। ਇੱਥੋਂ ਤੱਕ ਜੇ ਵੀ ਕਿਸਾਨ ਜਥੇਬੰਦੀਆਂ ਦੇ ਅੰਦਰੋਂ ਵੀ ਇਹਨੂੰ ਅਚਾਉਂਦਾ, ਮੈਂ ਤਾਂ ਇਹ ਵੀ ਕਹੂੰਗਾ ਵੀ ਉਹ ਤਾਂ ਕਿਸਾਨ ਜਥੇਬੰਦੀਆਂ ਦੇ ਸੋਚਣ ਦਾ ਵੀ ਮਸਲਾ ਬਣਦਾ। ਜੇ ਸੰਯੁਕਤ ਕਿਸਾਨ ਮੋਰਚੇ ਦੇ ਅੰਦਰੋਂ ਕਹਿੰਦਾ ਵੀ ਅਸੀਂ ਚਾਹ ਕਰਤਾ ਤੇ ਕੀ ਗਲਤ ਹੋ ਗਿਆ ਕਰੀ ਨਹੀਂ ਹੁੰਦਾ, ਫਿਰ ਇਹਦਾ ਮਤਲਬ ਇਹ ਹੈ ਵੀ ਇਹ ਕੋਈ ਸਿਰਫ ਇੱਕ ਘਟਨਾ ਦੀ ਗੱਲ ਨਹੀਂ। ਇਹਦਾ ਮਤਲਬ ਇਹ ਹੈ ਵੀ ਤੁਸੀਂ ਸੰਘਰਸ਼ ਦੇ ਅੰਦਰ ਫਿਰਕੂ ਮੁੱਦੇ, ਧਾਰਮਿਕ ਮੁੱਦੇ ਲਿਆਉਣ ਦੇ ਹਾਮੀ ਹੋ, ਉਹਨਾਂ ਨੂੰ ਲਿਆਉਣਾ ਚਾਹੁੰਦੇ ਹੋ, ਤੇ ਤੁਸੀਂ ਹਾਲੇ ਵੀ ਬੀਜੇਪੀ ਨੂੰ ਇੱਕ ਤਾਂ ਵੈਸੇ ਹੀ ਵੀ ਤੁਸੀਂ ਕਿਸਾਨਾਂ ਦੀ ਏਕਤਾ ਤੋੜੋਗੇ, ਕਮਜ਼ੋਰ ਕਰੋਗੇ ਜਦੋਂ ਇੱਕ ਧਰਮ ਦਾ ਮਸਲਾ ਆਊਗਾ। ਉਦੋਂ ਅੱਗੇ ਤੁਸੀਂ ਹਾਲੇ ਵੀ ਬੀਜੇਪੀ ਦੇ ਹੱਥ 'ਚ ਕੋਈ ਟੂਮ ਦੇਣ ਤੋਂ ਟਲ ਨਹੀਂ ਰਹੇ। ਬਿਲਕੁਲ ਨਹੀਂ, ਜਿਹੜਾ ਬੀਜੇਪੀ ਦੇ ਹੱਥ 'ਚ ਉਦੋਂ ਆਇਆ ਸੀ ਹੁਣ ਫੇਰ ਗਾਹ ਨੂੰ ਆਊਗਾ। ਹੁਣ ਇੱਕ ਰੈਫਰੈਂਸ ਪੁਆਇੰਟ ਬਣੀ ਜਾਂਦਾ ਆਪਣਾ ਕਿਸਾਨ ਸੰਸਦ ਵੱਲ ਜਿਹੜੇ ਮਾਰਚ ਦੀ ਗੱਲ ਹੈ। ਹਾਂਜੀ, ਉਹੀ ਸ਼ਕਤੀਆਂ ਜਿਹੜੀਆਂ ਲਾਲ ਕਿਲ੍ਹੇ ਵਾਲੇ ਘਟਨਾਕ੍ਰਮ ਨੂੰ ਚਾਹੁੰਦੀਆਂ, ਉਹੀ ਸ਼ਕਤੀਆਂ ਨੇ ਹੁਣ ਇਹ ਕਹਿਣਾ ਸ਼ੁਰੂ ਕਰਤਾ ਵੀ ਉੱਥੇ ਜਾਵਾਂਗੇ, ਬੈਠਾਂਗੇ। ਹਾਲਾਂਕਿ ਸਿਰਫ ਇੰਨੀ ਅਨਾਉਂਸਮੈਂਟ ਹੈ ਵੀ ਉੱਥੋਂ ਤੱਕ ਮਾਰਚ ਕਰਨਾ, ਇਦੋਂ ਵੱਧ ਅਨਾਉਂਸਮੈਂਟ ਅੱਗੇ ਹੈ। ਰਾਜੇਵਾਲ ਹੋਰੀ, ਹੋਰ ਕਿਸਾਨ ਲੀਡਰ ਜੋਗਿੰਦਰ ਸਿੰਘ ਰਾਹਾਂ ਹੋਰੀ ਇਹ ਕਹਿ ਚੁੱਕਿਆ ਵਾਰ-ਵਾਰ ਵੀ ਮਾਰਚ ਦਾ ਪ੍ਰੋਗਰਾਮ ਹੈ, ਇਸ ਤੋਂ ਅੱਗੇ ਦਾ ਹਾਲੇ ਅਸੀਂ ਠੋਸ ਰੂਪ 'ਚ ਵੀ ਕਿਵੇਂ ਕਰਾਂਗੇ, ਕਿੱਥੋਂ ਤੁਰਾਂਗੇ, ਕਿੱਥੋਂ ਤੱਕ ਜਾਣਾ, ਕੀ ਕਰਨਾ, ਸਾਰਾ ਅਸੀਂ ਵਿਉਂਤਣਾ ਹੈ। ਪਰ ਉਦੋਂ ਪਹਿਲਾਂ ਹੀ ਵੀ ਹੁਣ ਪਾਰਲੀਮੈਂਟ ਦਾ ਘਰਾਓ ਹੋਊਗਾ, ਪਾਰਲੀਮੈਂਟ ਚੋਂ ਕਾਨੂੰਨ ਬਣੇ ਆ, ਉੱਥੇ ਜਾ ਕੇ ਬੈਠਾਂਗੇ, ਜਦੋਂ ਮੁੱਕੂਗਾ ਉਦੋਂ ਕਰਾਂਗੇ। ਇਹ ਵੀ ਅੱਜ ਧਾਰਮਿਕ ਰੰਗ 'ਚ ਨਹੀਂ ਹੈ ਇਸ ਗੱਲ ਦੀ। ਉਹ ਆਪਣੇ ਆਪ 'ਚ ਜਿਵੇਂ ਪਹਿਲਾਂ ਸੀਗਾ ਵੀ ਰਿੰਗ ਰੋਡ ਤੋਂ ਹੁਣ ਪਿੱਛੇ ਕਿਵੇਂ ਹਟਦੇ ਹੋ, ਉਹੀ ਜਿਹੀ ਹਾਲਤ ਹੁਣ ਪੈਦਾ ਹੋਣੀ ਹੈ ਵੀ ਕਿਸਾਨ ਲੀਡਰਸ਼ਿਪ ਲੋਕਾਂ ਦੀ ਤਾਕਤ ਨੂੰ ਅੰਗ ਕੇ, ਮੋਦੀ ਹਕੂਮਤ ਦੇ ਵਿਹਾਰ ਨੂੰ ਅੰਗ ਕੇ, ਉਹਦੀ ਤਾਕਤ ਨੂੰ ਅੰਗ ਕੇ, ਆਪਦੇ ਸਪੋਰਟਿਵ ਘੇਰੇ ਨੂੰ, ਉਹਦੀ ਤਾਕਤ ਨੂੰ ਅੰਗ ਕੇ ਇਸ ਸਾਰੀ ਗੱਲ ਦੇ ਆਧਾਰ ਤੇ ਕੀ ਫੈਸਲਾ ਕਰੇਗੀ ਵੀ ਅਸੀਂ ਹੁਣ ਕਿੰਨਾ ਸਮਾਂ ਜਿਹੜਾ ਉਹ ਕਿੱਥੋਂ ਤੱਕ ਮਾਰਚ ਕਰਨਾ, ਕਿੰਨਾ ਸਮਾਂ ਬੈਠ ਸਕਦੇ ਹਾਂ। ਬੈਠੀ ਤਾਂ ਅਸੀਂ ਹੈਗੇ ਹੀ ਆ ਪਹਿਲਾਂ ਦਿੱਲੀ। ਇਹ ਸਾਰੀਆਂ ਗੱਲਾਂ ਜੇ ਕੋਈ ਅੱਜ ਹੀ ਕਹਿਣ ਲੱਗ ਜੇ ਕਿਸਾਨ ਲੀਡਰਸ਼ਿਪ ਨੂੰ ਲੰਘ ਕੇ, ਜਿਹਦਾ ਮਤਲਬ ਇੱਕ ਦਬਾਅ ਬਣਾਉਣ ਦਾ ਤਰੀਕਾ ਹੈ ਹੁਣ ਵੀ ਕਿ ਕਿਸਾਨ ਲੀਡਰਸ਼ਿਪ ਹੁਣ ਸਾਡੇ ਕਹੇ ਤੇ ਸੰਸਦ ਦਾ ਘਰਾਓ ਕਰੇ। ਜਿਵੇਂ ਪਹਿਲਾਂ ਇਹ ਦਬਾਅ ਸੀ ਵੀ ਸਾਡੇ ਕਹੇ ਤੇ ਰਿੰਗ ਰੋਡ ਤੇ ਮਾਰਚ ਕਰੇ, ਜੋ ਸਾਨੂੰ ਲੱਗਦਾ। ਉਦੋਂ ਮੰਨ ਲਓ ਕਿਸਾਨ ਲੀਡਰਸ਼ਿਪ ਨੇ ਰਿੰਗ ਰੋਡ ਦਾ ਆਪਣਾ ਰਿੰਗ ਰੋਡ ਵਾਲੇ ਤੋਂ ਕੋਈ ਪਿੱਛੇ ਹਟ ਕੇ ਕੋਈ ਤੈਅ ਕਰ ਲਿਆ। ਇਹ ਆਪਣੇ ਆਪ 'ਚ ਕੋਈ ਬਹੁਤ ਵੱਡੀ ਗੱਲ ਨਹੀਂ ਸੀ। ਰਿੰਗ ਰੋਡ ਤੇ ਪਰੇਡ ਹੋ ਕੇ ਐ ਹੋ ਜਾਣਾ ਸੀ, ਤੇ ਹੁਣ ਰਿੰਗ ਰੋਡ ਤੇ ਜੇ ਪਿੱਛੇ ਪਰੇਡ ਹੋ ਗਈ, ਰਿੰਗ ਰੋਡ ਤੇ ਪਿੱਛੇ ਹੋਈ ਪਰੇਡ ਦਾ ਵੀ ਆਪਣਾ ਇੰਪੈਕਟ ਪੈਣਾ ਸੀ। ਉਹ ਇੰਪੈਕਟ ਮੰਨਿਆ ਕੀ ਨੇ, ਇੰਪੈਕਟ ਮੰਨ ਗਿਆ ਉਹ ਲਾਲ ਕਿਲ੍ਹੇ ਤੇ ਜਾਣ ਨੂੰ। ਬਿਲਕੁਲ ਅੱਜ ਵੀ ਇਹ ਖਤਰਾ ਜਿਹੜਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਬਾਹਰੀ ਤਾਕਤਾਂ, ਜਿਹੜੀਆਂ ਸੰਘਰਸ਼ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੀਆਂ, ਉਹ ਕਿਸਾਨ ਲੀਡਰਸ਼ਿਪ ਦੇ ਉੱਤੇ ਦਬਾਅ ਬਣਾ ਕੇ ਫਿਰ ਉਹ ਜਿਹਾ ਕੁਝ ਕਰਾਉਣ ਦੀ ਤਾਕਤ ਹੈ। ਇਸ ਕਰਕੇ ਜਿਹੜਾ ਇਹ ਫੇਜ਼ ਹੈ, ਇਹ ਫੇਜ਼ ਹੁਣ ਫੇਰ ਇੱਕ ਤਰ੍ਹਾਂ ਕਰੂਸ਼ੀਅਲ ਫੇਜ਼ ਬਣ ਗਿਆ। ਬਿਲਕੁਲ ਸਾਥੀ, ਇਸ ਗੱਲ ਨੂੰ ਬਚਣ ਦੀ ਲੋੜ ਪੈਣੀ ਹੈ ਵੀ ਜਿਹੜੀ ਪਹਿਲਾਂ ਗੱਲਾਂ ਉਹ ਦੁਹਰਾਈਆਂ ਨਾ ਜਾ ਸਕਣ, ਤੇ ਜਿੱਥੋਂ ਤੱਕ ਇਹ ਗੱਲਾਂ
ਵੀ ਹੁਣ ਕੌਣ ਇਹਦੇ ਹਮਾਇਤੀਆਂ 'ਚ ਆ ਸਕਦਾ, ਕਿਹਦੇ ਨਾਲ ਸਮਝੌਤਾ ਹੋ ਗਿਆ। ਮੈਂ ਤਾਂ ਫੇਰ ਜ਼ੋਰ ਦੇ ਕੇ ਕਹਿਣਾ ਚਾਹੂੰਗਾ ਇਸ ਗੱਲ ਤੇ ਵੀ ਉਹ ਘਟਨਾਵਾਂ ਹੁਣ ਵੀ ਰੈਫਰੈਂਸ ਹਵਾਲਾ ਨੁਕਤਾ ਰਹਿਣਗੀਆਂ। ਵੀ ਜੇ ਕੋਈ ਉਹਨਾਂ ਨੂੰ ਵੀ ਅਜੇ ਆਉਂਦਾ ਤੇ ਦੀਪ ਸਿੱਧੂ ਨਾਲ ਵੀ ਆਪਦੇ ਆਪ ਨੂੰ ਰੱਖਣ ਦੀ ਗੱਲ ਕਰਦਾ ਤੇ ਉਹ ਸਾਰੇ ਕੁਝ ਨੂੰ ਐਂ ਕਹਿੰਦਾ ਵੀ ਏਦਾਂ ਕੀ ਗਲਤ ਹੋ ਗਿਆ, ਤਾਂ ਫਿਰ ਉਹ ਕਿਸਾਨ ਸੰਘਰਸ਼ ਦਾ ਹਮਾਇਤੀ ਨਹੀਂ ਬਣਦਾ, ਉਹ ਕਿਸਾਨ ਸੰਘਰਸ਼ ਚੋਂ ਖਦੇੜੇ ਜਾਣ ਦਾ ਹੱਕਦਾਰ ਬਣਦਾ। ਤੇ ਅੰਤਮ ਤੌਰ ਤੇ ਇਹਨਾਂ ਸ਼ਕਤੀਆਂ ਨੂੰ ਖਦੇੜੇ ਤੋਂ ਬਿਨਾਂ, ਸੰਘਰਸ਼ ਤੋਂ ਪਾਸੇ ਕਰੇ ਤੋਂ ਬਿਨਾਂ ਇਸ ਸੰਘਰਸ਼ ਦੀ ਜਿੱਤ ਹੋ ਨਹੀਂ ਸਕਣੀ। ਕਿਉਂਕਿ ਇਹਦਾ ਮਤਲਬ ਇਹ ਹੈ ਵੀ ਗਵਰਨਮੈਂਟ ਦੇ ਕੋਲੇ ਉਹਦੇ ਟੂਲ ਹੈ ਜਿਹੜੇ ਉਹ ਇਹਦੇ ਵਿੱਚ ਫਿਰਦੇ ਆ। ਇਹ ਟੂਲ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਬੀਜੇਪੀ ਦਾ ਹਿੱਸਾ ਹੀ ਨੇ ਉਹ ਵਿਅਕਤੀ ਜਾਂ ਉਹ ਜਿਹੜੇ ਵੀ ਹਿੱਸੇ ਨੇ। ਇਹਦਾ ਮਤਲਬ ਹੁੰਦਾ ਵੀ ਉਹਨਾਂ ਦੇ ਇੰਟਰਸਟ ਤੇ ਬੀਜੇਪੀ ਦੇ ਇੰਟਰਸਟ ਉਸ ਵੇਲੇ ਰਲ ਜਾਂਦੇ ਆ। ਉਹ ਰਲ ਕੇ ਉਹ ਉਹਨੂੰ ਵਰਤਣ ਦੀ ਕੋਸ਼ਿਸ਼ ਕਰਦਾ, ਉਹਨੂੰ ਤੇ ਲਾ ਪਾ ਕੇ ਉਹ ਕੁੱਲ ਮਿਲਾ ਕੇ ਕਿਸਾਨ ਸੰਘਰਸ਼ ਦੇ ਖਿਲਾਫ ਉਹ ਚੀਜ਼ ਭੁਗਤਦੀ। ਇਸ ਪੱਖੋਂ ਸਟੇਟ ਹੋਣ ਦੀ ਲੋੜ। ਬਿਲਕੁਲ ਸਾਥੀ ਜੀ, ਇੱਕ ਮੈਂ ਤੁਹਾਡੀ ਟਿੱਪਣੀ ਲੈਣੀ ਚਾਹੂੰਗਾ। ਇਹ ਘਟਨਾ ਮੇਰੇ ਖਿਆਲ ਜਿਵੇਂ ਤੁਸੀਂ ਕਿਹਾ ਹੈ ਕਿ ਇਹੋ ਜਿਹੀਆਂ ਤਾਕਤਾਂ ਕੋਲੋਂ ਸੰਯੁਕਤ ਮੋਰਚੇ ਨੂੰ ਖਾਸ ਕਰਕੇ ਧਿਆਨ ਦੇਣਾ ਚਾਹੀਦਾ। ਸਾਥੀ ਜੀ, ਕੱਲ੍ਹ ਪਰਸੋਂ ਜਿਹੜੀ ਘਟਨਾ ਹੋਈ ਹੈ, ਅਸੀਂ ਪਹਿਲਾਂ ਤਾਂ ਉਹਦੀ ਡਟ ਕੇ ਨਿਖੇਧੀ ਕਰਦੇ ਹਾਂ ਜੇ ਉਹ ਖਬਰ ਸੱਚੀ ਹੈ ਕਿ ਲੱਖੇ ਸਿਧਾਣੇ ਦਾ ਜਿਹੜਾ ਚਾਚੇ ਦਾ ਬੇਟਾ ਹੈ ਉਹਨੂੰ ਪਟਿਆਲੇ ਤੋਂ ਚੱਕਿਆ ਗਿਆ, ਦਿੱਲੀ ਪੁਲਿਸ ਨੇ ਉਹਦੀ ਕੁੱਟਮਾਰ ਕੀਤੀ ਗਈ ਹੈ। ਉਹ ਵਿਜ਼ੂਅਲ ਵੀ ਤੁਸੀਂ ਦੇਖ ਸਕਦੇ ਹੋ, ਬਹੁਤ ਉਹਨਾਂ ਤਸ਼ੱਦਦ ਕੀਤਾ ਗਿਆ ਆ। ਪਰ ਸਾਨੂੰ ਇੱਦਾਂ ਸਾਥੀ ਜੀ ਲੱਗ ਰਿਹਾ ਹੈ ਕਿ ਇਹ ਸਾਰੀ ਜਿਹੜੀ ਗੱਲਬਾਤ ਹੈ ਐਂ ਲੱਗ ਰਿਹਾ ਵੀ ਜਿਵੇਂ ਦੀਪ ਸਿੱਧੂ ਦੀ ਪਹਿਲਾਂ ਐਂਟਰੀ ਕਰਨੀ ਸੀਗੀ, ਹੁਣ ਮੁੜ ਕੇ ਇਹ ਲੱਖੇ ਸਿਧਾਣੇ ਨੂੰ ਮੁੜ ਕੇ ਇੰਪੋਰਟੈਂਟ ਤਾਂ ਨਹੀਂ ਬਣਾਇਆ ਜਾ ਰਿਹਾ ਇਹ ਘਟਨਾ ਦਾ ਸਹਾਰਾ ਲੈ ਕੇ? ਹਾਂਜੀ, ਦੇਖੋ ਘਟਨਾ ਤਾਂ ਜੇ ਮੰਨੋ ਇਹੀ ਵਾਪਰਿਆ ਵੀ ਪੁਲਿਸ ਉਹਨਾਂ ਨੇ ਅਰੈਸਟ ਕਰਕੇ ਤੇ ਕੁੱਟਮਾਰ ਕੀਤੀ ਹੈ ਤਾਂ ਇਹਦੀ ਨਾ ਸਿਰਫ ਨਿੰਦਾ ਕਰਨੀ ਬਣਦੀ ਹੈ, ਇਹਦੇ ਖਿਲਾਫ ਆਵਾਜ਼ ਉਠਾਉਣੀ ਵੀ ਬਣਦੀ ਹੈ, ਇਹ ਡਿਮਾਂਡ ਕਰਨੀ ਵੀ ਬਣਦੀ ਹੈ ਵੀ ਉਹਦੀ ਪੜਤਾਲ ਕਰਕੇ ਤੇ ਉਹਨਾਂ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਪਰ ਇਹਦੇ ਚ ਪੜਤਾਲ ਦਾ ਸਵਾਲ ਜ਼ਰੂਰ ਸ਼ਾਮਲ ਹੈ, ਕਿਉਂਕਿ ਕੁਛ ਗੱਲਾਂ ਥੋੜੇ ਸਵਾਲ ਜਾਂ ਸ਼ੰਕੇ ਆਉਂ ਪੈਦਾ ਕਰਦੀਆਂ ਵੀ ਕਿਸੇ ਤਰ੍ਹਾਂ ਵੀ ਜਿਵੇਂ ਜਿਹੜਾ ਹੈਗਾ ਵੀ ਉਸੇ ਵੇਲੇ ਹੀ ਲੱਖਾ ਸਿਧਾਣਾ ਸ਼ਾਮਲ ਹੈ ਆਪਣੇ ਮਸਤੂਆਣੇ ਵਾਲੀ ਉੱਥੋਂ ਜਿਹੜਾ ਤੁਰਨ ਦੀ ਗੱਲ ਹੈ ਉੱਥੋਂ ਲਾਈਵ ਹੋਇਆ ਜਾ ਰਿਹਾ, ਚੈਨਲ ਉੱਥੇ ਆ, ਪਹਿਲਾਂ ਦੀ ਡੇਟ ਪਈ ਹੋਈ ਹੈ ਵੀ ਉਸੇ ਵੇਲੇ ਇਸ ਗੱਲ ਦੀ ਪੁੱਛ ਪੜਤਾਲ ਦੀ ਜਾਂ ਇਹਦੀ ਕੁੱਟਮਾਰ ਦੀ ਉਸ ਵੇਲੇ ਹੀ ਇਹਦੀ ਕੀ ਜ਼ਰੂਰਤ ਹੈ। ਇਹ ਗੱਲ ਜਿੱਥੋਂ ਤੱਕ ਇਹ ਸਵਾਲ ਹੈ ਵੀ ਜੇ ਆਮ ਰੂਪ ਚ ਨੌਜਵਾਨਾਂ ਨੂੰ ਖੌਫਜ਼ਦਾ ਕਰਨ ਦੀ ਜਾਂ ਦਹਿਸ਼ਤਜ਼ਦਾ ਕਰਨ ਦੀ ਕੋਸ਼ਿਸ਼ ਹੈ, ਇਸ ਪੱਖੋਂ ਤਾਂ ਇਹਦੀ ਨਿੰਦਾ ਕਰਨੀ ਬਣਦੀ ਹੈ। ਪਰ ਥੋੜਾ ਜਿਹਾ ਸਵਾਲ ਐ ਦੇਖਣ ਵਾਲਾ ਹੈ, ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਦੇਖੋ ਐ ਤਾਂ ਸਵਾਲ ਇਸ ਪੱਖੋਂ ਜ਼ਰੂਰ ਉੱਠਦੇ ਨੇ ਕੁਛ ਵੀ ਜਿਹੜੀ ਇਹ ਚੀਜ਼ਾਂ ਇਹ ਇੱਕ ਤਰ੍ਹਾਂ ਜਿਹੜੀਆਂ ਕਿਸਾਨ ਜਥੇਬੰਦੀਆਂ, ਜਿਹੜੀ ਕਿਸਾਨ ਜਥੇਬੰਦ ਤਾਕਤ ਰੀਅਲ ਦੇ ਵਿੱਚ ਅਸਲ ਦੇ ਵਿੱਚ ਉਹਦੇ ਵਾਸਤੇ ਚੁਣੌਤੀ ਬਣੀ ਹੋਈ ਹੈ ਮੋਦੀ ਹਕੂਮਤ ਵੇਲੇ, ਇਸ ਵੇਲੇ ਮੋਦੀ ਹਕੂਮਤ ਸਾਹਮਣੇ, ਤੇ ਜਿਹੜੀ ਤਰ੍ਹਾਂ ਸੰਘਰਸ਼ ਨੂੰ ਅੱਗੇ ਵਧਾ ਰਹੀ ਹੈ, ਜਿਹਦੇ ਦੁਆਲੇ ਲਾਮਬੰਦੀ ਹੋਈ ਹੈ, ਉਹਦੇ ਲੀਡਰਾਂ ਜਾਂ ਜਿਹੜੇ ਉਹਦੇ ਆਪਣੇ ਕਹਿ ਲਓ ਕਿਸੇ ਇੰਪੋਰਟੈਂਟ ਐਕਟਿਵਿਸਟ ਨੂੰ ਅਰੈਸਟ ਜਾਂ ਉਹਦੀ ਅਟੈਂਪਟ ਨਹੀਂ ਕੀਤੀ ਪੁਲਿਸ। ਇਸ ਕਰਕੇ ਜਿਹੜੀ ਇਹ ਮਤਲਬ ਇਸ ਤਰ੍ਹਾਂ ਦੀ ਚਰਚਾ ਹੈ ਵੀ ਲੱਖੇ ਸਿਧਾਣੇ ਨੂੰ ਮਤਲਬ ਉਹਨੂੰ ਗ੍ਰਿਫਤਾਰ ਕਰਨ ਦੀਆਂ ਜਾਂ ਗੱਲਾਂ, ਦੇਖੋ ਇਹ ਐ ਤਾਂ ਕਹਿਣਾ ਮੁਸ਼ਕਿਲ ਹੈ ਵੀ ਬੀਜੇਪੀ ਵਾਲਿਆਂ ਨੇ ਇਹ ਐਂ ਸੋਚ ਕੇ ਕੀਤਾ ਹੈ ਵੀ ਉਹਨੂੰ ਹੀਰੋ ਬਣਾਉਣਾ ਜਾਂ ਉਹ ਕਰਨਾ। ਪਰ ਇੱਕ ਗੱਲ ਜ਼ਰੂਰ ਹੈ ਵੀ ਇੰਨਾ ਐਲਾਨੀਆਂ ਇੱਥੋਂ ਜਾਣਾ, ਮੁੜ ਕੇ ਉੱਥੇ ਦਿੱਲੀ ਪਹੁੰਚਣਾ, ਇਹ ਸਾਰੇ ਰਸਤੇ ਦੇ ਵਿੱਚ ਕੁਛ ਗੱਲਾਂ ਦੇ ਜਿਹੜੇ ਜਵਾਬ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਮਿਲਣਗੇ। ਯਾਨੀ ਜਿਹੜੇ ਹਾਲੇ ਜਿਨ੍ਹਾਂ ਬਾਰੇ ਆਪ ਨੂੰ ਹਾਲੇ ਕੋਈ ਟਿੱਪਣੀ ਉਹਦੇ ਤੇ ਅਗਾਊਂ ਹੋਊਗੀ। ਇੱਕ ਗੱਲ ਜਿਹੜੀ ਮੈਂ ਜ਼ਰੂਰ ਕਹਿਣਾ ਵੀ ਜਿਹੜੀ ਸਾਨੂੰ ਸਪਸ਼ਟ ਲੱਗਦੀ ਹੈ ਜਾਂ ਸਾਨੂੰ ਦੇਖਣੀ ਚਾਹੀਦੀ ਹੈ, ਉਹ ਇਹ ਦੇਖਣੀ ਚਾਹੀਦੀ ਹੈ ਵੀ ਹਾਲੇ ਵੀ ਜਿਹੜਾ ਪੈਂਤੜਾ ਲੱਖੇ ਸਿਧਾਣੇ ਦਾ ਹੈਗਾ ਇਹਦੇ ਵਿੱਚ, ਉਹ ਪੈਂਤੜਾ ਘੱਟੋ ਘੱਟ ਬੀਜੇਪੀ ਨੂੰ ਘਾਟਾ ਪਾਉਣ ਵਾਲਾ ਨਹੀਂ, ਉਹ ਇਹਦਾ ਲਾਹਾ ਹਾਲੇ ਵੀ ਲੈ ਸਕਦੀ। ਇੰਨੀ ਕੁ ਮੈਂ ਟਿੱਪਣੀ ਕਰਨੀ ਚਾਹੀਦੀ। ਬਿਲਕੁਲ ਸਾਥੀ ਜੀ, ਉਹਦੇ ਵਿੱਚ ਮੈਂ ਦੇਖ ਰਿਹਾ ਸੀ ਉਹ ਨੌਜਵਾਨ ਦੀ ਇੰਟਰਵਿਊ ਕਿ ਉਹਨੂੰ ਬਾਰ-ਬਾਰ ਪੁਲਿਸ ਜੋ ਵੀ ਸੀਗੇ ਉਹ ਬੰਦੇ ਉਹ ਪੁੱਛ ਰਹੇ ਨੇ ਵੀ ਲੱਖਾ ਸਿਧਾਣਾ ਕਿੱਥੇ ਹੈ, ਉਹ ਤੇ ਬਾਹਰ ਉੱਥੇ ਰੈਲੀ ਦੇ ਵਿੱਚ ਘੁੰਮ ਰਿਹਾ ਹੈ, ਜੇ ਤੁਸੀਂ ਉਹਨੂੰ ਗ੍ਰਿਫਤਾਰ ਹੀ ਕਰਨਾ ਹੈ। ਇਹ ਆਪਣੇ ਆਪ ਦੇ ਵਿੱਚ ਬਹੁਤ ਜਿਹੜੇ ਉਹ ਸਵਾਲ ਜਿਹੜੇ ਉਹ ਖੜੇ ਕਰਦਾ ਹੈ। ਤਾਂ ਸਾਥੀ ਜੀ, ਇਸ ਤੋਂ ਇਲਾਵਾ ਜੇ ਆਪਾਂ ਹੁਣ ਇਸ ਟਾਈਮ ਸੰਘਰਸ਼ ਕਿਹੜੇ ਮੋੜ ਤੇ ਖੜਾ ਹੈ, ਔਰ ਜਿਵੇਂ ਤੁਸੀਂ ਪਹਿਲਾਂ ਗੱਲਬਾਤ ਕੀਤੀ ਹੈ ਕਿ ਦਿੱਲੀ ਦੀ ਪਾਰਲੀਮੈਂਟ ਦੀ ਜਿਹੜਾ ਮਾਰਚ ਕਰਨ ਜਿਹੜਾ ਪਲਾਨ ਹੈ ਆ, ਤੁਸੀਂ ਕਿਵੇਂ ਦੇਖਦੇ ਹੋ ਕਿ ਕਿਹੜੇ ਮੋੜ ਤੇ ਆਪਣਾ ਸੰਘਰਸ਼ ਖੜਾ ਹੈ? ਔਰ ਇੱਕ ਗੱਲ ਤੇ ਪੱਕੀ ਹੈ
ਕਿ ਇਸ ਸੰਘਰਸ਼ ਤੋਂ ਬਾਅਦ ਜਦੋਂ ਵੀ ਇਹ ਖਤਮ ਹੁੰਦਾ ਹੈ, ਖਤਮ ਤੇ ਖੈਰ ਚੱਲਦਾ ਹੀ ਰਹਿਣਾ, ਇਸ ਤੋਂ ਬਾਅਦ ਹੋਰ ਚੱਲਦੇ ਰਹਿਣਗੇ, ਜਿਹੜੀ ਭਾਰਤ ਦੀ ਜਿਹੜੀ ਪੋਲਿਟਿਕਸ ਹੈ, ਭਾਰਤ ਮੁੜ ਕੇ ਉਹੋ ਜਿਹਾ ਨਹੀਂ ਹੋਊਗਾ ਜਿਵੇਂ ਜਿਹੋ ਜਿਹਾ ਪਹਿਲਾਂ ਸੀਗਾ। ਸੋ ਤੁਸੀਂ ਕਿਵੇਂ ਅਖੀਰ ਦੇ ਵਿੱਚ ਇਹਨੂੰ ਸਮ ਅਪ ਕਰਦੇ ਹੋ ਗੱਲਬਾਤ ਨੂੰ ਸਾਰੀ ਨੂੰ? ਹਾਂਜੀ ਦੇਖੋ, ਇਹਦੇ ਚ ਇੱਕ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਦੋਂ ਇਹ ਕਿਸਾਨ ਸੰਘਰਸ਼ ਸ਼ੁਰੂ ਹੋਇਆ, ਜੋ ਉਸ ਤੋਂ ਪਹਿਲਾਂ ਦਾ ਇੱਕ ਤਰ੍ਹਾਂ ਪਿਛਲੇ 5-6 ਸਾਲ ਦੇ ਅੰਦਰ ਮੋਦੀ ਸਰਕਾਰ ਹੈ ਜਿਹੜੀ, ਉਹ ਇੱਕ ਫਾਸਿਸਟ ਸਰਕਾਰ ਦੇ ਤੌਰ ਦੇ ਉੱਤੇ ਜਿਵੇਂ ਲੋਕਾਂ ਨੂੰ ਚੁਣੌਤੀ ਰਹਿਤ ਜਾਪ ਰਹੀ ਸੀ ਜੀ, ਜਿਵੇਂ ਐਂ ਲੱਗਦਾ ਸੀ ਵੀ ਜੋ ਜੀ ਚਾਹਿਆ ਕਰੀ ਆ ਰਹੇ, ਤੇ ਇਹਦੇ ਖਿਲਾਫ ਬੁੱਧੀਜੀਵੀ ਹਿੱਸੇ, ਜਮਹੂਰੀ ਚੇਤਨਾ ਵਾਲੇ ਹਿੱਸੇ ਉਹ ਆਵਾਜ਼ ਵੀ ਉਠਾ ਰਹੇ ਸੀ, ਜੂਝ ਵੀ ਰਹੇ ਸੀ। ਆਡੜ ਸਾਹਿਬਾਂ ਤੇ ਲੋਕ ਵੀ ਹੇਠਲੀਆਂ ਫੋਰਮਾਂ 'ਚ ਜਾਂ ਟੁੱਟਵੇਂ ਖਿੰਡਵੇਂ ਰੂਪ 'ਚ ਇਹਦਾ ਵਿਰੋਧ ਕਰ ਰਹੇ ਸੀ। ਇਸ ਪੱਖ ਤੋਂ ਤਾਂ ਇਸ ਕਿਸਾਨ ਸੰਘਰਸ਼ ਨੇ ਬਹੁਤ ਵੱਡੀ ਪ੍ਰਾਪਤੀ ਕਰ ਲਈ। ਇਹਨੇ ਇਹ ਦਰਸਾਤਾ ਵੀ ਇਹ ਹਕੂਮਤ ਚੁਣੌਤੀ ਰਹਿਤ ਨਹੀਂ ਹੈ, ਇਹ ਭਰਮ ਹੈ। ਇਹ ਵੀ ਭਰਮ ਹੈ ਵੀ ਜਿਹੜਾ ਐਂ ਲੱਗਦਾ ਵੀ ਇਹ ਤਾਂ ਹੁਣ ਗਵਰਨਮੈਂਟ ਸਟੇਬਲ ਹੋ ਗਈ, ਇਹਨੇ ਤਾਂ ਸੰਸਥਾਵਾਂ 'ਚ ਵੀ ਆਪਦੇ ਬੰਦੇ ਬਿਠਾ ਲਏ ਤੇ ਆਪਣੇ ਰਾਜ ਸਭਾ ਲੋਕ ਸਭਾ 'ਚ ਤਾਂ ਚਲੋ ਲੋਕ ਸਭਾ 'ਚ ਤਾਂ ਸੀਟਾਂ ਹੈਗੀਆਂ ਹੀ ਆ, ਹੁਣ ਰਾਜ ਸਭਾ 'ਚ ਵੀ ਪੂਰੀਆਂ ਕਰ ਲੈਣਗੇ ਤੇ ਇਉਂ ਕਰਕੇ ਵੀ ਹੁਣ ਇਹਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਇੱਕ ਤਾਂ ਇਹਨੇ ਇਹ ਗੱਲ ਸਮਾਪਤ ਕਰਤੀ ਵੀ ਇਹ ਚੁਣੌਤੀ ਦਿੱਤੀ ਜਾ ਸਕਦੀ ਹੈ, ਤੇ ਚੁਣੌਤੀ ਦਿੱਤੀ ਵੀ ਸੰਘਰਸ਼ ਦੇ ਅਖਾੜਿਆਂ 'ਚ ਜਾਂਦੀ ਹੈ। ਚੁਣੌਤੀ ਇਹਨਾਂ ਦੀਆਂ ਹਾਕਮਾਂ ਦੀਆਂ ਜਿਹੜੀਆਂ ਸੰਸਥਾਵਾਂ, ਚਾਹੇ ਪਾਰਲੀਮੈਂਟਾਂ ਚਾਹੇ ਵਿਧਾਨ ਸਭਾਵਾਂ, ਉਹਦੇ ਅੰਦਰ ਚੁਣੌਤੀ ਇਹਨਾਂ ਨੂੰ ਦੇਣੀ, ਹਾਕਮ ਜਮਾਤ ਉੱਥੇ ਚੁਣੌਤੀ ਹਾਕਮ ਜਮਾਤਾਂ ਹੀ ਦਿੰਦੀਆਂ। ਉਹ ਕਿੰਨੀਆਂ ਕੁ ਦੂਜੀਆਂ ਪਾਰਟੀਆਂ ਉਹ ਆਪਾਂ ਨੂੰ ਪਤਾ ਹੀ ਹੈ, ਤੇ ਲੋਕ ਚੁਣੌਤੀ ਹੈ ਜਿਹੜੀ ਉਹ ਬਾਹਰਲੇ ਪਾਸੇ ਹੀ ਦਿੰਦੇ ਆ ਇਹਨਾਂ ਪਾਰਲੀਮੈਂਟਾਂ ਦੀਆਂ ਸੰਸਥਾਵਾਂ ਤੋਂ, ਤੇ ਉਹ ਚੁਣੌਤੀ ਕਿਸਾਨੀ ਨੇ ਦਿੱਤੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਇੱਕ ਤਾਂ ਇਹਨੇ ਮੁਲਕ ਪੱਧਰ ਦੇ ਉੱਤੇ ਕਿਸਾਨੀ ਦੀ ਏਕਤਾ ਦਿਖਾਈ, ਦੂਜੇ ਤਬਕਿਆਂ ਨਾਲ ਬਣ ਰਹੀ ਸਾਂਝ ਦਿਖਾਈ। ਨਵੀਂ ਆਰਥਿਕ ਨੀਤੀਆਂ ਜਾਂ ਇਹ ਕਹਿ ਲਓ ਜਿਹੜੇ ਆਰਥਿਕ ਸੁਧਾਰ ਜਿਨ੍ਹਾਂ ਨੂੰ ਲਾਗੂ ਕਰਨ ਵਾਸਤੇ ਇਹ ਹਕੂਮਤ ਫਿਰਕਾ ਪ੍ਰਸਤੀ ਦਾ ਤੇ ਬਾਕੀ ਚੀਜ਼ਾਂ ਦਾ ਪਸਾਰਾ ਕਰਦੀ ਹੈ ਜਾਂ ਉਹਦੇ ਟੂਲ ਬਣਾਉਂਦੀ ਹੈ, ਉਹਨੂੰ ਵਰਤਦੀ ਹੈ, ਉਹ ਆਰਥਿਕ ਸੁਧਾਰ ਨਿੱਜੀਕਰਨ ਦੀਆਂ ਨੀਤੀਆਂ ਲੋਕਾਂ ਦੇ ਏਜੰਡੇ ਤੇ ਆ ਰਹੀਆਂ, ਨਿਸ਼ਾਨੇ ਤੇ ਆ ਰਹੀਆਂ। ਇਸ ਪੱਖ ਤੋਂ ਇਸ ਸੰਘਰਸ਼ ਨੇ ਲੋਕਾਂ ਦੀ ਜਿਹੜੀ ਹੱਕਾਂ ਦੀ ਲਹਿਰ ਹੈ ਉਹਦੀ ਸਮਰੱਥਾ ਦੀਆਂ, ਲੋਕਾਂ ਦੀ ਲਾਮਬੰਦੀ ਦੀ, ਸੰਘਰਸ਼ ਕਰਨ ਦੀ ਸਮਰੱਥਾ ਦੀਆਂ ਜਿਹੜੀਆਂ ਸੰਭਾਵਨਾਵਾਂ ਉਹ ਲੋਕਾਂ ਨੂੰ ਦਿਖਾਈਆਂ। ਠੀਕ ਹੈ, ਜਿੱਤ ਹਾਰ ਤਾਂ ਵਕਤੀ ਗੱਲਾਂ, ਉਹਨੇ ਜਿਹੜਾ ਹੁਣ ਮੈਂ ਤਾਂ ਇਹ ਵੀ ਕਹੂੰਗਾ, ਜਿਹੜਾ ਲੋਕ ਕਹਿਣ ਲੱਗ ਜਾਂਦੇ ਵੀ ਕਈ ਵਾਰੀ ਆਪਣੇ ਬਹੁਤ ਸਿੱਧੇ ਢੰਗ ਨਾਲ ਆਪਣੇ ਬਹੁਤ ਸਾਰੇ ਲੋਕ ਸੰਬੋਧਨ 'ਚ ਗੱਲਾਂ ਕਰਦੇ ਵੀ ਜੇ ਹੁਣ ਆਹ ਸੰਘਰਸ਼ ਹਾਰ ਗਏ ਵੀ ਫੇਰ 100 ਸਾਲ ਨਹੀਂ ਕੁਛ ਹੋਣਾ। ਇਹ ਕੋਈ ਗੱਲਾਂ ਨਹੀਂ ਹੈਗੀਆਂ, ਨਾ 100 ਸਾਲਾਂ ਦਾ ਮਸਲਾ ਹੈ, ਨਾ 50 ਸਾਲਾਂ ਦਾ। ਜਿਸ ਦੇ ਉੱਤੇ, ਜਿਸ ਰਫਤਾਰ ਦੇ ਉੱਤੇ ਉਹ ਆਰਥਿਕ ਸੁਧਾਰਾਂ ਦਾ ਹੱਲਾ ਲਾਗੂ ਕਰ ਰਹੇ ਹੈ, ਲੋਕਾਂ ਦੇ ਕੋਲ ਕਰਨ ਤੋਂ ਬਿਨਾਂ ਕੋਈ ਰਾਹ ਬਚ ਰਿਹਾ। ਲੋਕ ਇਦੋਂ ਪਹਿਲਾਂ ਭਲਾ ਕਿੰਨੀਆਂ ਕਿਸਾਨੀਆਂ ਜਿੱਤੀਆਂ ਸੀ ਕਿਸਾਨੀ ਨੇ, ਜੇ ਐਂ ਕਹਿਣਾ ਹੋਵੇ, ਇਦੋਂ ਪਹਿਲਾਂ ਵੀ ਤਾਂ ਉਹ ਲਾਗੂ ਕਰਦੇ ਹੀ ਤੁਰੇ ਆ ਰਹੇ ਆ। ਮਲਟੀਨੈਸ਼ਨਲ ਕੰਪਨੀਆਂ ਨੇ ਕਿੰਨੀ ਲੁੱਟ ਕਰ ਲਈ ਕਿਸਾਨਾਂ ਦੀ, ਪਰ ਇਹਦੇ ਬਾਵਜੂਦ ਵੀ ਕਿਸਾਨ ਪਹਿਲਾਂ ਨਾਲੋਂ ਹੋਰ ਵੱਧ ਤਕੜੇ ਹੋ ਕੇ ਸੰਘਰਸ਼ ਦੇ ਮੈਦਾਨ 'ਚ ਆਉਂਦੇ। ਇਸ ਕਰਕੇ ਇਹ ਛੋਟੀ ਗੱਲ ਹੋਊਗੀ ਵੀ ਕਾਨੂੰਨ ਹੈ ਜਿਹੜੇ ਉਹ ਇੱਕ ਵਾਰੀ ਮੁਕੰਮਲ ਰੂਪ 'ਚ ਵਾਪਸ ਕਰਾ ਲਏ ਜਾਂਦੇ ਆ, ਜਾਂ ਉਹ ਕਿੱਥੇ ਜੇ ਖੜਦੇ ਆ ਕਿੱਥੇ ਨਹੀਂ, ਇਹ ਬਾਤ ਦੀ ਗੱਲ ਆ। ਪਹਿਲੀ ਗੱਲ ਇਹ ਹੈ ਵੀ ਖੇਤੀ ਖੇਤਰ ਦੇ ਅੰਦਰ ਜਿਹੜੇ ਨਵੀਆਂ ਨੀਤੀਆਂ ਵਾਲੇ ਇਹ ਸੁਧਾਰ ਹੈ, ਇਹਨਾਂ ਦੇ ਖਿਲਾਫ ਲੜਾਈ ਦਾ ਮੋਰਚਾ ਵੱਜ ਚੁੱਕਿਆ, ਨਿਰਭਰ ਇਸ ਗੱਲ ਤੇ ਕਰਦਾ। ਇਸ ਸੰਘਰਸ਼ ਦੇ ਹੁਣ ਤੱਕ ਦੇ ਤਜਰਬੇ 'ਚੋਂ ਜਿਹੜੇ ਪੰਜਾਬ ਦੀ ਤੇ ਮੁਲਕ ਦੇ ਕਿਸਾਨਾਂ ਦੀ ਲਹਿਰ ਹੈ, ਉਹ ਕੀ ਸਬਕ ਗ੍ਰਹਿਣ ਕਰੇ, ਉਹ ਹੋਰ ਤਬਕਿਆਂ ਨੂੰ ਕਿੰਨਾ ਨਾਲ ਲੈਂਦੀ ਹੈ, ਉਹ ਖੇਤ ਮਜ਼ਦੂਰਾਂ ਨੂੰ ਕਿੰਨਾ ਨਾਲ ਲੈਂਦੀ ਹੈ, ਉਹ ਇਹਨਾਂ ਸੁਧਾਰਾਂ ਨੂੰ ਜਿਹੜੇ ਇਹਨਾਂ ਦੇ ਸਾਮਰਾਜੀ ਆਪਣੇ ਇਹਨਾਂ ਕਾਨੂੰਨਾਂ ਨੂੰ ਸਾਮਰਾਜੀ ਹੱਲੇ ਦੇ ਨਾਲ ਕਿੰਨਾ ਜੋੜਦੀ ਹੈ। ਕਿਉਂਕਿ ਇਹ ਗੱਲ ਦੀ ਵਿਆਖਿਆ ਵੀ ਫੇਰ ਹੀ ਹੁੰਦੀ ਹੈ ਜਦੋਂ ਕਹਿੰਦੇ ਨਾ ਵੀ ਸੰਘਰਸ਼ ਇੰਨਾ ਲੰਮਾ ਹੋ ਗਿਆ, ਮੰਨਦੀ ਨਹੀਂ ਸਰਕਾਰ। ਉੱਥੇ ਵੀ ਅਸੀਂ ਕਈ ਵਾਰੀ ਅਵਾਨੀ ਅਡਾਨੀ ਤੱਕ ਸੀਮਿਤ ਕਰਕੇ ਦੇਖ ਲੈਂਦੇ ਹਾਂ ਗੱਲ। ਇੱਥੇ ਵੀ ਮੈਂ ਤਾਂ ਇਹ ਕਹਿਣਾ ਚਾਹੂੰਗਾ ਇਹ ਗੱਲ ਠੀਕ ਹੈ ਵੀ ਜਿਹੜੇ ਕੈਪੀਟਲਿਸਟ ਜਾਂ ਆਪਣੇ ਇਹ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਦੀ ਹਕੂਮਤ ਦੇ ਨਾਲ ਜ਼ਿਆਦਾ ਨੇੜਤਾ ਹੁੰਦੀ ਹੈ, ਸਿੱਧੀ ਨੇੜਤਾ ਹੁੰਦੀ ਹੈ, ਤਾਂ ਠੀਕ ਆ, ਉਹ ਵਿਸ਼ੇਸ਼ ਨਿਸ਼ਾਨਾ ਬਣਨੀ ਚਾਹੀਦੀ ਹੈ। ਪਰ ਇਹ ਇੱਥੋਂ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਗੱਲ। ਹਾਲੇ ਟਾਟੇ ਹੋਰੀ ਵੀ ਮੈਦਾਨ 'ਚ ਹੀ ਹੈ, ਬਜਾਜ ਹੋਰੀ ਤੇ ਦੂਜੇ ਵੀ, ਉਹ ਵੀ ਕਿਤੇ ਨਹੀਂ ਗਏ। ਇਸ ਕਰਕੇ ਉਹਨਾਂ ਜਿਹਦਾ ਮਤਲਬ ਇੱਕ ਇੰਪੋਰਟੈਂਟ ਗੱਲ ਇਹ ਹੈ ਵੀ ਪੰਜਾਬ ਜਿਹੜੀ ਸਾਡੇ ਦੇਸ਼ ਦੀ ਦਲਾਲ ਸਰਮਾਏਦਾਰਾਂ ਦੀ ਇਹ ਜਮਾਤ ਹੈ, ਉਹ ਇੱਕ ਤਾਂ ਲੋਕਾਂ ਨੂੰ ਦਿਖਣੀ ਚਾਹੀਦੀ ਹੈ ਵੀ ਆਹ ਜਮਾਤ ਦੇ ਹਿੱਤ ਹੈ, ਕਿਸੇ ਇੱਕ ਅਬਾਨੀ ਜਾਂ ਅਡਾਨੀ ਦੀ, ਜਿਹਦੇ ਵਾਸਤੇ। ਉਸ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਸਾਮਰਾਜੀ ਕੰਪਨੀਆਂ ਤੇ ਸਾਮਰਾਜੀ ਮੁਲਕ, ਉਹ ਮੁਲਕ ਇਹਨਾਂ ਕਾਨੂੰਨਾਂ ਦੇ ਪਿੱਛੇ ਖੜੇ ਆ। ਕਿਵੇਂ ਉਹਨਾਂ ਨੇ ਅੱਡ
WTO ਦੀਆਂ ਕਾਨਫਰੰਸਾਂ ਦੇ ਵਿੱਚ ਭਾਰਤ ਦੇ ਆਗੂਆਂ ਦੀ ਬਾਂਹ ਨੂੰ ਮਰੋੜਾ ਦੇ ਕੇ ਇਹ ਫੈਸਲੇ ਲਾਗੂ ਕਰਾਉਣ ਦੀ ਗੱਲ ਕੀਤੀ ਹੈ, ਕਿਵੇਂ ਇਹ ਉੱਥੇ ਸਾਈਨ ਕਰਕੇ ਆਏ ਹੋਏ ਹੈ। ਇਹ ਗੱਲਾਂ ਵੀ ਲੋਕਾਂ ਦੇ ਸਾਹਮਣੇ ਲੈ ਕੇ ਆਉਣੀਆਂ ਕਿਸਾਨ ਲਹਿਰ ਦਾ ਇੱਕ ਕੰਮ ਬਣਦਾ। ਖਾਸ ਕਰਕੇ ਜਿਹੜੀਆਂ ਮੰਗਾਂ ਨੇ ਵੀ ਖੇਤੀ ਕਾਨੂੰਨ ਰੱਦ ਕਰੋ, ਇਹ ਤਾਂ ਠੀਕ ਹੈ, ਖੇਤੀ ਕਾਨੂੰਨ ਰੱਦ ਹੋ ਵੀ ਜਾਣ, ਖੇਤੀ ਕਾਨੂੰਨਾਂ ਨੂੰ ਹੋਰ ਸ਼ਕਲ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੀ ਹੈ। ਉਹ ਇੱਕ ਕਾਨੂੰਨ ਨੂੰ ਭਾਵੇਂ 3 ਕਾਨੂੰਨਾਂ 'ਚ ਪਾ ਦੇਣ, ਕੋਈ ਹੋਰ ਫੈਸਲਾ ਕਰ ਲੈਣ, ਕਾਰਜਕਾਰੀ ਆਦੇਸ਼ ਦੇ ਦੇਣ, ਉਹ ਹਰ ਹਾਲ ਇਹਨਾਂ ਚੀਜ਼ਾਂ ਨੂੰ ਲਾਗੂ ਕਰਨ ਦੇ ਉੱਤੇ ਆਏ ਹੋਏ ਆ। ਉਹਨਾਂ ਦਾ ਮਕਸਦ ਹੈ ਇਹ, ਕਿਉਂਕਿ ਇਦੋਂ ਬਿਨਾਂ ਜਿਹੜਾ ਸਾਮਰਾਜ ਦਾ ਸੰਸਾਰ ਸਾਮਰਾਜ ਦਾ ਸੰਕਟ ਹੈ, ਉਹ ਕਹਿੰਦੇ ਸਾਡੇ ਕੋਲ ਕੋਈ ਹੋਰ ਰਾਹ ਨਹੀਂ ਹੈ। ਜਿਹੜੇ ਖੇਤਰ ਰਹਿੰਦੇ ਸੀ ਆਰਥਿਕਤਾ ਇਹਨਾਂ ਮੁਲਕਾਂ ਦੇ, ਉਸ ਖੇਤਰਾਂ ਦੇ ਵਿੱਚ ਸਾਡਾ ਦਾਖਲਾ ਛੇਤੀ ਤੋਂ ਛੇਤੀ ਚਾਹੀਦਾ। ਇਹਦੇ ਵਾਸਤੇ ਉਹ ਸਾਰੀਆਂ ਹੱਦਾਂ ਲੰਘਣ ਨੂੰ ਤਿਆਰ ਹੈ। ਇਸ ਕਰਕੇ ਲੋਕਾਂ ਨੂੰ ਇਹ ਦਿਖਾਉਣਾ ਵੀ ਆਪਣੀ ਲੜਾਈ ਸਾਮਰਾਜੀ ਮੁਲਕਾਂ ਦੇ ਜਿਹੜਾ ਉਹਨਾਂ ਦੇ ਨਾਲ ਲੜਾਈ ਹੈ, ਤੇ ਭਾਰਤ ਦੀ ਜਿਹੜੀ ਦਲਾਲ ਸਰਮਾਏਦਾਰਾਂ ਦੀ ਜਮਾਤ ਹੈ, ਇਹ ਉਹਨਾਂ ਦੀ ਤੰਗੀ ਹੈ, ਇਹਦੇ ਨਾਲ ਆਪਣੀ ਲੜਾਈ ਹੈ। ਇੱਕ ਤਾਂ ਵੱਡਾ ਕੰਮ ਹੈ ਜਿਹੜਾ ਕਿਸਾਨ ਸੰਘਰਸ਼ ਦਾ, ਇਹ ਹੈ ਜਿਹੜਾ ਉਹ ਇਹਦੇ ਦੌਰਾਨ ਨਿਭਾਇਆ ਜਾਣਾ ਚਾਹੀਦਾ, ਕੀਤਾ ਜਾਣਾ ਚਾਹੀਦਾ। ਦੂਜਾ ਪਹਿਲੂ ਇਹਦੇ ਵਿੱਚ ਇਹ ਹੈ ਵੀ ਇਸ ਜਿੱਥੇ ਜਿਹੜੇ ਮੋੜ ਤੇ ਹੁਣ ਖੜਾ ਸੰਘਰਸ਼ ਜੀ, ਇਸ ਮੋੜ ਦੇ ਉੱਤੇ ਤਾਂ ਸਿਰਫ ਦਿੱਲੀ ਮੋਰਚੇ ਰਾਹੀਂ ਹੋਈ ਸਾਰਾ ਕੁਝ, ਜਾਣੀ ਸਾਰਾ ਸੰਘਰਸ਼ ਦਿੱਲੀ ਮੋਰਚੇ ਰਾਹੀਂ ਹੋਈ ਅੱਗੇ ਵਧੇ, ਇਹ ਨਹੀਂ ਸੋਚਣਾ ਚਾਹੀਦਾ। ਉਹ ਮੋਰਚੇ ਮਹੱਤਵਪੂਰਨ ਹੈ, ਉਹ ਇੱਕ ਤਰ੍ਹਾਂ ਰੋਜ਼ ਦੇ ਰੋਜ਼ ਮੁਲਕ ਭਰ 'ਚ ਕਿਸਾਨੀ ਮੰਗਾਂ ਦਾ, ਕਿਸਾਨੀ ਮੁੱਦਿਆਂ ਦਾ ਸੰਚਾਰ ਕਰ ਰਹੇ ਆ, ਉਹਨਾਂ ਦਾ ਆਪਣਾ ਮਹੱਤਵ ਆ, ਦਬਾਅ ਵੀ ਬਣਿਆ ਹੋਇਆ ਜੀ, ਉਹ ਚੱਲਦੇ ਰਹਿਣਗੇ, ਚੱਲਦੇ ਰਹਿਣੇ ਚਾਹੀਦੇ ਆ। ਪਰ ਜ਼ਰੂਰੀ ਨੁਕਤਾ ਇਹ ਹੈ ਜਿਵੇਂ ਪੰਜਾਬ ਦੇ ਅੰਦਰ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਦੇ ਘਰਾਓ ਹੋਏ ਆ, ਇੱਥੇ ਇਸ ਚੂੜੀ ਨੂੰ ਹੋਰ ਕੱਸਣਾ ਚਾਹੀਦਾ, ਇਹਨਾਂ ਦਾ ਪਸਾਰਾ ਕਰਨਾ ਚਾਹੀਦਾ। ਤੇ ਇਸ ਤੋਂ ਵੱਧ ਮਹੱਤਵਪੂਰਨ ਗੱਲ ਹੁਣ ਇਹ ਬਣੂਗੀ ਵੀ ਜੇ ਇਹ ਹਰਿਆਣਾ ਜਾਂ ਯੂਪੀ ਜਾਂ ਰਾਜਸਥਾਨ ਇਸ ਬੈਲਟ ਦੇ ਵਿੱਚ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਨੂੰ ਜੇ ਫੇਕ ਲੱਗਦਾ ਇਸ ਤੋਂ ਬਿਨਾਂ, ਫੇਰ ਜਾਣੀ ਇਹ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਇੱਕ ਹੱਦ ਤੱਕ ਪੰਜਾਬ ਦੇ ਅੰਦਰ ਇਹ ਕੰਮ ਹੋਇਆ ਹੁਣ ਅਸੀਂ ਦੇਖੀਏ, ਜੇ ਫਿਰ ਉਹਦਾ ਵੀ ਕੰਮ ਹਰਿਆਣੇ ਤੇ ਯੂਪੀ ਦੇ ਅੰਦਰ ਕਿਵੇਂ ਹੋ ਸਕੂਗਾ? ਇਹ ਤਾਂ ਹੋ ਸਕੂਗਾ ਜੇ ਉੱਥੋਂ ਦੀ ਕਿਸਾਨ ਲਹਿਰ ਪੰਜਾਬ ਦੀ ਕਿਸਾਨ ਲਹਿਰ ਦੇ ਪੱਧਰ ਤੇ ਜਥੇਬੰਦ ਹੁੰਦੀ ਹੈ, ਪੰਜਾਬ ਦੀ ਕਿਸਾਨ ਲਹਿਰ ਵਾਲੀ ਦਿਸ਼ਾ ਤੇ ਪੰਜਾਬ ਦੀ ਕਿਸਾਨ ਲੀਡਰਸ਼ਿਪਾਂ ਦੇ ਤਰਜ਼ ਤੇ ਉੱਥੋਂ ਦੀਆਂ ਲੀਡਰਸ਼ਿਪਾਂ ਉੱਭਰਦੀਆਂ, ਇਹਦੀ ਜ਼ਰੂਰਤ ਹੈ। ਇਸ ਕਰਕੇ ਜਾਣੀ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਨੂੰ ਜਦੋਂ ਅਸੀਂ ਥੋੜੇ ਜਿਹੇ ਵੱਡੇ ਪ੍ਰਸੰਗ 'ਚ ਦੇਖਦੇ ਹਾਂ ਤਾਂ ਸਾਨੂੰ ਇਹ ਦੇਖਣਾ ਚਾਹੀਦਾ ਵੀ ਅਸਲ 'ਚ ਮੁਲਕ ਪੱਧਰ ਤੇ ਕਿਸਾਨ ਇਹੋ ਜਿਹੀ ਕਿਸਾਨ ਲਹਿਰ ਚਾਹੀਦੀ ਹੈ ਜਿਹੋ ਜਿਹੀ ਕਿਸੇ ਹੱਦ ਤੱਕ ਪੰਜਾਬ 'ਚ ਬਣੀ ਹੋਈ। ਬਿਲਕੁਲ ਇਹਦੇ ਤੋਂ ਬਿਨਾਂ ਕਿਉਂਕਿ ਬਾਕੀ ਥਾਵਾਂ ਦੇ ਉੱਤੇ ਲੋਕਾਂ ਦਾ ਆਭਾਰ ਹੋ ਕੇ ਵੀ, ਰੋਸ ਹੋ ਕੇ ਵੀ ਉਸ ਪੱਧਰ ਦੀਆਂ ਲੀਡਰਸ਼ਿਪਾਂ ਵੀ ਹਲੇ ਪਿੱਛੇ ਹੈ ਤੇ ਉਸ ਪੱਧਰ ਤੇ ਜਥੇਬੰਦੀ ਤੇ ਲੋਕਾਂ ਦੀ ਚੇਤਨਾ ਵੀ ਹਲੇ ਪਿੱਛੇ ਹੈ। ਇਸ ਕਰਕੇ ਇਹ ਘੋਲ ਹੈ ਜਿਹੜਾ ਇੱਕ ਤਾਂ ਸਾਫ਼ ਹੈ, ਲਮਕਮਾ ਤਾਂ ਇਹ ਪਹਿਲਾਂ ਹੀ ਹੋ ਚੁੱਕਿਆ, ਇਹ ਹੋਰ ਲਮਕਮਾ ਹਲੇ ਹੈਗਾ। ਇਸ ਕਰਕੇ ਇਹਦੇ ਲਮਕਾ ਨੂੰ ਸਮਝਣਾ ਤੇ ਇਹਦੇ ਲਮਕਾ ਦੇ ਵਿੱਚ ਹੀ ਜਾਣੀ ਜਿਹੜੇ ਕਿਸਾਨੀ ਦੀਆਂ ਆਪਣੀਆਂ ਸੰਘਰਸ਼ ਦੇ ਅੰਦਰ ਵੱਖ-ਵੱਖ ਲਾਮਬੰਦੀ ਦੀਆਂ ਸ਼ਕਲਾਂ ਘੜਨੀਆਂ, ਰੋਸ ਪ੍ਰਗਟਾਵਿਆਂ ਦੀਆਂ ਸ਼ਕਲਾਂ ਘੜਨੀਆਂ, ਦਿੱਲੀ ਮੋਰਚਿਆਂ ਨੂੰ ਚੱਲਦੇ ਰੱਖਣ ਵਾਸਤੇ ਲਾਮਬੰਦੀ ਕਰਨੀ, ਜਿਹੜੇ ਸੈਕਸ਼ਨ ਰਹਿ ਗਏ ਨਾਲ ਆਪਣੇ ਹਾਲੇ ਜਿਹੜਾ ਪਹਿਲਾਂ ਕਹਿ ਕੇ ਹਟਿਆ ਖੇਤ ਮਜ਼ਦੂਰ, ਸੰਤੀ ਮਜ਼ਦੂਰ, ਕਿਸੇ ਹੱਦ ਤੱਕ ਕੋਸ਼ਿਸ਼ਾਂ ਹੋਈਆਂ, ਉਹਨਾਂ ਨੂੰ ਹੋਰ ਨਾਲ ਲੈਣਾ, ਇਸ ਰੂਪ ਦੇ ਵਿੱਚ ਜਿਹੜਾ ਇਹਨੂੰ ਅੱਗੇ ਵਧਾਉਣ ਵਾਸਤੇ ਜੁਟਣਾ ਚਾਹੀਦਾ ਆਪਣੀ ਕਿਸਾਨ ਲੀਡਰਸ਼ਿਪਾਂ ਨੂੰ। ਤੇ ਆਸ ਤਾਂ ਇਹੀ ਕਰਾਂਗੇ ਵੀ ਛੇਤੀ ਹੋਈ ਜਿਹੜੀ ਉਹ ਮੋਦੀ ਹੁਕੂਮਤ ਨੂੰ ਅਸੀਂ ਹੋਰ ਵੱਧ ਬੈਕਫੁੱਟ ਤੇ ਧੱਕਾਂਗੇ ਤੇ ਕਿਸਾਨ ਸੰਘਰਸ਼ ਹੋਰ ਤੇਜ਼ੀ ਨਾਲ ਅੱਗੇ ਵਧੇਗਾ। ਬਿਲਕੁਲ ਸਾਥੀ ਜੀ, ਮੇਰੇ ਖਿਆਲ ਆਪਣੀ ਇਸ ਡਿਸਕਸ਼ਨ ਦਾ ਜਿਹੜਾ ਤੁਸੀਂ ਅੰਤ ਜਿਹੜਾ ਕੱਢਿਆ ਬਹੁਤ ਜ਼ਬਰਦਸਤ ਹੈ ਕਿ ਇਹ ਸੰਘਰਸ਼ ਦਾ ਜਿਹੜਾ ਲਮਕਮਾ ਹੋਣਾ ਇਹ ਸੈਲੀਬ੍ਰੇਟ ਕਰਨਾ ਚਾਹੀਦਾ, ਇਹਨੂੰ ਭੰਡਣਾ ਨਹੀਂ ਚਾਹੀਦਾ, ਕਿਉਂਕਿ ਇਹ ਜਿਹੜੇ ਆਉਣ ਵਾਲਾ ਜਿਹੜਾ ਸਮਾਂ ਆ ਉਹਦੇ ਵਾਸਤੇ ਇੱਕ ਹੋਰ ਵੱਡੇ ਸੰਘਰਸ਼ ਨੂੰ ਲਾਮਬੱਧ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਹਾਰਾ ਬਣੂਗਾ। ਤੋ ਸਾਥੀ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਰੇਡੀਓ ਤੇ ਆਉਣ ਵਾਸਤੇ, ਤੇ ਫਿਰ ਆਉਂਦੇ ਸਮੇਂ ਦੇ ਵਿੱਚ ਵੀ ਤੁਹਾਡੇ ਜਿਹੜੇ ਵਿਚਾਰ ਆ ਸਰੋਤਿਆਂ ਨਾਲ ਸਾਂਝੇ ਕਰਦੇ ਰਹਾਂਗੇ। ਹਾਂਜੀ ਧੰਨਵਾਦ ਜੀ, ਬਹੁਤ-ਬਹੁਤ। ਦੋਸਤੋ, ਇਹ ਸਨ ਸਾਥੀ ਪਵੇਲ ਕੁਸਾ, ਮੈਗਜ਼ੀਨ ਸੁਰਖ ਲਈ ਦੇ ਐਡੀਟਰ। ਮੇਰੇ ਖਿਆਲ ਜੀ ਸਾਰੇ ਮਸਲੇ ਸਾਥੀ ਜੀ ਨੇ ਬਹੁਤ ਵਧੀਆ ਡਿਸਕਸ ਕਰਦੇ। ਅਨੂ ਜੀ, ਤੁਸੀਂ ਗਾਣਾ ਚਲਾ ਦਿਓ, ਫਿਰ ਸ਼ਾਇਦ ਅਸੀਂ ਚਾਹਾਂਗੇ ਸ਼ਾਇਦ ਸਾਥੀ ਨਛੱਤਰ ਸਿੰਘ ਵੀ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕरें। ਜੀ ਜ਼ਰੂਰ।
ਪੈੜੀ ਸ਼ਾਮ ਹਾਣੀਆਂ ਉਹ ਕਿੱਥੋਂ ਚੜੀ ਅੱਜ ਪੈੜੀ ਸ਼ਾਮ ਹਾਣੀਆਂ ਤੇਜ਼ ਕਰ ਜ਼ਰਾ ਸੰਗਰਾਮ ਹਾਣੀਆਂ ਤੇਜ਼ ਕਰ ਜ਼ਰਾ ਸੰਗਰਾਮ ਹਾਣੀਆਂ ਅੱਲਾ ਤੁੰਦੀ ਗੋਲੀਆਂ ਇਹਨਾਂ ਨੇ ਮਾਰੀਆਂ ਮਾਰੇ ਕਈ ਵੀਰ ਅਹਿੰਸਾ ਪੁਜਾਰੀਆਂ ਅੱਲਾ ਤੁੰਦੀ ਗੋਲੀਆਂ ਇਹਨਾਂ ਨੇ ਮਾਰੀਆਂ ਮਾਰੇ ਕਈ ਵੀਰ ਅਹਿੰਸਾ ਪੁਜਾਰੀਆਂ ਉਹ ਦੇਖਿਆ ਇਹ ਲੋਕਾਂ ਨੇ ਤਮਾਮ ਹਾਣੀਆਂ ਉਹ ਦੇਖਿਆ ਇਹ ਲੋਕਾਂ ਨੇ ਤਮਾਮ ਹਾਣੀਆਂ ਤੇਜ਼ ਕਰ ਜ਼ਰਾ ਸੰਗਰਾਮ ਹਾਣੀਆਂ ਇਹ ਹੈ ਦੋਸਤੋ ਇਸ ਸਮੇਂ ਸਾਡੇ ਨਾਲ ਫੋਨ ਤੇ ਸਾਥੀ ਨਛੱਤਰ ਸਿੰਘ ਜਿਹੜੇ ਕਿ ਖੁਦ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਨੇ ਉਹ ਫੋਨ ਤੇ ਹੋ ਗਏ ਨੇ ਨਾਰਮਲੀ ਸਾਡੇ ਨਾਲ ਸਟੂਡੀਓ 'ਚ ਹੁੰਦੇ ਨੇ ਪਰ ਅੱਜ ਨਾਲ ਨਹੀਂ ਆ ਸਕੇ ਸੋ ਉਹਨਾਂ ਦੇ ਵਿਚਾਰ ਵੀ ਅਸੀਂ ਲਵਾਂਗੇ ਇਸੇ ਵਿਸ਼ੇ ਤੇ ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਹਾਂਜੀ ਮਿਹਰਬਾਨੀ ਮੈਂ ਸਾਰੇ ਸਰੋਤਿਆਂ ਨੂੰ ਇੱਕ ਬੇਨਤੀ ਕਰਨ ਲੱਗਾ ਕਿ ਮੁੜ ਕੇ ਆਪਣੇ ਜਿਹੜੇ ਆਪਣੀ ਦਿੱਲੀ ਦੇ ਜਿਹੜੇ ਲੜ ਰਹੇ ਆਪਣੇ ਸੰਘਰਸ਼ ਲੜ ਰਹੇ ਚੱਲ ਰਿਹਾ ਉਹਦੇ ਵਿੱਚ ਜਿਹੜੇ ਅਨਵਾਲ ਸਾਡੇ ਆਗੂ ਕਮੇਟੀ ਦੇ ਬੰਦੇ ਆ ਸਭ ਤੋਂ ਪਹਿਲਾਂ ਮੁੜ ਕੇ ਜਿਹੜਾ ਸੀਗਾ ਉਹ ਸਾਥੀ ਬਲਵੰਤ ਸਿੰਘ ਜਿਹੜਾ ਹੈਗਾ ਸਟੇਟ ਕਮੇਟੀ ਮੈਂਬਰ ਸੀ ਮਜ਼ਦੂਰਾਂ ਦਾ ਤੇ ਉਹ ਤਾਂ ਮੇਰੇ ਉੱਥੇ ਪੰਜਾਬ 'ਚ ਹੁੰਦਾ ਹੀ ਮਤਲਬ ਸੀਗਾ ਵੀ ਉਹਨੂੰ ਕੈਂਸਰ ਹੋ ਗਿਆ ਸੀਗਾ ਪਰ ਉਦੋਂ ਮਤਲਬ ਜਿਹੜੀ ਵੀ ਉਹ ਸਾਡਾ ਉੱਥੇ ਹੁੰਦੇ ਆ ਜਿਹੜਾ ਸੀਗਾ ਉਹ ਟੱਕਰਾ ਟੁੱਕਰਾ ਮਾਰ ਕੇ ਜਿਹੜੀ ਉਹਦਾ ਮਤਲਬ ਮਦਦ ਕਰਕੇ ਜਿਹੜੀ ਉਹ ਇੱਕ ਵਾਰੀ ਉਹਦਾ ਜਿਹੜਾ ਆਪਰੇਸ਼ਨ ਕਰਾ ਕੇ ਤੇ ਉਹ ਕਿਸੇ ਹੱਦ ਤੱਕ ਉਹ ਠੀਕ ਹੈ ਪਰ ਦੂਜਾ ਹੈਗਾ ਕਿ ਮੁੜ ਕੇ ਜਿਹੜਾ ਦੂਜਾ ਇੱਕ ਹੋਰ ਸਟੇਟ ਕਮੇਟੀ ਮੈਂਬਰ ਜਿਹੜਾ ਹੈਗਾ ਮਜ਼ਦੂਰਾਂ ਦਾ ਉਹ ਮੁੜ ਕੇ ਜਿਹੜਾ ਹੈਗਾ ਇੱਕ ਹੋਰ ਜਿਹੜਾ ਉਹ ਦਿਲ ਉਹਦਾ ਜਿਹੜੇ ਮੁੜ ਕੇ ਹੈਗਾ ਉਹਦਾ ਉਹ 75% ਜਿਹੜੀ ਹਾਲ ਵਾ ਬੰਦ ਹੋ ਗਿਆ ਸੀ ਮਾੜੀ ਗੱਲ ਹੈ ਜੀ ਹਾਂ ਤੇ ਉਹ ਮਤਲਬ ਜਿਹੜਾ ਹੈਗਾ ਵੀ ਉਹ ਦਾਖਲ ਮਤਲਬ ਉਹ ਕੀਤਾ ਹੋਇਆ ਤੇ ਉਹਦੇ ਬਾਰੇ ਚ ਮੈਂ ਇਹ ਬੇਨਤੀ ਕਰੂੰਗਾ ਵੀ ਮਤਲਬ ਵੀ ਇੱਕ ਤਾਂ ਉਹਦੀ ਜਿਹੜੀ ਕਿਉਂਕਿ ਮਜ਼ਦੂਰ ਆ ਇਸ ਵਾਸਤੇ ਮੁੜ ਕੇ ਵੀ ਮੈਂ ਮਤਲਬ ਇੱਕ ਬੇਨਤੀ ਕਰਾਂਗੇ ਵੀ ਦੂਜਾ ਜਿਹੜਾ ਖਰਚਾ ਵਰਤਾ ਕਾਫੀ ਹੋ ਜਾਂਦਾ ਵੀ ਮੈਂ ਇਹ ਬੇਨਤੀ ਕਰੂੰਗਾ ਵੀ ਆਪਾਂ ਨੂੰ ਥੋੜਾ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਜਿਹੜਾ ਲੜ ਮਜ਼ਦੂਰਾਂ ਦਾ ਉਹ ਪਹਿਲਾਂ ਜਿਹੜਾ ਹੈਗਾ ਪਿੱਛੇ ਆ ਤੇ ਉਹਨਾਂ ਕੋਲ ਬੰਦਿਆਂ ਦੀ ਗਿਣਤੀ ਬਹੁਤ ਥੋੜੀ ਆ ਬੰਦਿਆਂ ਦੀ ਗਿਣਤੀ ਜਿਹੜੀ ਆ ਥੋੜੀ ਉਹਦਾ ਕਾਰਨ ਇਹੀ ਆ ਮਤਲਬ ਕਿਉਂਕਿ ਜਿਵੇਂ ਆਪਾਂ ਸਾਥੀ ਪਵੇਲ ਸਾਰੀ ਗੱਲ ਕਰ ਗਿਆ ਮਤਲਬ ਕਿ ਮਜ਼ਦੂਰਾਂ ਦੀ ਹਾਲਤ ਕੀ ਆ ਹਾਂਜੀ ਇਸ ਵਾਸਤੇ ਵੀ ਮੈਂ ਇਹ ਬੇਨਤੀ ਕਰੂੰਗਾ ਮੁੜ ਕੇ ਵੀ ਸਾਨੂੰ ਜਿਹੜਾ ਹੈਗਾ ਵੀ ਇਹ ਇਸ ਗੱਲ ਵਾਲੀ ਸਾਡੀ ਜਿਹੜੀ ਨਿਗਾਹ ਹੈ ਜਿੰਨੇ ਅਸੀਂ ਬਾਹਰ ਬੈਠੇ ਆ ਉਹ ਦਿੱਲੀ ਚਾਹੀਦੀ ਆ ਦਿੱਲੀ ਵਿੱਚ ਖਾਸ ਕਰਕੇ ਮੁੜ ਕੇ ਜਿਹੜੇ ਹੈਗੇ ਸੰਘਰਸ਼ ਲੜ ਰਹੇ ਜਿਹੜੇ ਕਿਉਂਕਿ ਜਿਹੜੇ ਇਹ ਜਿਹੇ ਬੰਦੇ ਦੇ ਸਾਡੇ ਆਗੂ ਬੰਦੇ ਹੈਗੇ ਆ ਉਹਨਾਂ ਸਾਡੇ ਕੋਲ ਗਿਣਤੀ ਬਹੁਤ ਥੋੜੀ ਆ ਇਸ ਵਾਸਤੇ ਇਹ ਬੇਨਤੀ ਆ ਕਿ ਉਹਦੇ ਬਾਅਦ ਸਾਡੀ ਜਿਹੜਾ ਸਾਡੇ ਧਿਆਨ ਉਸ ਪਾਸੇ ਜਾਣਾ ਚਾਹੀਦਾ ਤਾਂ ਕਿ ਘੱਟੋ ਘੱਟ ਵੀ ਜੇ ਲੋੜ ਪੈਂਦੀ ਆ ਤਾਂ ਅਸੀਂ ਉਹਨੂੰ ਜਿਹੜੀ ਸੀ ਉਹ ਮਦਦ ਕਰ ਸਕੀਏ ਬਿਲਕੁਲ ਜੀ ਜਿਹੜੇ ਸਰੋਤੇ ਸੁਣ ਰਹੇ ਨੇ ਉਹਨਾਂ ਨੇ ਸਾਥੀ ਜੀ ਦੀ ਗੱਲ ਸੁਣ ਲਈ ਹੈ ਕਿ ਸਾਡੇ ਮਜ਼ਦੂਰ ਆਗੂ ਉਹਨਾਂ ਦੀ ਸਿਹਤ ਪੱਖੋਂ ਕਾਫੀ ਖਰਾਬ ਔਰ ਪਰ ਇਹ ਸਾਡੇ ਬਹੁਤ ਹੀ ਇੱਕ ਜ਼ਬਰਦਸਤ ਮਜ਼ਦੂਰ ਆਗੂ ਨੇ ਸੋ ਜਿਹੜੇ ਜਥੇਬੰਦੀਆਂ ਦੇ ਵਿੱਚ ਵੀ ਸਾਡਾ ਪ੍ਰੋਗਰਾਮ ਸੁਣਨਗੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਸਾਥੀਆਂ ਦੀ ਮਦਦ ਕੀਤੀ ਜਾਵੇ ਜਿਸ ਤਰੀਕੇ ਨਾਲ ਵੀ ਹੋ ਸਕਦੀ ਹੈ ਔਰ ਅਸੀਂ ਆਪਣੇ ਤੌਰ ਤੇ ਵੀ ਜਾਂ ਕੋਈ ਸਰੋਤਾ ਵੀ ਹੋਰ ਕੋਈ ਕਰਨਾ ਚਾਹੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਤਾਂ ਬਹੁਤ ਬਹੁਤ ਧੰਨਵਾਦ ਸਾਥੀ ਜੀ ਧੰਨਵਾਦ ਜੀ ਦੋਸਤੋ ਇਹ ਸਨ ਸਾਥੀ ਨਛੱਤਰ ਸਿੰਘ ਜਿਹੜੇ ਕਿ ਜਨਰਲੀ ਸਟੂਡੀਓ 'ਚ ਸਾਡੇ ਨਾਲ ਹੁੰਦੇ ਨੇ ਬਿਲਕੁਲ ਸੰਖੇਪ ਰੂਪ 'ਚ ਉਹਨਾਂ ਨਾਲ ਗੱਲ ਹੋਈ ਹੈ ਤੋ ਭਾਰਤੀ ਜੀ ਇੱਥੇ ਜਿਹੜੇ ਸਥਾਨਕ ਮਸਲੇ ਨੇ ਕਾਫੀ ਮੁਸ਼ਕਲ ਕਰਦੀ ਜਾ ਰਹੀ ਹੈ ਸਰਕਾਰ ਮਾਈਗ੍ਰੈਂਟਸ ਦਾ ਕੰਮ ਖਾਸ ਕਰਕੇ ਭਾਰਤ 'ਚ ਜਿਹੜੇ ਫਸੇ ਹੋਏ ਨੇ ਤੋ ਅਸੀਂ ਪਿਛਲੇ 1 ਸਾਲ ਤੋਂ ਉੱਪਰ ਹੋ ਗਿਆ ਹੁਣ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਨੇ ਹਾਲੇ ਵੀ ਸਟਕ ਨੇ ਉਹਨਾਂ ਵਿੱਚ ਜ਼ਿਆਦਾ ਵੱਡੀ ਗਿਣਤੀ ਜਿਹੜੀ ਆ ਉਹ ਭਾਰਤ 'ਚ ਸਟਕ ਨੇ ਹੋਰ ਦੇਸ਼ਾਂ 'ਚ ਵੀ ਹੈਗੇ ਨੇ ਤੋ ਉਹਨਾਂ ਵਾਸਤੇ ਅਸੀਂ ਇੱਕ ਤਾਂ ਸਾਡੀ ਕੈਂਪੇਨ ਪਾਥਵੇਜ਼ ਟੂ ਰੈਜ਼ੀਡੈਂਸੀ ਚੱਲਦੀ ਆ ਰਹੀ ਹੈ ਸੋ ਇਹਦੇ 'ਚੋਂ ਉਹ ਪਵੇਲ ਕੁਸਾ ਜਦੋਂ ਗੱਲਬਾਤ ਕਰ ਰਹੇ ਸੀਗੇ ਕਿ ਉਹ ਸੰਘਰਸ਼ ਜਦੋਂ ਚੱਲਦੇ ਨੇ ਉਹ ਇੱਕ ਮੁੱਦੇ ਤੱਕ ਸੀਮਤ ਨਹੀਂ ਹੁੰਦੇ ਕਿਉਂਕਿ ਸਾਨੂੰ ਵੀ ਇਹ ਗੱਲ ਬਹੁਤ ਵਾਰੀ ਸੁਣਨੀ ਪਈ ਹੈ ਕਿ ਅਸੀਂ ਤਾਂ ਸਿਰਫ ਇਹ ਕਹਿ ਰਹੇ ਹਾਂ ਕਿ ਸਾਨੂੰ ਵਾਪਸ ਆਉਣ ਦਿੱਤਾ ਜਾਵੇ ਤੇ ਤੁਸੀਂ ਉਲਟਾ ਉਹਨਾਂ ਨੂੰ ਕਹਿ ਰਹੇ ਹੋ ਕਿ ਐਮਨੈਸਟੀ ਦੇਣ PR ਦੇਣ ਸੋ ਉਹ ਜਿਹੜਾ ਕਿ ਉਹ ਵਾਪਸ ਆਉਣ ਦਿੱਤਾ ਜਾਵੇ ਜਿਹੜੇ ਸਟਕ ਨੇ ਉਹ ਇੱਕ ਬੜਾ
ਛੋਟਾ ਜਿਹਾ ਹਿੱਸਾ ਆ ਇਸ ਸੰਘਰਸ਼ ਦਾ, ਫਾਈਟ ਦਾ। ਓਵਰਆਲ ਜਿਹੜਾ ਮਕਸਦ ਆ ਐਂਡ ਸੋਲੂਸ਼ਨ ਕੀ ਹਾਂ, ਐਂਡ ਸੋਲੂਸ਼ਨ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਸਾਰਿਆਂ ਨੂੰ ਪਰਮਾਨੈਂਟ ਇੱਥੇ ਨਹੀਂ ਕਰਦੇ, ਉਹ ਬਾਕੀ ਜਿਹੜੇ ਮਸਲੇ ਨੇ ਐਕਸਪਲੋਇਟੇਸ਼ਨ ਦਾ ਹੋਏ, ਤਾਂ ਚਾਹੇ ਉਹ ਕਿ ਹੁਣ ਪੁਆਇੰਟਸ ਵੱਧ ਗਏ ਆ ਤੇ ਫਿਰ ਉਹ PR ਦੀ ਜਰਨੀ ਦੁਬਾਰਾ ਤੋਂ ਸ਼ੁਰੂ ਕਰਨੀ ਪੈਣੀ ਆ, ਉਹ ਲਗਾਤਾਰਤਾ ਨਾਲ ਉਹ ਮਸਲੇ ਬਾਰ-ਬਾਰ ਉੱਠਦੇ ਰਹਿਣੇ ਆ। ਸੋ ਮੈਨੂੰ ਉਹਨਾਂ ਦੀ ਉਸ ਗੱਲ ਤੋਂ ਇਹ ਬਹੁਤ ਵਧੀਆ ਲੱਗਿਆ ਕਿ ਹਾਂ ਵਾਕਈ ਇਸੇ ਤਰ੍ਹਾਂ ਹੀ ਸੰਘਰਸ਼ ਹੁੰਦੇ ਨੇ, ਅੰਦੋਲਨ ਜਿਹੜੇ ਨੇ ਇਸੇ ਤਰ੍ਹਾਂ ਹੀ ਚੱਲਦੇ ਨੇ, ਕਿ ਉਹਦਾ ਜਿਹੜਾ ਓਵਰਆਲ ਤੁਹਾਡਾ ਮਕਸਦ ਇੱਕ ਜਿਹਨੂੰ ਅਸੀਂ ਗ੍ਰੇਟਰ ਗੁੱਡ ਕਹਿੰਦੇ ਆ, ਉਹ ਕੀ ਆ ਉਹਦੇ 'ਚ ਨਾ, ਮਾਈਕਰੋ ਤੇ ਮੈਕਰੋ ਦੋਨੇ ਪੱਖ ਹੁੰਦੇ ਨੇ। ਬਿਲਕੁਲ ਬਿਲਕੁਲ। ਤੋ ਹਾਂਜੀ, ਜਿਹੜੇ ਸਾਡੇ ਹੁਣ ਅਸੀਂ ਇਹ ਫੈਸਲਾ ਲਿਆ ਪਿਛਲੇ ਮੇਰੇ ਖਿਆਲ 3 ਹਫ਼ਤਿਆਂ ਤੋਂ, ਤੇ ਸਾਡਾ ਤੀਜਾ ਹਫ਼ਤਾ ਸੀ ਵਿੱਚ ਸ਼ਨੀਚਰਵਾਰ, ਕਿ ਲਗਾਤਾਰ ਅਸੀਂ ਕਿਤੇ ਨਾ ਕਿਤੇ ਜਾਂਦੇ ਹਾਂ ਔਰ ਆਵਾਜ਼ ਉਠਾਉਂਦੇ ਹਾਂ। 3 ਹਫ਼ਤੇ ਪਹਿਲਾਂ ਅਸੀਂ ਸੀਗੇ ਆਊਟੀਆ ਸਕੁਆਇਰ, ਉਸ ਤੋਂ ਬਾਅਦ ਅਗਲਾ ਸ਼ਨੀਚਰਵਾਰ ਜਿਹੜਾ ਲੌਂਗ ਵੀਕਐਂਡ ਵਾਲਾ ਸੀਗਾ, ਜਸਿੰਡਾ ਆਰਡਨ ਜਿਹੜਾ ਮਾਊਂਟ ਐਲਬਰਟ ਵਾਲਾ ਦਫ਼ਤਰ ਆ ਉਹਦੇ ਬਾਹਰ ਸੀਗੇ। ਬੀਤੇ ਸ਼ਨੀਚਰਵਾਰ ਅਸੀਂ ਪ੍ਰਿਯੰਕਾ ਰਾਧਾ ਕ੍ਰਿਸ਼ਨਨ ਦਾ ਜਿਹੜਾ ਆਫਿਸ ਆ ਓਨੀਹੰਗਾ, ਉੱਥੇ ਸੀ। ਸੋ ਉਹ ਸਾਡੀ ਮੰਗ ਉਹੀ ਹੈ ਕਿ ਜਿਹੜੇ ਸਟੱਕ ਨੇ ਉਹਨਾਂ ਨੂੰ ਵਾਪਸ ਆਉਣ ਦਿੱਤਾ ਜਾਵੇ, ਜਿਸ ਤਰ੍ਹਾਂ ਰੈਜ਼ੀਡੈਂਟਸ ਸਿਟੀਜ਼ਨਸ ਨੂੰ ਆਉਣ ਦਿੱਤਾ ਜਾਂਦਾ, ਤੇ ਬਾਕੀ ਉਹ ਜਿਹੜਾ ਕਿ ਸਾਰਿਆਂ ਨੂੰ ਤੁਸੀਂ ਪਾਥਵੇ ਟੂ ਰੈਜ਼ੀਡੈਂਸੀ ਦੋ ਪੱਕੇ ਕਰੋ, ਵੀਜ਼ੇ ਜਿਹੜੇ ਆ ਖੋਲੋ, ਤੋਂ ਪ੍ਰੋਸੈਸਿੰਗ ਡਿਲੇ ਜਿਹੜੀਆਂ ਵੀਜ਼ਾ ਉਹ ਖੁਦ ਬਖੁਦ ਹੀ ਘਟ ਜਾਣਗੀਆਂ ਜਦੋਂ ਇਸ ਤਰ੍ਹਾਂ ਦਾ ਸੋਲੂਸ਼ਨ ਜਿਹੜਾ ਲੱਭਿਆ ਜਾਏਗਾ। ਤੇ ਹੁਣ ਜਿਹੜਾ ਇਹਨਾਂ ਨੇ ਪਿਛਲੇ ਹਫ਼ਤੇ ਨਵਾਂ ਐਲਾਨ ਕਰ ਦਿੱਤਾ ਕਿ ਕਿਉਂਕਿ ਇਹਨਾਂ ਦੇ ਮੈਨੇਜਡ ਆਈਸੋਲੇਸ਼ਨ ਫੈਸਿਲਿਟੀ 'ਚ ਇਹ ਕਹਿ ਰਹੇ ਨੇ ਕਿ ਸਭ ਤੋਂ ਜ਼ਿਆਦਾ ਜਿਹੜੇ ਕੋਵਿਡ ਦੇ ਕੇਸ ਨੇ ਉਹ ਭਾਰਤ ਤੋਂ ਜਿਹੜੇ ਯਾਤਰੀ ਲੌਟ ਰਹੇ ਨੇ ਉਹਨਾਂ ਦੇ ਨੇ। ਤਾਂ ਉਹਦਾ ਸੋਲੂਸ਼ਨ ਮਤਲਬ ਜੇ ਉਹ ਸਭ ਤੋਂ ਜ਼ਿਆਦਾ ਨੇ, ਸਾਡੀ ਕਮਿਊਨਿਟੀ 'ਚ ਹਾਲੇ ਤੱਕ ਕੋਈ ਸੁਣਨ ਨੂੰ ਨਹੀਂ ਆਇਆ ਕਿ ਅਗਰ ਕਮਿਊਨਿਟੀ 'ਚ ਫੈਲਿਆ ਕੋਵਿਡ ਤਾਂ ਉਹ ਜਿਹੜੇ ਭਾਰਤ ਤੋਂ ਵਾਪਸ ਆਇਆ ਉਹਨਾਂ ਕਰਕੇ ਫੈਲਿਆ ਆ। ਸੋ ਮਤਲਬ ਇਹ ਕਿ ਜਿਹੜੀਆਂ ਇੱਥੇ ਕੁਆਰੰਟੀਨ ਫੈਸਿਲਿਟੀ ਨੇ, MIQ ਫੈਸਿਲਿਟੀਜ਼ ਨੇ, ਉਹ ਆਪਣਾ ਕੰਮ ਕਰ ਰਹੀਆਂ ਨੇ। ਉਹ ਫੈਸਿਲਿਟੀਜ਼ ਦਾ ਮਕਸਦ ਹੀ ਇਹੋ ਹੀ ਆ ਕਿ ਹਰ ਇੱਕ ਵਿਅਕਤੀ ਜਿਹੜਾ ਇੱਥੇ ਆਉਂਦਾ ਆ ਬਾਹਰਲੇ ਦੇਸ਼ ਤੋਂ, ਉਹਨੂੰ 14 ਦਿਨ ਉੱਥੇ ਰੱਖਿਆ ਜਾਂਦਾ, ਇਸ ਲਈ ਕਿ ਇਹ ਮੰਨ ਕੇ ਚੱਲਿਆ ਜਾਂਦਾ ਕਿ ਇਹਨੂੰ ਕੋਵਿਡ ਹੈ। ਬਿਲਕੁਲ ਜੀ, ਮੇਰਾ ਆਪਣਾ ਤੇ ਇਹਦੇ ਵਿੱਚ ਬਹੁਤ ਸਿੱਧ ਪੱਧਰਾ ਹੈਗਾ ਜੀ। ਹਾਂ, ਮਤਲਬ ਇਹਨਾਂ ਨੇ ਹੋਰ ਕੀ ਕੁਝ ਵਿੱਚ ਪਾ ਲਿਆ ਕਿ ਭਾਰਤ ਵਾਲੇ ਜਿਹੜੇ ਨੇ ਉਹ ਸਰਟੀਫਿਕੇਟ ਜਾਲੀ ਲੈਂਦੇ ਨੇ। ਮੰਨ ਕੇ ਚੱਲਣੀ ਚਾਹੀਦੀ ਹੈ ਕਿ 100% ਜਿਹੜੇ ਬੰਦੇ ਉੱਥੇ ਆਏ ਨੇ ਸਾਰਿਆਂ ਨੂੰ ਕੋਵਿਡ ਹੈਗਾ ਆ, ਇਹ ਮੰਨ ਕੇ ਚੱਲਣਾ ਚਾਹੀਦਾ। ਹਾਂ, ਉਹ ਕੁਆਰੰਟੀਨ ਦਾ ਮਤਲਬ ਹੀ ਹੋਇਆ ਨਾ, ਇਸੇ ਕਰਕੇ ਕੁਆਰੰਟੀਨ ਕੀਤਾ ਜਾਂਦਾ ਹੈ। ਜੇ ਉਹ ਬੰਦੇ ਵਿੱਚੋਂ ਉਹ 100% ਜਿਹੜੇ ਬੰਦੇ ਨੇ, ਜਿੰਨੇ ਵੀ ਉਹਨਾਂ ਨੂੰ ਇਸ ਹਿਸਾਬ ਨਾਲ ਹੀ ਅਰੇਂਜ ਕਰਨਾ ਚਾਹੀਦਾ, ਉਨੇ ਹੀ ਬੰਦੇ ਆਉਣੇ ਚਾਹੀਦੇ ਨੇ ਕਿ ਉਹ 100% ਜੇ ਬੰਦੇ ਬਿਮਾਰ ਨੇ, ਉਹਨਾਂ ਨੂੰ ਕੋਵਿਡ ਹੈ ਆ, ਤੇ ਉਹਨਾਂ ਨੂੰ ਉਹਨਾਂ ਦਾ ਇਲਾਜ ਕੀਤਾ ਜਾਵੇ। ਬਿਲਕੁਲ, ਉਹਨਾਂ ਦਾ ਇਲਾਜ ਕਰਕੇ ਜਿਵੇਂ ਬਾਕੀ ਕੋਵਿਡ ਤੋਂ ਠੀਕ ਹੋਏ ਨੇ ਉਹਨਾਂ ਨੂੰ ਵੀ ਠੀਕ ਕੀਤਾ ਜਾਵੇ। ਔਰ ਉਹ ਨਾਲ ਸਟੈਟਿਸਟਿਕਸ ਹਮੇਸ਼ਾ ਦਿੱਤੇ ਜਾਂਦੇ ਆ ਕਿ ਇੰਨੇ ਕੇਸ ਸੀਗੇ, ਇੰਨੇ ਉਹ ਪੋਜ਼ਿਟਿਵ ਸੀਗੇ, ਤੇ ਉਹਨਾਂ ਚੋਂ ਇੰਨੇ ਰਿਕਵਰ ਕਰ ਚੁੱਕੇ ਆ। ਇਹਨਾਂ ਦੀਆਂ ਪ੍ਰੈਸ ਕਾਨਫਰੰਸਿਸ 'ਚ ਉਹ ਰੈਗੂਲਰ ਸਟੈਟਿਸਟਿਕਸ ਦਿੱਤੇ ਜਾਂਦੇ ਨੇ ਕਿ ਕਿੰਨੇ ਲੋਕ ਰਿਕਵਰ ਕਰ ਗਏ ਨੇ। ਮਤਲਬ ਕਿ ਉਹ ਉਹਨਾਂ ਦਾ ਟ੍ਰੀਟਮੈਂਟ ਹੁੰਦਾ ਤਾਂ ਹੀ ਰਿਕਵਰ ਕਰਦੇ ਆ ਨਾ। ਹਾਂਜੀ ਅਨੂ ਜੀ, ਮੇਰਾ ਇਹਦੇ ਵਾਸਤੇ ਇਹ ਮੰਨਣਾ ਹੈ, ਮੈਂ ਡਾਇਰੈਕਟਲੀ, ਕਿਉਂਕਿ ਹਰ ਇੱਕ ਗੱਲ ਆਪਣੀ ਮੁੜ ਕੇ ਕਿਸਾਨ ਸੰਘਰਸ਼ 'ਤੇ ਜਾਂਦੀ ਹੈ, ਕਿਉਂਕਿ ਇਹ ਸਾਡੇ ਵਾਸਤੇ ਚੰਦ ਮੁਨਾਰਾ ਬਣ ਚੁੱਕਿਆ ਸਾਡੇ ਸੰਘਰਸ਼ਾਂ ਦਾ, ਕਿ ਇਹ ਸਰਕਾਰ ਵੀ ਨਾ ਮੋਦੀ ਸਰਕਾਰ ਵਾਂਗੂ ਬੁਖਲਾ ਚੁੱਕੀ ਹੈ। ਕਿਉਂਕਿ ਜਿਹੜਾ ਮੋਦੀ ਸਰਕਾਰ ਨੇ ਰੀਸੈਂਟਲੀ ਕਾਨੂੰਨ ਤੇ ਕੀ ਰੱਦ ਕਰਨੇ ਸੀ ਜਾਂ ਉਹਨਾਂ ਨੂੰ ਵਾਪਸ ਤੇ ਕੀ ਬੁਲਾਉਣਾ ਸੀ, ਕਿਉਂਕਿ ਸੰਘਰਸ਼ ਜਿਹੜਾ ਇੱਥੇ ਵੱਧ ਰਿਹਾ ਹੈ। ਜੀ ਹਾਂ, ਸਿਰਫ ਅਸੀਂ ਨਹੀਂ, ਹੋਰ ਵੀ ਗਰੁੱਪਸ, ਜਿਸ ਤਰ੍ਹਾਂ ਪਿਛਲੇ ਹਫ਼ਤੇ ਮੰਗਲਵਾਰ ਨੂੰ ਪਾਰਲੀਮੈਂਟ ਦੇ ਬਾਹਰ ਕੁਝ ਗਰੁੱਪਸ ਇਕੱਠੇ ਹੋ ਕੇ, ਜਿਨ੍ਹਾਂ 'ਚ ਇੱਕ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਵੀ ਸੀਗੇ, ਉਹਨਾਂ ਨੇ ਜਿਹੜੇ ਪਰਿਵਾਰ ਸੈਪਰੇਟ ਨੇ ਕਿ ਉਹਨਾਂ ਨੂੰ ਰੀਯੂਨਾਈਟ ਕੀਤਾ ਜਾਵੇ। ਸੋ ਮਤਲਬ ਕਿ ਇਹ ਕਈ ਪਾਸਿਓਂ ਆਵਾਜ਼ ਉੱਠ ਰਹੀ ਆ ਹੁਣ। ਇਹ ਇੱਕ ਤਰ੍ਹਾਂ ਦਾ ਡਰਾਇਆ ਜਾ ਰਿਹਾ, ਇਹ ਧਮਕਾਇਆ ਜਾ ਰਿਹਾ ਕਿ ਜੇ ਤੁਸੀਂ ਏਦਾਂ ਬਾਹਰ ਆਓਗੇ ਤੇ ਫਿਰ ਅਸੀਂ ਤੁਹਾਡੇ ਨਾਲ ਏਦਾਂ ਕਰਾਂਗੇ। ਇਹ ਕਿਸੇ ਵੀ ਲੈਵਲ ਦੇ ਉੱਪਰ, ਈਵਨ ਹਿਊਮਨ ਰਾਈਟਸ ਨੇ ਵੀ ਉਹਨਾਂ ਨੇ ਵੀ ਬਿਆਨ ਦਿੱਤਾ ਕਿ ਕਿਸੇ ਵੀ ਤਰੀਕੇ ਨਾਲ ਇਹ ਗੱਲ ਜਿਹੜੀ ਤੁਹਾਡੀ ਠੀਕ ਨਹੀਂ ਹੈਗੀ, ਆਪਣੇ ਸਿਟੀਜ਼ਨ ਨੂੰ ਤੁਸੀਂ ਇਦਾਂ ਨਹੀਂ ਕਰ ਸਕਦੇ ਹੈਗੇ। ਇਸ ਮੁਲਕ ਦੇ ਵਿੱਚ ਵੈਲਫੇਅਰ ਸਟੇਟ ਦੇ ਵਿੱਚ ਇੱਥੇ ਫ੍ਰੀ ਮੈਡੀਕਲ ਆ, ਉਹ ਤੁਸੀਂ ਉਹਨਾਂ ਦਾ ਇਲਾਜ ਕਰੋ, ਤੇ ਉਹਨਾਂ ਨੂੰ ਜਿਹੜੇ ਵਾਪਸ ਬੁਲਾਉਣ ਦੀ ਬਜਾਏ ਜਿਹੜੇ ਤੁਹਾਡੇ ਸਿਟੀਜ਼ਨ ਨੇ ਉਹਨਾਂ ਨਾਲ ਤੁਸੀਂ ਇਹੋ ਜਿਹਾ ਜਿਹੜਾ ਬਿਹੇਵ ਕਰ ਰਹੇ ਹੋ, ਸਾਨੂੰ ਲੱਗਦਾ ਕਿ ਇਹਨੂੰ ਵੀ ਆਪਾਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਕਿ ਜਿਹੜੀ ਸਾਡੀ ਆਵਾਜ਼ ਆ, ਜਿਹੜੇ ਇਹ ਰੈਲੀਆਂ ਹੋ ਰਹੀਆਂ ਨੇ, ਉਹ ਉਹਨਾਂ ਤੱਕ ਇਹ ਗੱਲ ਪਹੁੰਚ ਰਹੀ ਹੈ, ਤੇ ਉਹ ਬੌਖਲਾਹਟ ਦੇ ਵਿੱਚ ਆ ਕੇ ਹੁਣ ਇਹੋ ਜਿਹੇ ਜਿਹੜੇ ਫੈਸਲੇ ਲੈ ਰਹੇ ਨੇ। ਇਸ ਕਰਕੇ ਇਸ ਸੰਘਰਸ਼ ਨੂੰ ਏਦਾਂ ਹੀ ਸ਼ੁਰੂ ਰੱਖਣਾ ਜਿਹੜਾ ਬਹੁਤ ਜ਼ਰੂਰੀ ਹੈ। ਜਿਹੜਾ ਅਗਲੇ ਸ਼ਨੀਚਰਵਾਰ ਅਸੀਂ ਦੁਪਹਿਰ 12 ਵਜੇ
ਹੋਵਾਂਗੇ ਸੈਂਡਰਿੰਗਮ ਰੋਡ, ਉਹ ਜਿਹੜਾ ਪੈਰਾਡਾਈਸ ਰੈਸਟੋਰੈਂਟ ਹੈ ਉਹਦੇ ਸਾਹਮਣੇ ਛੋਟਾ ਜਿਹਾ ਇੱਦਾਂ ਇੱਕ ਪਾਰਕ ਟਾਈਪ ਜਿਹਾ, ਉੱਥੇ ਕਿਸਾਨਾਂ ਦੇ ਹੱਕ ਵਿੱਚ ਵੀ ਇੱਕ ਉੱਥੇ ਰੈਲੀ ਹੋਈ ਸੀ। ਸੋ ਅਸੀਂ ਦੁਪਹਿਰ 12 ਵਜੇ ਅਗਲੇ ਸਨਿਚਰਵਾਰ ਨੂੰ 17 ਅਪ੍ਰੈਲ ਬਣਦੀ ਹੈ, ਸੈਂਡਰਿੰਗਮ ਰੋਡ ਆਪੋਜ਼ਿਟ ਪੈਰਾਡਾਈਸ ਜਿਹੜਾ ਰੈਸਟੋਰੈਂਟ ਹੈ ਉੱਥੇ ਹੋਵਾਂਗੇ। ਤੋਂ ਸਾਰਿਆਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਭਾਰੀ ਗਿਣਤੀ ਵਿੱਚ ਇਕੱਠੇ ਹੋਵੋ। ਔਰ ਅਸੀਂ ਇਹ ਜਿਹੜਾ ਇੰਡੀਆ ਤੋਂ ਇਹਨਾਂ ਨੇ ਫਲਾਈਟਸ ਤੇ ਟਰੈਵਲ ਬੈਨ ਲਾਇਆ, ਇਹ ਫਿਲਹਾਲ ਕਹਿ ਰਹੇ ਨੇ 2 ਹਫ਼ਤਿਆਂ ਦਾ, ਪਰ ਇਹਨਾਂ ਦੇ ਐਕਸਪਰਟ ਕਹਿ ਰਹੇ ਨੇ ਕਿ ਇਸ ਤੋਂ ਲੰਬਾ ਜਾਏਗਾ। ਸੋ ਸਾਰੇ ਜਣੇ ਇਕੱਠੇ ਹੋਈਏ। ਇਹਦੇ 'ਚੋਂ ਭਾਰਤੀ ਜੀ ਇੱਕ ਚੰਗੀ ਗੱਲ ਸ਼ਾਇਦ ਇਹ ਵੀ ਹੁਣ, ਕਿਉਂਕਿ ਹੁਣ ਤੱਕ ਜਿਹੜੇ ਉਹ ਸਿਟੀਜ਼ਨਸ ਨੇ, ਰੈਜ਼ੀਡੈਂਟਸ ਨੇ, ਸਾਰੇ ਨਹੀਂ ਪਰ ਭਾਰੀ ਜਿਹੜੀ ਗਿਣਤੀ ਹੈ ਉਹ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਿਹੜਾ ਮਸਲਾ ਆ ਸਿਰਫ ਜਿਹੜੇ ਟੈਂਪਰੇਰੀ ਵੀਜ਼ਿਆਂ ਵਾਲੇ ਨੇ ਉਹਨਾਂ ਦਾ ਆ। ਸੋ ਹੁਣ ਇਹ ਗੱਲ ਉੱਥੋਂ ਤੱਕ ਸੀਮਤ ਨਹੀਂ ਰਹੇਗੀ, ਜਿਹੜੇ ਨਿਊਜ਼ੀਲੈਂਡ ਰੈਜ਼ੀਡੈਂਟ ਸਿਟੀਜ਼ਨ ਨੇ ਭਾਰਤੀ ਮੂਲ ਦੇ, ਉਹਨਾਂ ਨੂੰ ਵੀ ਹੁਣੇ ਸੇਕ ਪਹੁੰਚਿਆ ਆ। ਸੋ ਅਸੀਂ ਇਹ ਕਹਿ ਰਹੇ ਹਾਂ ਕਿ ਸਾਰੇ ਜਣੇ ਇਕੱਠੇ ਹੋਈਏ ਰਿਗਾਰਡਲੈਸ ਆਫ ਸਾਡਾ ਇਮੀਗ੍ਰੇਸ਼ਨ ਸਟੇਟਸ ਕੀ ਆ। ਸੋ ਆਉਂਦੇ ਸਨਿਚਰਵਾਰ 17 ਅਪ੍ਰੈਲ ਨੂੰ 12 ਵਜੇ ਸੈਂਡਰਿੰਗਮ ਰੋਡ ਤੇ। ਨਿਊਜ਼ੀਲੈਂਡ ਦੇ ਪਤਵੰਤੇ ਸੱਜਣ ਇਹ ਫਲਾਈਟ ਕਰਕੇ ਕੈਂਸਲ ਹੋਣ ਕਰਕੇ ਉੱਥੇ ਫਸ ਗਏ ਨੇ, ਉਹ ਕਾਫੀ ਆਪਣਾ ਦੁੱਖ ਦਾ ਇਜ਼ਹਾਰ ਕਰ ਰਹੇ ਨੇ। ਪਰ ਇਹ ਕਦੇ ਵੀ ਇਹਨਾਂ ਦੇ ਵਿੱਚੋਂ ਇਹ ਲੋਕ ਕਦੇ ਵੀ ਜਦੋਂ ਇਹ ਜਿਹੜੇ ਮਾਈਗ੍ਰੈਂਟ ਪਿਛਲੇ ਸਾਲ 1.5 ਸਾਲ ਤੋਂ ਫਸੇ ਹੋਏ ਨੇ, ਉਹਨਾਂ ਦੇ ਪ੍ਰੋਟੈਸਟ ਹੋ ਰਹੇ ਨੇ, ਕੋਈ ਉਹਨਾਂ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਨਹੀਂ ਕਰਦੇ ਹੈਗੇ। ਸੋ ਕਹਿੰਦੇ ਨਾ ਵੀ ਉਹ ਸ਼ਹਿਰ ਦੀ ਹਾਲਤ ਠੀਕ ਨਹੀਂ, ਤੇਰੇ ਲੱਗੀ ਤੇਰੇ ਛੁਰੀ ਨਹੀਂ। ਸੋ ਬਿਲਕੁਲ ਜੇ ਲੱਗੀ ਤੇਰੇ ਸੀਨੇ ਛੁਰੀ ਨਹੀਂ, ਸਮਝੀ ਨਾ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ, ਇਸ ਤਰ੍ਹਾਂ ਕੁਛ ਹੈ ਕੁਛ। ਹਾਂ, ਜਾਂ ਪਾਤਰ ਜਾਂ ਸੁਖਵਿੰਦਰ ਅਮਰਤ ਦੋਨਾਂ ਦਾ ਕਿਸੇ ਦਾ ਸ਼ਾਇਦ ਪਾਤਰ ਦਾ ਸ਼ਾਇਦ। ਸੋ ਹਾਂ ਬਿਲਕੁਲ ਕਿ ਇਹ ਵੀ ਕੀ ਗੱਲ ਹੋਈ ਕਿ ਜਦੋਂ ਤੁਹਾਡੇ ਆਪਣੇ ਉੱਪਰ ਪੈਂਦੀ ਆ ਫੇਰ ਹੀ ਤੁਸੀਂ ਉਹਨੂੰ ਦੁੱਖ ਮਹਿਸੂਸ ਕਰਦੇ ਹੋ। ਅਗਰ ਅਸੀਂ ਅਹਿਸਾਸ ਸਾਡੇ 'ਚ ਅਗਰ ਜਿਉਂਦਾ ਹੈ ਤਾਂ ਸਾਨੂੰ ਦੂਸਰੇ ਦਾ ਦੁੱਖ ਦਰਦ ਖੁਦ ਬਖੁਦ ਮਹਿਸੂਸ ਹੋਣਾ ਚਾਹੀਦਾ, ਨਾ ਕਿ ਅਸੀਂ ਇੱਥੋਂ ਤੱਕ ਉਡੀਕੀਏ ਕਿ ਸਾਡੇ ਉੱਪਰ ਕੋਈ ਭਾਰੀ ਬਣੂਗੀ ਤਾਂ ਫੇਰ ਹੀ ਅਸੀਂ ਕੁਛ ਕਰਨਾ ਹੈ। ਇਹ ਤਾਂ ਬੜਾ ਇੱਕ ਖੁਦਗਰਜ਼ੀ ਜਿਹਾ ਬੜਾ ਤਰੀਕਾ। ਤੋ ਇਸੇ ਇਸ਼ੂ ਨੂੰ ਹੀ ਲੈ ਕੇ ਅੱਜ ਸਾਡੀ ਔਰ ਹੋਰ ਸੰਸਥਾਵਾਂ ਦੀ ਵੀ ਗ੍ਰੀਨ ਪਾਰਟੀ ਦੇ ਜਿਹੜੇ ਹੈਗੇ ਨੇ ਰਿਕਾਰਡੋ ਮੈਨਿੰਡਸ ਮਾਰਚ, ਉਹ ਇਮੀਗ੍ਰੇਸ਼ਨ ਸਪੋਕਸਪਰਸਨ ਨੇ, ਉਹਨਾਂ ਨਾਲ ਮੀਟਿੰਗ ਸੀ। ਉਹਨਾਂ ਨੇ ਇਨਵਾਈਟ ਕੀਤਾ ਸੀਗਾ ਜਿਹੜੀਆਂ ਮਾਈਗ੍ਰੈਂਟਸ ਦੀਆਂ ਸੰਸਥਾਵਾਂ ਜਿਹੜੀਆਂ ਐਕਚੁਅਲੀ ਕੁਛ ਪ੍ਰੈਕਟੀਕਲ ਲੈਵਲ ਤੇ ਕਰ ਰਹੀਆਂ ਨੇ, ਔਰ ਨਾਲ ਯੂਨੀਅਨਸ ਨੂੰ ਉਹਨਾਂ ਨੇ ਸੱਦਾ ਦਿੱਤਾ ਸੀਗਾ ਅੱਜ ਦੀ ਮੀਟਿੰਗ 'ਚ। ਉਹ ਇਸ ਕਰਕੇ ਸੀਗਾ ਸੱਦਾ ਕਿ ਜਿਹੜੇ ਕੰਮ ਕਰ ਰਹੇ ਨੇ ਔਰ ਜਿਹੜੇ ਉਹ ਦੁੱਖ ਤਕਲੀਫ ਹੰਢਾ ਰਹੇ ਨੇ ਔਰ ਉਹਨਾਂ ਦੇ ਜਿਹੜੇ ਅੱਗੇ ਆਵਾਜ਼ ਨੇ, ਉਹ ਗ੍ਰੀਨ ਪਾਰਟੀ ਨੂੰ ਖੈਰ ਕਾਫੀ ਬਖੂਬੀ ਪਤਾ ਹੀ ਆ ਕਿ ਇਸ਼ੂਜ਼ ਕੀ ਨੇ, ਪਰ ਫਿਰ ਵੀ ਉਹਨਾਂ ਨੇ ਕੰਸਲਟੇਸ਼ਨ ਅੱਜ ਸੀਗੀ ਕਿ ਕਮਿਊਨਿਟੀਜ਼ ਦੇ ਮੁਤਾਬਕ ਮਾਈਗ੍ਰੈਂਟ ਕਮਿਊਨਿਟੀ ਔਰ ਉਹਨਾਂ ਦੀਆਂ ਸੰਸਥਾਵਾਂ ਦੇ ਮੁਤਾਬਕ ਇਸ਼ੂਜ਼ ਕੀ ਨੇ, ਕਿਉਂਕਿ ਉਹਨਾਂ ਨੇ ਅੱਗੇ ਪਾਰਲੀਮੈਂਟ 'ਚ ਉਹ ਸਾਰੀ ਗੱਲਬਾਤ ਲੈ ਕੇ ਜਾਣੀ ਆ। ਤੋ ਔਰ ਇਸ ਮਹੀਨੇ ਦੇ ਆਖਰ ਵਿੱਚ ਗ੍ਰੀਨ ਪਾਰਟੀ ਨੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਵੀ ਉਹਨਾਂ ਨੇ ਰਿਲੀਜ਼ ਕਰਨੀ ਆ। ਤੋ ਉਹਦੇ ਤੇ ਵੀ ਅਸੀਂ ਨਜ਼ਰ ਬਣਾ ਕੇ ਰੱਖਾਂਗੇ। ਤੋ ਅੱਜ ਦੀ ਜਿਹੜੀ ਮੀਟਿੰਗ ਸੀਗੀ ਉਹ ਹਾਂ ਕਾਫੀ ਪੋਜ਼ੀਟਿਵ ਸੀ। ਲਗਭਗ ਉਹ ਜਿਹੀਆਂ ਗੱਲਾਂ ਜਿਹੜੀਆਂ ਸਾਡਾ ਪਾਥਵੇਜ਼ ਟੂ ਰੈਜ਼ੀਡੈਂਸੀ ਕੈਂਪੇਨ 'ਚ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਉਹ ਹੋਰ ਐਕਸਟਰਾ ਵੀ ਸੀਗੀਆਂ ਗੱਲਾਂ, ਉਹ ਕਹਿ ਰਹੇ ਕਿ ਜਿਹੜੇ ਓਵਰਸਟੇਅਰ ਨੇ, ਜਿਹੜੇ ਅਨਲੌਫੁਲ ਤੇ ਨਹੀਂ ਕਹਿਣਾ ਚਾਹੀਦਾ, ਨੋ ਹਿਊਮਨ ਇਜ਼ ਇਲੀਗਲ, ਜਿਹੜੇ ਓਵਰਸਟੇਅਰ ਨੇ ਉਹਨਾਂ ਨੂੰ ਰੈਜ਼ੀਡੈਂਸ ਦਿੱਤੀ ਜਾਵੇ, ਐਮਨੈਸਟੀ ਦਿੱਤੀ ਜਾਵੇ। ਔਰ ਰੈਫਰੈਂਸ ਪੁਆਇੰਟ ਇਹ ਸਾਰੇ ਡਿਮਾਂਡਸ ਦਾ ਜਿਹੜਾ ਹੈਗਾ ਆ 2000 ਵਿੱਚ ਹੈਲਨ ਕਲਾਰਕ ਦੀ ਸਰਕਾਰ ਨੇ ਉਦੋਂ ਵੀ ਖੋਲ੍ਹਿਆ ਸੀਗਾ ਐਮਨੈਸਟੀ ਵਾਸਤੇ। ਤੋ ਉਸੇ ਤਰਜ਼ ਮੈਂ ਵੀ ਉਹਨੂੰ ਸਟੱਡੀ ਕਰ ਰਹੀ ਸੀਗੀ ਕਿ ਉਦੋਂ ਇਹਨਾਂ ਨੇ ਕਿਉਂ ਕੀਤਾ ਔਰ ਕਿਸ ਤਰ੍ਹਾਂ ਔਰ ਕਿਹਨੂੰ ਫਾਇਦਾ ਹੋਇਆ। ਸੋ ਇਹ ਪ੍ਰੋਪਰ ਪੂਰਾ ਖੋਜ ਕਰਕੇ ਤੋ ਅਸੀਂ ਹੁਣ ਵਾਲੀ ਜਿਹੜੀ ਸਥਿਤੀ ਹੈ ਉਦੋਂ ਨਾਲੋਂ ਮੈਨੂੰ ਲੱਗਦਾ ਕਾਫੀ ਵਿਗੜੀ ਹੋਈ ਹੈ ਔਰ ਹੋਰ ਵੀ ਜ਼ਿਆਦਾ ਲੋੜ ਆ ਇਹਨਾਂ ਨੂੰ ਐਮਨੈਸਟੀ ਦੇਣ ਦੀ, ਕਿ ਸਾਰਿਆਂ ਨੂੰ ਰੈਜ਼ੀਡੈਂਸ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਹਦੇ ਨਾਲ ਸਿਰਫ ਜਿਹੜੇ ਮਾਈਗ੍ਰੈਂਟਸ ਪੀੜਤ ਨੇ ਉਹਨਾਂ ਨੂੰ ਤਾਂ ਖੈਰ ਫਾਇਦਾ ਹੋਏਗਾ ਹੀ ਹੋਏਗਾ, ਪਰ ਇਹਨਾਂ ਦੇ ਜਿਹੜੇ ਆਪਣੇ ਮਹਿਕਮੇ ਇੰਨਾ ਜ਼ਿਆਦਾ ਜਿੱਥੇ ਖਲਾਰਾ ਪੈ ਚੁੱਕਿਆ ਆ। ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਦੇਖੋ ਕਿ 2-2 ਸਾਲ ਲਾ ਦਿੰਦੇ ਨੇ ਵੀਜ਼ਾ ਪ੍ਰੋਸੈਸਿੰਗ ਨੂੰ ਰੈਜ਼ੀਡੈਂਸ ਦੀ, ਔਰ ਤੁਸੀਂ ਫੋਨ ਕਰਕੇ ਦੇਖ ਲਓ ਉਹੋ ਹੀ ਇੱਕੋ ਇਸ਼ੂ ਤੇ ਇੱਕੋ ਕਲਾਇੰਟ ਬਾਰੇ ਤੁਸੀਂ ਫੋਨ ਕਰੋ, ਇੱਕ ਬੰਦਾ ਤੁਹਾਨੂੰ ਕੁਛ ਦੱਸੂਗਾ, ਉੱਥੇ ਸਟਾਫ ਦੂਜਾ ਕੁਛ ਦੱਸੇਗਾ, ਤੀਸਰਾ ਕੁਛ ਹੋਰ ਦੱਸੇਗਾ। ਮਤਲਬ ਕਿ
ਪੂਰਾ ਰੀਸੈਟ ਓਵਰਹਾਲ ਹੋਣ ਵਾਲਾ ਆ ਇਹਨਾਂ ਦਾ ਉਹ ਮਹਿਕਮਾ। ਉਸ ਤੋਂ ਬਾਅਦ ਅਗਰ ਅਸੀਂ MB ਦੇ ਵਿੱਚ ਹੀ ਲੇਬਰ ਇੰਸਪੈਕਟਰ ਜਾਂ ਐਮਪਲੋਇਮੈਂਟ ਸਰਵਿਸਿਜ਼ ਵਾਲਾ ਲੈ ਲਈਏ, ਉੱਥੇ ਵੀ ਅਗਰ ਕਿਸੇ ਨੂੰ ਫਾਇਰ ਕੀਤਾ ਗਿਆ ਜੌਬ ਤੋਂ, ਐਕਸਪਲੋਇਟੇਸ਼ਨ ਕਰਕੇ ਕਿਸੇ ਨੇ ਆਵਾਜ਼ ਉਠਾਈ ਆ, ਉਹ ਮਤਲਬ ਕਈ ਮਹੀਨਿਆਂ ਬੱਧੀ ਕੋਈ ਸੁਣਵਾਈ ਨਹੀਂ ਹੈ। ਇਨ ਦ ਮੀਨ ਟਾਈਮ ਉਹ ਜਿਹੜੇ ਵਰਕਰ ਨੇ ਉਹ ਕਿੱਦਾਂ ਜਿਉਣ, ਕਿਸ ਤਰ੍ਹਾਂ ਗੁਜ਼ਾਰਾ ਕਰਨ। ਸੋ ਇਹ ਇੱਕ ਟੋਟਲ ਰੀਸੈਟ ਹੋਊਗਾ ਉਹਦੇ ਨਾਲ ਅਗਰ ਇਹ ਐਮਨੈਸਟੀ ਦਿੰਦੇ। ਇਹਨਾਂ ਦਾ ਆਪਣਾ ਬੋਝ ਵੀ ਕਾਫੀ ਹਲਕਾ ਹੋਏਗਾ, ਕਾਫੀ ਸੁਧਾਰ ਆਏਗਾ। ਅਨੂ ਜੀ ਬਿਲਕੁਲ ਸਮਝ ਤੋਂ ਬਾਹਰ ਹੈ ਇਹ ਸਰਕਾਰ ਦਾ ਰਵੱਈਆ, ਖਾਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜੀਆਂ ਫਲਾਈਟਸ ਬੰਦ ਕਰਨੀਆਂ। ਔਰ ਸਵੇਰੇ ਮੈਂ ਕਿਸੇ ਮਿਨਿਸਟਰ ਦੀ ਗੱਲਬਾਤ ਸੁਣ ਰਿਹਾ ਸੀ, ਉਹ ਸਿੱਧਾ ਕਹਿ ਰਿਹਾ ਸੀਗਾ, ਇੱਕ ਹੋਰ ਸਲਾਹ ਦੇ ਰਹੇ ਸੀਗੇ ਕਿ ਹੁਣ ਸ਼ਾਇਦ ਇੰਡੀਆ ਦੇ ਵਿੱਚ ਪਹਿਲਾਂ ਹੋਟਲ ਦੇ ਵਿੱਚ ਇਕੱਠੇ ਕਰਨਗੇ, ਕੁਝ ਹੋਰ ਵਿੱਚ ਪ੍ਰੋਸੈਸ ਜਿਹੜਾ ਆ ਉੱਥੋਂ ਉਹਨਾਂ ਨੂੰ ਉਹ ਇੱਦਾਂ, ਮੈਨੂੰ ਇੱਦਾਂ ਲੱਗ ਰਿਹਾ ਸੀਗਾ, ਮੈਂ ਸ਼ੋਰ ਨਹੀਂਗਾ ਵੀ ਸ਼ਾਇਦ ਉੱਥੋਂ ਹੀ ਛੰਟੀ ਕੀਤੀ ਜਾਊਗੀ, ਉੱਥੋਂ ਹੀ ਛੰਟੀ ਕੀਤੀ ਜਾਊਗੀ। ਮਤਲਬ ਕਿ ਜਿਹੜੇ ਪੋਜ਼ਿਟਿਵ ਆ ਉਹਨਾਂ ਨੂੰ ਵਾਪਸ ਨਹੀਂ ਆਉਣ ਦਿੱਤਾ ਜਾਊਗਾ। ਮਤਲਬ ਤੁਸੀਂ ਕਿਹੋ ਜਿਹਾ ਆਈ ਮੀਨ ਹਾਂ ਉਹ ਮੈਂ ਹੁਣੇ ਐਕਚੁਅਲੀ ਆ ਫਿਊ ਮਿੰਟਸ ਅਗੋ ਅੱਜ ਦੀ ਹੋਈ ਆ ਆਰਟੀਕਲ, ਨਿੱਕੀ ਟਰਨਰ ਉਹਨਾਂ ਦਾ ਨਾਮ ਹੈ, ਆਕਲੈਂਡ ਯੂਨੀਵਰਸਿਟੀ ਚੋਂ ਮਾਹਰ ਨੇ ਇਮਿਊਨਾਈਜੇਸ਼ਨ ਦੇ, ਵੈਕਸੀਨੇਸ਼ਨ ਦੇ ਮਾਹਰ ਨੇ। ਉਹ ਇਹ ਕਹਿ ਰਹੇ ਨੇ ਕਿਉਂਕਿ ਹੁਣੇ ਇੱਕ ਕੇਸ ਆਇਆ ਆ ਫਰੰਟ ਲਾਈਨ ਵਰਕਰ ਜਿਹਨੂੰ 2 ਡੋਜ਼ ਨੇ ਜਿਹੜਾ ਕੋਵਿਡ ਦਾ ਵੈਕਸੀਨ ਆ, ਉਹਨੂੰ ਸੈਕੰਡ ਡੋਜ਼ ਜਿਹੜੀ ਮਿਲਣ ਤੋਂ ਬਾਅਦ ਹਫਤਾ ਬਾਅਦ ਉਹ ਪੋਜ਼ਿਟਿਵ ਹੋਇਆ ਆ ਕੋਵਿਡ ਲਈ। ਸੋ ਉਹਨਾਂ ਨੇ ਇਹ ਕਿਹਾ ਆ ਕਿ ਉਹ 100% ਗਰੰਟੀ ਨਹੀਂ ਆ, ਉਹ ਸਾਨੂੰ ਪਹਿਲੇ ਪਤਾ ਹੈ ਖੈਰ ਕਿ ਉਹ ਇੰਜੈਕਸ਼ਨ ਜਿਹੜੇ ਨੇ ਇੱਕ ਤੇ ਉਹਨਾਂ ਦੇ ਸਾਈਡ ਇਫੈਕਟਸ ਵਾਟਐਵਰ, ਪਰ 100% ਗਰੰਟੀ ਕਿਸੇ ਵੀ ਚੀਜ਼ ਦੀ ਜਨਰਲੀ ਨਹੀਂ ਆ ਦੁਨੀਆ 'ਚ, ਖਾਸ ਕਰਕੇ ਇਹੋ ਜਿਹੀਆਂ ਦਵਾਈਆਂ ਦੀ। ਤਾਂ ਉਹਨਾਂ ਨੇ ਇਹ ਕਿਹਾ ਕਿ ਅਗਰ ਅਸੀਂ ਸਾਰੇ ਜਣਿਆਂ ਨੂੰ ਅਸੀਂ 100% ਪਾਪੂਲੇਸ਼ਨ ਨੂੰ ਇੰਜੈਕਸ਼ਨ ਲਾ ਵੀ ਦਿੰਦੇ ਆ, ਫਿਰ ਵੀ ਅਸੀਂ ਇਹ ਇੰਨੇ ਸੁਰਖਰੂ ਹੋ ਕੇ ਡੇ ਟੂ ਡੇ ਜੀਵਨ ਜਿਹੜਾ ਬਤੀਤ ਨਹੀਂ ਕਰ ਸਕਦੇ ਕਿ ਕੋਵਿਡ ਖਤਮ ਆ, ਸਾਨੂੰ ਫਿਰ ਵੀ ਕੋਵਿਡ ਨੂੰ ਮੈਨੇਜ ਕਰਦੇ ਰਹਿਣਾ ਪਊਗਾ। ਸੋ ਉਹਦੇ 'ਚ ਇੱਕ ਤਾਂ ਇਹਦੇ 'ਚੋਂ ਇਹ ਆ ਕਿ ਉਹ ਜਿਹੜਾ ਅਸੀਂ ਗੱਲ ਕਰਦੇ ਹਾਂ ਕਿ ਇਹ ਕੋਵਿਡ ਹੈਗਾ ਆ, ਪਰ ਸ਼ਾਇਦ ਇੰਨਾ ਵੀ ਨਹੀਂ, ਪੂੰਜੀਵਾਦ ਨੇ ਇਹਨੂੰ ਆਪਣੇ ਹੱਕ 'ਚ ਭੁਗਤਾਉਣ ਲਈ ਇਹਨੂੰ ਵਰਤਿਆ। ਸੋ ਇੱਕ ਤਾਂ ਉਹ ਇਹਦੇ 'ਚ ਹੋ ਸਕਦੀ ਹੈ। ਦੂਜਾ ਵੈਸੇ ਵੀ ਸਾਇੰਟੀਫਿਕਲੀ ਵੀ ਉਹਨਾਂ ਦੀ ਉਹ ਗੱਲ ਸਹੀ ਹੈ ਕਿ 100% ਇਲਾਜ ਕਿਸੇ ਵੀ ਚੀਜ਼ ਦਾ ਸ਼ਾਇਦ ਨਹੀਂ ਹੈਗਾ, ਉਹਦੀ ਮੈਨੇਜਮੈਂਟ ਫਿਰ ਵੀ ਟੂ ਸਮ ਐਕਸਟੈਂਟ ਰਹੂਗੀ। ਸੋ ਉਹਦੇ 'ਚ ਉਹ ਵੀ ਪੱਖ ਆ। ਸੋ ਜੇ ਅਸੀਂ ਉਹਨਾਂ ਦੀ ਉਹ ਇੱਕ ਐਕਸਪਰਟ ਦੀ ਖਬਰ ਲੈ ਕੇ ਚੱਲਦੇ ਹਾਂ, ਫਿਰ ਇਹ ਮਤਲਬ ਕਿੰਨੀਆਂ ਕੁ ਉਹ MIQ ਫੈਸਿਲਿਟੀ ਜਹਾਜ਼ ਚੜ੍ਹਨ ਤੋਂ ਪਹਿਲਾਂ 2 ਹਫ਼ਤੇ, ਫਿਰ ਉਸ ਤੋਂ ਬਾਅਦ ਇਹ ਵੀ ਹੋ ਸਕਦਾ ਕਿ ਕਿਸੇ ਨੇ ਆਪਣੇ ਪਿੰਡੋਂ ਪੈਰ ਬਾਹਰ ਪਾਉਣਾ ਏਅਰਪੋਰਟ ਤੋਂ ਪਹੁੰਚਣ ਤੋਂ ਪਹਿਲਾਂ 2 ਹਫ਼ਤੇ, ਮਤਲਬ ਕਿੰਨਾ ਕੁ ਇਜ਼ਨਟ ਇਟ ਬੈਟਰ ਕਿ ਇੱਥੇ ਜਦੋਂ ਆ ਜਾਂਦੇ ਆ ਉਹ ਮੈਨੇਜਮੈਂਟ ਜਿਹੜੀ ਅਸੀਂ ਕਹਿ ਰਹੇ ਹਾਂ, ਜਿਹੜੀ ਕਿ ਹੁਣ ਤੱਕ ਚੱਲ ਰਹੀ ਹੈ। ਜੇ ਉਹ ਬਿਮਾਰ ਆ, ਚਾਹੇ ਉਹ ਕੋਵਿਡ ਬਿਮਾਰ ਜੋ ਵੀ ਹੈਗਾ, ਉਹਦਾ ਇਲਾਜ ਕੀਤਾ ਜਾਵੇ ਜਿਵੇਂ ਬਾਕੀ ਬੰਦੇ ਰਿਕਵਰ ਹੁੰਦੇ ਨੇ, ਉਹ ਵੀ ਰਿਕਵਰ ਹੋਣ। ਔਰ ਅਨੂ ਜੀ ਡਿਸਟ੍ਰੈਸ, ਹਰ ਇੱਕ ਰੈਲੀ ਦੇ ਵਿੱਚ ਨਵੇਂ ਬੰਦੇ ਉੱਥੇ ਆਉਂਦੇ ਆ, ਕਿਸੇ ਦਾ ਸਾਲ ਤੋਂ ਪਰਿਵਾਰ ਵਿਛੜਿਆ ਪਿਆ, ਕੋਈ ਵਾਈਫ ਉੱਥੇ ਬੈਠੀ, ਕਿਸੇ ਦਾ ਹਸਬੈਂਡ ਉੱਥੇ ਬੈਠਾ, ਕਿਸੇ ਦੇ ਬੱਚੇ। ਇਹ ਕੀ ਹੈ ਇਹ ਮਤਲਬ ਇਹ ਕੀ ਰਵੱਈਆ, ਕਿਸ ਤਰੀਕੇ ਦਾ ਰਵੱਈਆ ਹੈ ਸਰਕਾਰ ਦਾ? ਔਰ ਦੂਸਰਾ ਉਹ ਮਸਲਾ ਚੱਲਦਾ ਹੀ ਸੀਗਾ ਤੇ ਮੁੜ ਕੇ ਆ ਕੇ ਜਿਹੜੀਆਂ ਫਲਾਈਟ ਬੰਦ ਆ ਉੱਪਰ ਦੀ। ਔਰ ਇਹਦਾ ਸੋਲੂਸ਼ਨ ਇੱਕ ਹੋਰ ਜਿਹੜੀ ਗੱਲਬਾਤ ਹੈ ਉਹ ਪਹਿਲੇ ਦਿਨਾਂ 'ਚ ਅਸੀਂ ਸ਼ਾਇਦ ਨਜ਼ਰਅੰਦਾਜ਼ ਕਰ ਗਏ ਉਹਨਾਂ ਨੂੰ। ਸੋ ਜਿਹੜਾ ਇਮੀਗ੍ਰੇਸ਼ਨ ਐਕਟ ਆ ਉਹਦਾ ਇਹਨਾਂ ਨੇ 1 ਸਾਲ ਦਾ ਅਮੈਂਡਮੈਂਟ ਪਿਛਲੇ ਸਾਲ 15 ਮਈ ਨੂੰ ਕੀਤਾ ਸੀ। ਸੋ ਉਹਦੇ ਵਿੱਚ ਇਹ ਸੀਗਾ ਕਿ ਇਮੀਗ੍ਰੇਸ਼ਨ ਮਿਨਿਸਟਰ ਨੂੰ ਐਕਸਟਰਾ ਪਾਵਰਸ ਦਿੱਤੀਆਂ ਗਈਆਂ ਸੀ। ਸੋ ਉਹ ਐਕਸਟਰਾ ਪਾਵਰਸ ਦੇ ਬਨਿਸਬਤ ਉਹਨਾਂ ਨੇ ਜਿਹੜੇ ਹੁਣ ਤੱਕ ਉਹ ਵੀਜ਼ਾ ਐਕਸਟੈਂਸ਼ਨਸ ਹੁੰਦੀਆਂ ਆ ਰਹੀਆਂ ਕਿ ਤੁਸੀਂ ਪੂਰੀ ਕੈਟੇਗਰੀ ਦੀ ਐਕਸਟੈਂਸ਼ਨ ਕਰ ਦਿੰਦੇ ਹੋ ਆਟੋਮੈਟਿਕ, ਰਾਦਰ ਦੈਨ ਕਿ ਇੰਡੀਵਿਜੂਅਲ ਅਪਲਾਈ ਕਰਨ ਐਕਸਟੈਂਸ਼ਨ ਵਾਸਤੇ। ਸੋ ਉਹ ਇਸ ਸਾਲ 15 ਮਈ ਨੂੰ ਆਟੋਮੈਟਿਕਲੀ ਉਹ ਖਤਮ ਹੁੰਦੀ ਹੈ ਪਾਵਰ। ਸੋ ਇਹਨਾਂ ਨੇ ਇਸ ਵਕਤ ਪਾਰਲੀਮੈਂਟ 'ਚ ਬਿੱਲ ਰੱਖਿਆ ਹੋਇਆ ਕਿ ਉਹ ਹੋਰ 2 ਸਾਲ ਹੋਰ ਉਹ ਲਗਾਤਾਰ ਚੱਲੇ ਕਿ 14 ਮਈ 2023 ਤੱਕ ਉਹ ਪਾਵਰ ਰਵੇ ਮਿਨਿਸਟਰ ਕੋਲ। ਸੋ ਉਹ ਕੋਈ ਵੀ ਸਬਮਿਸ਼ਨ ਕਰ ਸਕਦਾ ਆ ਕਿ ਉਹ ਬਿੱਲ ਪਾਸ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। 16 ਅਪ੍ਰੈਲ ਤੱਕ, ਮਤਲਬ ਕਿ ਇਸ ਸ਼ੁੱਕਰਵਾਰ ਤੱਕ ਉਹ ਓਪਨ ਆ ਉਹ ਕੰਸਲਟੇਸ਼ਨ। ਤੋਂ ਅਸੀਂ ਉਹਦੇ 'ਚ ਸਾਰਿਆਂ ਨੂੰ ਤਾਕੀਦ ਕਰਦੇ ਹਾਂ, ਤੁਸੀਂ ਪਾਰਲੀਮੈਂਟ ਦੀ ਵੈਬਸਾਈਟ ਜਾਂ ਪਾਰਲੀਮੈਂਟ ਬਿਲਸ ਨਿਊਜ਼ੀਲੈਂਡ ਇੱਦਾਂ ਸਰਚ ਕਰੋਗੇ, ਉਹ ਲਿਸਟ ਆ ਜਾਂਦੀ ਹੈ। ਉੱਥੇ ਜਾ ਕੇ ਉਹ ਤੁਸੀਂ ਸਬਮਿਸ਼ਨ ਸਾਰੇ ਕਰੋ। ਔਰ ਇਹ ਦੇਖੋ 2 ਪਾਸੇ ਗੱਲ ਜਾਂਦੀ ਹੈ। ਇੱਕ ਤਾਂ ਇਹ ਹੋ ਸਕਦਾ ਕਿ ਉਹ ਐਕਸਟਰਾ ਪਾਵਰ ਜੇ ਮਿਨਿਸਟਰ ਨੂੰ ਮਿਲ ਜਾਂਦੀ ਹੈ ਤਾਂ ਪਿਛਲੇ ਸਾਲ ਜਿੱਦਾਂ ਇਹ ਚੱਲਦੇ ਰਹੇ ਆ ਕਿ ਕਿਸੇ ਨੂੰ 2 ਮਹੀਨੇ ਵਧਾਤਾ, ਕਿਸੇ ਦੇ 6 ਮਹੀਨੇ ਵਧਾਤੇ, ਮਤਲਬ ਕਿ ਉਹ
ਤੁਹਾਨੂੰ ਲਟਕਾ ਕੇ ਹੀ ਰੱਖਣਾ ਹੈ ਉਹਨਾਂ ਨੇ। ਉਹਦੇ 'ਚ ਫਾਇਦਾ ਇਹ ਹੁੰਦਾ ਕਿ ਤੁਸੀਂ ਅਨਲੌਫੁਲ ਨਹੀਂ ਹੁੰਦੇ, ਸੈਕਸ਼ਨ 61 'ਚ ਨਹੀਂ ਜਾਂਦੇ, ਪਰ ਉਹ ਜਿਹੜੀ ਟੈਂਪਰਰੀਨੈਸ ਆ ਤੁਹਾਡੀ ਉਹ ਬਣੀ ਰਹਿੰਦੀ ਆ। ਸੋ ਅਸੀਂ ਇਹ ਕਹਾਂਗੇ ਕਿ ਤੁਸੀਂ ਸਬਮਿਸ਼ਨ ਕਰੋ, ਜਿਹੜੀ ਕਿ ਅਸੀਂ ਵੀ ਕਰਨੀ ਆ। ਅਸੀਂ ਉਹਦੇ 'ਚ ਇਹ ਕਹਿਣਾ ਕਿ ਇਹ ਮੰਤਰੀ ਨੂੰ, ਇਮੀਗ੍ਰੇਸ਼ਨ ਮੰਤਰੀ ਨੂੰ ਉਹ ਐਕਸਟਰਾ ਪਾਵਰ ਦੇਣ ਦਾ ਤਾਂ ਫਾਇਦਾ ਆ ਜੇ ਉਹਨਾਂ ਨੇ ਲੋਕਾਂ ਨੂੰ ਪਰਮਾਨੈਂਟ ਕਰਨਾ ਹੈ, ਰਾਹਤ ਕੋਈ ਲੌਂਗ ਟਰਮ ਰਿਲੀਫ ਸੋਲੂਸ਼ਨ ਦੇਣਾ ਆ। ਸੋ ਅਸੀਂ ਸਾਰਿਆਂ ਨੂੰ ਇਹ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਤੁਸੀਂ ਸਬਮਿਸ਼ਨ ਕਰੋ ਔਰ ਇਹ ਮੰਗ ਰੱਖੋ ਸਬਮਿਸ਼ਨ 'ਚ ਕਿ ਅਗਲੇ 2 ਸਾਲਾਂ ਦੇ ਵਿੱਚ ਪੂਰੀ ਐਨ ਸੌਰਟ ਆਊਟ ਹੋਣਾ ਚਾਹੀਦਾ ਇਮੀਗ੍ਰੇਸ਼ਨ 'ਚ ਜਿਹੜਾ ਇੰਨਾ ਖਲਾਰਾ ਆ। ਪੂਰਾ ਇਹਨਾਂ ਦਾ ਜਿਹੜਾ ਮਹਿਕਮਾ ਆ ਉਹ ਐਨ ਕਲੀਨ ਅਪ ਹੋਣਾ ਚਾਹੀਦਾ, ਟਾਈਡੀ ਅਪ ਹੋਣਾ ਚਾਹੀਦਾ। ਇਹ ਵੀਜ਼ਾ ਪ੍ਰੋਸੈਸਿੰਗ ਡਿਲੇਸ ਖਤਮ ਹੋਣੀਆਂ ਚਾਹੀਦੀਆਂ ਔਰ ਜਿੰਨੇ ਲੋਕ ਇੱਥੇ ਮੌਜੂਦ ਨੇ 3.5 ਲੱਖ ਨੇ ਲੋਕ ਟੈਂਪਰਰੀ ਵਰਕ ਵੀਜ਼ਾ ਜਾਂ ਟੈਂਪਰਰੀ ਵੀਜ਼ਾ ਹੋਲਡਰ ਜਿਹੜੇ ਆਲਰੇਡੀ ਇੱਥੇ ਰਹਿੰਦੇ ਨੇ। ਮਤਲਬ ਇਹ ਵੀ ਨਹੀਂ ਕਿ ਕੋਈ ਆਬਾਦੀ ਵੱਧ ਜੂਗੀ। ਸੋ ਉਹਨਾਂ ਨੂੰ ਸਾਰਿਆਂ ਨੂੰ ਪੱਕਿਆਂ ਕਰੋ ਤੁਸੀਂ ਅਗਲੇ 2 ਸਾਲਾਂ ਦੇ ਵਿੱਚ। ਸੋ ਇਸ ਕੰਮ ਲਈ ਵਰਤੋ ਇਹ ਪਾਵਰ ਜਿਹੜੀ ਤੁਹਾਨੂੰ ਮਿਲਣੀ ਆ। ਸੋ ਇਹ ਅਸੀਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ। ਬਿਲਕੁਲ ਜੀ। ਇਹਦੇ ਨਾਲ ਦੀ ਨਾਲ ਨੂੰ ਜੀ ਇਹ ਵੀ ਦੱਸ ਦਈਏ ਕਿ ਜਿਵੇਂ ਸ਼ਨੀਵਾਰ ਨੂੰ ਪਿਛਲੇ ਕਈ ਸ਼ਨੀਵਾਰ ਤੋਂ ਜਿਹੜੇ ਸਟਕ ਨੇ ਆਫਸ਼ੋਰ ਉਹਨਾਂ ਦੇ ਵਾਸਤੇ ਰੈਲੀ ਕਰਦੇ ਆ ਰਹੇ ਤੇ ਹਰ ਐਤਵਾਰ ਨੂੰ ਜਿਹੜਾ ਕਿਸਾਨੀ ਸੰਘਰਸ਼ ਸਪੋਰਟ ਵਾਸਤੇ ਅਸੀਂ ਜਿਹੜੀ ਇੱਥੇ ਦੀ ਐਮਬੈਸੀ ਓਨੀਹੰਗਾ 133 ਰੋਡ ਉੱਥੇ ਅਸੀਂ ਕਰਦੇ ਹਾਂ ਹਰ ਐਤਵਾਰ ਨੂੰ। ਜੇ ਉੱਥੇ ਨਹੀਂ ਤਾਂ ਜਿੱਥੇ ਵੀ ਕੋਈ ਖੇਡ ਮੇਲਾ ਵਗੈਰਾ ਜ਼ਿਆਦਾ ਲੋਕ ਇਕੱਠੇ ਹੁੰਦੇ ਨੇ ਉੱਥੇ ਅਸੀਂ ਕਰਦੇ ਹਾਂ। ਸੋ ਉਹਦੇ ਵਿੱਚ ਵੀ ਜਿਹੜਾ ਸਾਡਾ ਪੇਜ ਹੈਗਾ ਨਿਊਜ਼ੀਲੈਂਡ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹਦੇ ਵਿੱਚ ਅਸੀਂ ਅਪਡੇਟ ਦਿੰਦੇ ਹਾਂ ਵੀ ਕਿੱਥੇ ਅੱਜ ਕਿਹੜੇ ਐਤਵਾਰ ਕਿੱਥੇ ਪ੍ਰੋਗਰਾਮ ਇਹ ਜਿਹੜੀ ਰੈਲੀ ਹੋਣੀ ਆ। ਸੋ ਉਹਦੇ ਵਿੱਚ ਵੀ ਵੱਧ ਤੱਕ ਕੇ ਸਾਥ ਦਿਓ। ਔਰ ਜਿਹੜੀ ਤਕਲੀਫ ਇਹ ਪ੍ਰਵਾਸੀ ਕਾਮਿਆਂ ਦੀ ਹੈ, ਔਰ ਮੈਂ ਪਹਿਲਾਂ ਵੀ ਜੀ ਕਈ ਵਾਰੀ ਗੱਲਬਾਤ ਕੀਤੀ ਹੈ ਕਿ ਇੱਥੇ ਦੀ ਜਿਹੜੀ ਇੱਕ ਲਾਰਜਰ ਸਾਡੀ ਜਿਹੜੀ ਯੂਨੀਅਨ ਮੂਵਮੈਂਟ ਆ ਉਹ ਫਿਲਹਾਲ ਇਹਦੇ ਵਿੱਚ ਸ਼ਾਮਲ ਨਹੀਂ ਹੈ। ਔਰ CTU ਕਾਉਂਸਲ ਆਫ ਟ੍ਰੇਡ ਯੂਨੀਅਨ ਦੇ ਵੀ ਕੰਨਾਂ ਤੱਕ ਗੱਲ ਪਹੁੰਚਾਈ ਅਸੀਂ, ਉਹਨਾਂ ਦਾ ਵੀ ਇਹ ਮੁੱਦਾ ਨਹੀਂ ਬਣ ਰਿਹਾ। ਇਹਦਾ ਸਾਨੂੰ ਅਫਸੋਸ ਹੈ। ਇਹ ਇੱਕ ਪ੍ਰਵਾਸੀ ਕਾਮਿਆਂ ਦੀ ਬਹੁਤ ਵੱਡੀ ਤਰਾਸਦੀ ਦੇ ਵਿੱਚੋਂ ਉਹ ਗੁਜ਼ਰ ਰਹੇ ਨੇ ਔਰ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਜਿੰਨੀ ਵਾਰੀ ਵੀ ਉਹਨਾਂ ਨਾਲ ਅਸੀਂ ਇੰਟਰੈਕਟ ਕਰਦੇ ਹਾਂ, ਕੱਲ ਵੀ ਨੌਜਵਾਨ ਸੀ ਜਿਹੜਾ ਹੈਦਰਾਬਾਦ ਤੋਂ, ਉਹ ਬਿਲਕੁਲ ਇਮੋਸ਼ਨਲ ਹੋ ਚੁੱਕਿਆ ਸੀਗਾ। ਉਹ ਬਹੁਤ ਜ਼ਿਆਦਾ ਤਕਲੀਫ ਦੇ ਵਿੱਚੋਂ ਹੋ ਜਾ ਰਹੇ ਨੇ। ਉਹਨਾਂ ਦਾ ਕੋਈ ਹੱਲ ਪਰਮਾਨੈਂਟ ਕੀਤਾ ਜਾਵੇ। ਜਿਹੜੀ ਚੁੱਪੀ ਹੈ ਇਸ ਸਰਕਾਰ ਦੀ ਉਹ ਬਿਲਕੁਲ ਗਲਤ ਹੈ ਔਰ ਇਹ ਬਿਲਕੁਲ ਅੱਗ ਨਾਲ ਜਿਹੜੇ ਉਹ ਖੇਡ ਰਹੇ ਨੇ। ਇਹਦੇ ਬਹੁਤ ਗੰਭੀਰ ਜਿਹੜੇ ਨਤੀਜੇ ਨੇ ਉਹ ਨਿਕਲ ਸਕਦੇ ਨੇ। ਹਾਂਜੀ, ਅਸੀਂ ਨਹੀਂ ਚਾਹੁੰਦੇ ਕਿ ਕੁਝ ਲੋਕ ਇੱਦਾਂ ਦੇ ਕੋਈ ਐਕਸ਼ਨ ਲੈਣ ਕਿ ਉਹ ਮਤਲਬ ਅਫਸੋਸ ਹੋਵੇ ਔਰ ਕੋਈ ਨੁਕਸਾਨ ਉਹੋ ਜਿਹਾ ਹੋ ਜਾਵੇ। ਸੋ ਉਸ ਤੋਂ ਪਹਿਲਾਂ ਅਸੀਂ ਸਾਰੇ ਇਹ ਕਰੀਏ ਕਿ ਵੱਧ ਤੋਂ ਵੱਧ ਪ੍ਰੈਸ਼ਰ ਪਾਈਏ ਔਰ ਵੱਧ ਤੋਂ ਵੱਧ ਪ੍ਰੈਸ਼ਰ ਪਾਉਣ ਦਾ ਤਰੀਕਾ ਇਹ ਹੈ ਕਿ ਅਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਇਨ ਲਾਰਜ ਨੰਬਰਸ ਇਹ ਜਿਹੜੀਆਂ ਰੈਲੀਆਂ ਪ੍ਰੋਟੈਸਟ ਇਵੈਂਟ ਹੁੰਦੇ ਆ ਉੱਥੋਂ ਵੱਧ ਤੇ ਵੱਧ ਪਹੁੰਚੀਏ ਤਾਂ ਹੀ ਕੋਈ ਪ੍ਰੈਸ਼ਰ ਬਣੂਗਾ। ਪਾਈ ਸੀ ਕਿ ਪ੍ਰਿਯੰਕਾ ਰਾਧਾ ਕ੍ਰਿਸ਼ਨ ਦੀ ਸਟਰੀਟ ਪਾਰਟੀ ਦੀ ਵੀ ਜਾ ਕੇ ਸਵਾਲ ਪੁੱਛੋ ਤੇ ਉਹ ਹਾਂਜੀ ਉਸ ਨਿਚਰਵਾਰ ਸੀਗੀ 4-5 ਵਜੇ ਉਹਨਾਂ ਨੇ ਮੀਟਿੰਗ ਹੀ ਕੈਂਸਲ ਕਰਤੀ। ਹਾਂਜੀ ਉਹਨਾਂ ਨੇ ਮੀਟਿੰਗ ਕੈਂਸਲ ਕਰਤੀ। ਸਪੋਜ਼ਡਲੀ ਉਹਨਾਂ ਦੀ ਕੇਰੀ ਤੋਂ ਫਲਾਈਟ ਜਿਹੜੀ ਆਕਲੈਂਡ ਸੀਗੀ ਉਹ ਡਿਲੇ ਹੋ ਗਈ। ਬਹੁਤ ਵੱਡੀ ਜ਼ਿੰਮੇਵਾਰੀ ਹੈ ਜੀ ਪ੍ਰਿਯੰਕਾ ਤੇ। ਐਥਨਿਕ ਮਿਨਿਸਟਰ ਵੀ ਬਣ ਚੁੱਕੇ ਨੇ। ਚੁੱਪੀ ਕਿਉਂ ਇਹਨਾਂ ਦੀ, ਚੁੱਪ ਕਿਉਂ ਨੇ ਇਸ ਗੱਲ ਦੇ ਉੱਪਰ? ਇਹ ਬਹੁਤ ਹੈਰਾਨੀ ਦੀ ਗੱਲ ਹੈ। ਬਿਲਕੁਲ ਜੀ। ਤੋਂ ਸਾਰਿਆਂ ਨੂੰ ਮਿਲਦੇ ਆ ਆਉਂਦੇ ਸਨੀਚਰਵਾਰ 12 ਵਜੇ ਸੈਂਡਰਿੰਗਮ ਰੋਡ, ਸੈਂਡਰਿੰਗਮ ਵਿੱਚ ਆਪੋਜ਼ਿਟ ਪੈਰਾਡਾਈਜ਼ ਰੈਸਟੋਰੈਂਟ। ਤੋਂ ਹੁਣ ਦਿਓ ਇਜਾਜ਼ਤ, ਅਗਲੇ ਸੋਮਵਾਰ ਵੀ ਦੁਬਾਰਾ ਮਿਲਾਂਗੇ ਜੀ। ਧੰਨਵਾਦ। ਸਾਨੂੰ ਖਾਬ ਸੂਰਜ ਦਾ ਵਖਾ ਕੇ, ਸਾਨੂੰ ਖਾਬ ਸੂਰਜ ਦਾ ਵਖਾ ਕੇ, ਉਹ ਲੈ ਗਏ ਦੀਪ ਵੀ ਸਾਡਾ ਚੁਰਾ ਕੇ, ਸਾਨੂੰ ਖਾਬ ਸੂਰਜ ਦਾ ਵਖਾ ਕੇ। ਮੇਰੀ ਭਟਕਣ ਵਧੀ ਹੈ ਹੋਰ ਜ਼ਿਆਦਾ, ਮੇਰੀ ਭਟਕਣ ਵਧੀ ਹੈ ਹੋਰ ਜ਼ਿਆਦਾ, ਐ ਮੰਜ਼ਿਲ ਤੇਰੀਆਂ ਬਾਹਾਂ 'ਚ ਆ ਕੇ, ਐ ਮੰਜ਼ਿਲ ਤੇਰੀਆਂ ਬਾਹਾਂ 'ਚ ਆ ਕੇ, ਉਹ ਲੈ ਗਏ ਦੀਪ ਵੀ ਸਾਡਾ ਚੁਰਾ ਕੇ,
सानू खाब सू